ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਦੀ ਹਿਸਟਰੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਕਰਾਂਗੇ। ਹਾਂਜੀ, ਪੰਜਾਬ ਦੀ ਹਿਸਟਰੀ ਕਿੱਥੋਂ ਸ਼ੁਰੂ ਹੋਈ ਸੀ ਤੇ ਕਿੱਥੇ ਤੱਕ ਚੱਲੀ ਆ, ਮੇਨਲੀ ਪੰਜਾਬ ਦੀ ਹਿਸਟਰੀ ਕਿੱਥੋਂ ਸਟਾਰਟ ਹੋਈ ਸੀ, ਇਹ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਨ ਵਾਲੇ ਹਾਂ। ਤੇ ਉਸ ਤੋਂ ਬਾਅਦ ਕੀ ਕੁਝ ਹੋਇਆ ਪੰਜਾਬ ਦੀ ਹਿਸਟਰੀ ਦੇ ਨਾਲ ਰਿਲੇਟਡ, ਇਹ ਸਾਰਾ ਹੀ ਜਿੰਨੇ ਵੀ ਇੰਪੋਰਟੈਂਟ MCQ ਇਸ ਟੌਪਿਕ ਦੇ ਨਾਲ ਬਣ ਸਕਦੇ ਆ ਉਹ ਸਾਰੇ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਸੀਂ ਵੀਡੀਓ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਇੰਪੋਰਟੈਂਟ ਟੌਪਿਕ ਆ ਸਾਡਾ ਅੱਜ ਦਾ, ਜੋ ਕਿ ਹਿਸਟਰੀ ਆਫ ਪੰਜਾਬ, ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲਾ ਹੈ। ਸੋ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ, ਇੱਕ ਵੀ ਕੁਐਸਚਨ ਨਾ ਮਿਸ ਕਰਨਾ, ਕਿਉਂਕਿ ਅਲੱਗ-ਅਲੱਗ ਕੁਐਸਚਨ ਆ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਲਏ ਗਏ ਆ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਪੰਜਾਬ ਦਾ ਇਤਿਹਾਸ ਆਰੰਭ ਹੁੰਦਾ ਹੈ। ਹਾਂਜੀ, ਪੰਜਾਬ ਦਾ ਇਤਿਹਾਸ ਕਿੱਥੋਂ ਸ਼ੁਰੂ ਹੋਇਆ ਸੀ? ਜਦੋਂ ਸਿੰਧ ਘਾਟੀ ਸੱਭਿਅਤਾ ਦੀ ਖੋਜ ਹੋ ਰਹੀ ਸੀ, ਉਸ ਸਮੇਂ ਆਰੀਆਂ ਨੇ ਆ ਕੇ ਆਗਮਨ ਕਰਤਾ। ਪਹਿਲਾਂ ਮਨੁੱਖਾਂ ਦੇ ਮਨ 'ਚ ਇੰਨਾ ਲਾਲਚ ਨਹੀਂ ਸੀਗਾ। ਜਦੋਂ ਸਿੰਧ ਘਾਟੀ ਦੀ ਖੁਦਾਈ ਦੇ ਸਮੇਂ ਚਮਕੀਲੀਆਂ ਚੀਜ਼ਾਂ ਮਿਲ ਰਹੀਆਂ ਸੀਗੀਆਂ, ਚਾਂਦੀ ਦੀਆਂ, ਕਾਂਸੀ ਦੀਆਂ, ਉਸ ਸਮੇਂ ਲਾਲਚ ਆ ਗਿਆ ਮਨੁੱਖਾਂ ਦੇ ਮਨ ਵਿੱਚ। ਫਿਰ ਸਭ ਤੋਂ ਪਹਿਲਾਂ ਆਰੀਆ ਕਬੀਲਾ ਸੀ, ਉਸਨੇ ਆ ਕੇ ਪੰਜਾਬ ਤੇ ਆਗਮਨ ਕਰ ਦਿੱਤਾ। ਭਾਰਤ ਤੇ ਹੈ ਜਾਂ ਭਾਰਤ ਆ ਜੇ ਚਾਹੇ ਪੰਜਾਬ ਆ ਜੇ, ਤਾਂ ਸਭ ਤੋਂ ਪਹਿਲਾਂ ਆਰੀਆ ਨੇ ਆਗਮਨ ਕੀਤਾ ਸੀ। ਠੀਕ ਹੈ, ਤਾਂ ਸਿੰਧ ਘਾਟੀ ਸੱਭਿਆ ਤੋਂ ਪੰਜਾਬ ਦਾ ਜਿਹੜਾ ਇਤਿਹਾਸ ਆ ਉਹ ਸ਼ੁਰੂ ਹੋ ਚੁੱਕਿਆ ਸੀ। ਆਪਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਸਿੰਧ ਘਾਟੀ ਹਿੰਦ ਉਪ ਮਹਾਨਦੀ ਦੇ ਕਿਹੜੇ ਪਾਸੇ ਸਥਿਤ ਹੈ? ਹਾਂਜੀ, ਸਿੰਧ ਘਾਟੀ ਹਿੰਦ ਉਪ ਮਹਾਨਦੀ ਦੇ ਕਿਹੜੇ ਪਾਸੇ ਸਥਿਤ ਆ? ਤਾਂ ਇਹ ਹੈ ਜੀ ਉੱਤਰ ਪੱਛਮੀ ਭਾਗ ਵਿੱਚ। ਆਪਸ਼ਨ ਆੜਾ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਸੰਸਾਰ ਦੀ ਸਭ ਤੋਂ ਵੱਡੀ ਪ੍ਰਾਚੀਨ ਸੱਭਿਅਤਾ ਕਿਹੜੀ ਹੈ? ਹਾਂਜੀ, ਸੰਸਾਰ ਦੀ ਸਭ ਤੋਂ ਵੱਡੀ ਪ੍ਰਾਚੀਨ ਸੱਭਿਅਤਾ ਕਿਹੜੀ ਆ? ਸਿੰਧ ਘਾਟੀ ਦੀ ਸੱਭਿਅਤਾ। ਇਸ ਨੂੰ ਹੜੱਪਾ ਸੱਭਿਅਤਾ ਵੀ ਬੋਲਿਆ ਜਾਂਦਾ, ਇਸ ਨੂੰ ਇੰਡਸ ਸੱਭਿਅਤਾ ਵੀ ਬੋਲਿਆ ਜਾਂਦਾ। ਸੋ ਤੁਸੀਂ ਧਿਆਨ ਰੱਖਣਾ, ਐਗਜ਼ਾਮ ਦੇ ਵਿੱਚ ਕੁਛ ਵੀ ਆ ਸਕਦਾ ਤੁਹਾਨੂੰ। ਨੈਕਸਟ ਹੈ, ਸਿੰਧ ਘਾਟੀ ਦੇ ਖਾਤਮੇ ਵਿੱਚ ਇਹਨਾਂ ਦੇ ਵਿੱਚੋਂ ਕਿਹੜਾ ਕਾਰਨ ਆ ਜਿਹੜਾ ਸ਼ਾਮਿਲ ਨਹੀਂ ਗਾ? ਦੇਖੋ, ਸਿੰਧ ਘਾਟੀ ਦਾ ਖਾਤਮਾ ਕਿਹਦੇ ਕਾਰਨ ਹੋਇਆ? ਸਭ ਤੋਂ ਪਹਿਲਾਂ ਤਾਂ ਆਰੀਆ ਨੇ ਹਮਲੇ ਕੀਤੇ ਸੀ ਆ ਕੇ। ਠੀਕ ਹੈ, ਫਿਰ ਵਾਤਾਵਰਣ ਦੇ ਵਿੱਚ ਪਰਿਵਰਤਨ ਦੇ ਕਾਰਨ ਹੋ ਗਿਆ। ਉਸ ਤੋਂ ਬਾਅਦ ਭੂਚਾਲ ਦੇ ਕਾਰਨ, ਕਿਉਂਕਿ ਮਿੱਟੀ ਦੀ ਖੁਦਾਈ ਹੋਈ ਹੋ ਰਹੀ ਸੀ। ਠੀਕ ਹੈ, ਤੇ ਭੂਚਾਲ ਦੇ ਕਾਰਨ ਇਹਦਾ ਖਾਤਮਾ ਹੋ ਗਿਆ। ਪਰ ਵਧੇਰੇ ਜਨਸੰਖਿਆ ਇਸ ਦੇ ਖਾਤਮੇ ਦਾ ਕੋਈ ਕਾਰਨ ਨਹੀਂ ਗਾ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਸਿੰਧ ਘਾਟੀ ਦੇ ਲੋਕ ਕਿਸ ਦੀ ਪੂਜਾ ਕਰਦੇ ਸਨ? ਹਾਂਜੀ, ਸਿੰਧ ਘਾਟੀ ਦੇ ਲੋਕ ਆ ਜਿਹੜੇ, ਸਿੰਧ ਘਾਟੀ ਦੀ ਖੁਦਾਈ ਦੇ ਸਮੇਂ ਜੋ ਸਿੱਕੇ ਮਿਲੇ ਸੀਗੇ ਉਹਨਾਂ ਤੇ ਮੂਰਤਾਂ ਬਣੀਆਂ ਹੋਈਆਂ ਸੀ ਲਾਰਡ ਵਿਸ਼ਨੂੰ ਦੀਆਂ, ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਸਿੰਧ ਘਾਟੀ ਦੇ ਲੋਕ ਲਾਰਡ ਵਿਸ਼ਨੂੰ ਦੀ ਪੂਜਾ ਕਰਦੇ ਸੀ। ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਨੈਕਸਟ, ਹੜੱਪਾ ਸਾਈਟ ਕਿਸ ਨੇ ਲੱਭੀ? ਹਾਂਜੀ, ਹੜੱਪਾ ਸਾਈਟ ਕਿਸ ਨੇ ਲੱਭੀ? ਇਹ ਦੇਖੋ, ਇਸ ਵੀਡੀਓ ਦੇ ਵਿੱਚ ਨਾ ਆਪਾਂ ਪੂਰੀ ਹਿਸਟਰੀ ਕਵਰ ਅਪ ਕਰਨ ਵਾਲੇ ਹਾਂ, ਕਿੱਥੋਂ ਹਿਸਟਰੀ ਸਟਾਰਟ ਹੋਈ, ਕਿੱਥੇ ਤੱਕ ਕੀ ਕੁਛ ਮੇਨਲੀ ਆਇਆ ਵਾ। ਲਾਸਟ ਤੇ ਮੈਂ ਤੁਹਾਨੂੰ ਸਿੰਧ ਘਾਟੀ ਦੇ ਵਿੱਚ ਪ੍ਰੋਪਰ ਦੱਸਾਂਗੀ, ਸਿੰਧ ਘਾਟੀ ਦੇ ਬਾਰੇ ਪ੍ਰੋਪਰ MCQ ਕਰਵਾਵਾਂਗੀ। ਕੋਈ ਟੋਟਲ 20 MCQ ਹੋਣਗੇ, ਜਿਹਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਆਪਾਂ ਕਰਾਂਗੇ। ਹਾਂਜੀ, ਹੜੱਪਾ ਸਾਈਟ ਕਿਸ ਨੇ ਲੱਭੀ? ਜਿਹੜੀ ਹੜੱਪਾ ਸਾਈਟ ਲੱਭੀ ਸੀ ਜਾਂ ਸਿੰਧ ਘਾਟੀ ਦੀ ਸੱਭਿਅਤਾ ਦੀ ਖੋਜ ਕੀਤੀ ਸੀ, ਤੁਹਾਨੂੰ ਕਿਸੇ ਵੀ ਤਰ੍ਹਾਂ ਆ ਸਕਦਾ, ਇਹ ਕੀਤੀ ਸੀ ਦਿਆਰਾਮ ਸਾਹਨੀ ਨੇ। ਠੀਕ ਹੈ, ਆਪਸ਼ਨ ਨੰਬਰ ਊੜਾ ਇੱਥੇ ਰਾਈਟ ਆਨਸਰ ਹੈ। ਦਿਆਰਾਮ ਸਾਹਨੀ ਨੇ ਹੜੱਪਾ ਸਾਈਟ ਜਾਂ ਸਿੰਧ ਘਾਟੀ ਸੱਭਿਅਤਾ ਦੀ ਖੋਜ ਕੀਤੀ ਸੀ। ਨੈਕਸਟ ਹੈ, ਮਨੁੱਖੀ ਵਿਕਾਸ ਦੇ ਕਿਹੜੇ ਸਮੇਂ ਨਾਲ ਸਿੰਧ ਘਾਟੀ ਸੱਭਿਅਤਾ ਸੰਬੰਧਿਤ ਸੀ? ਹਾਂਜੀ, ਮਨੁੱਖੀ ਵਿਕਾਸ ਆ ਜਿਹੜਾ, ਇਹਦੇ ਕਿਹੜੇ ਸਮੇਂ ਦੇ ਨਾਲ ਸਿੰਧ ਘਾਟੀ ਸੱਭਿਅਤਾ ਸੰਬੰਧਿਤ ਸੀਗੀ? ਸਿੰਧ ਘਾਟੀ ਦੇ ਲੋਕ ਨਾ ਲੋਹੇ ਬਾਰੇ ਨਹੀਂ ਜਾਣਦੇ ਸੀ। ਤੁਹਾਨੂੰ ਆ ਸਕਦਾ ਕਿ ਕਿਹੜੀ ਧਾਤ ਬਾਰੇ ਤੋਂ ਉਹ ਜਾਣੂ ਨਹੀਂ ਸੀ, ਲੋਹੇ ਤੋਂ ਜਾਣੂ ਨਹੀਂ ਸੀ। ਪਰ ਮਨੁੱਖੀ ਵਿਕਾਸ ਦੇ ਤਾਂਬੇ ਦੇ ਯੁੱਗ ਨਾਲ ਸਿੰਧ ਘਾਟੀ ਸੱਭਿਅਤਾ ਜਿਹੜੀ ਇਹ ਸੰਬੰਧਿਤ ਸੀਗੀ। ਆਪਸ਼ਨ ਨੰਬਰ ਊੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਜੇਹਲਮ ਦਰਿਆ ਦਾ ਪੁਰਾਣਾ ਨਾਮ। ਦੇਖੋ, ਆਪਾਂ ਪੜ੍ਹਦੇ ਹਾਂ ਕਿ ਪੰਜਾਬ ਦਾ ਨਾਮ ਕੀ ਆ? ਪੰਜਾਬ ਕਿਹੜੀ ਭਾਸ਼ਾ ਤੋਂ ਲਿਆ ਵਾ? ਫਾਰਸੀ ਤੋਂ ਲਿਆ ਵਾ। ਇਹਦਾ ਮੀਨਿੰਗ ਕੀ ਆ? ਪੰਜ ਦਰਿਆ। ਤੇ ਪੰਜ ਦਰਿਆ ਕਿਹੜੇ ਆ? ਸਤਲੁਜ, ਰਾਵੀ, ਵਿਆਸ, ਜੇਹਲਮ ਅਤੇ ਚਨਾਬ। ਇਹ ਪੰਜ ਦਰਿਆ ਵਾ। ਠੀਕ ਹੈ, ਤੇ ਇਹਨਾਂ ਪੰਜ ਦਰਿਆਵਾਂ ਬਾਰੇ ਥੋੜਾ ਬਹੁਤਾ ਤੁਹਾਨੂੰ, ਆਪਣੇ ਤਿੰਨ ਤਾਂ ਮੇਨ ਹੀ ਆ ਜਿਹੜੇ ਪੰਜਾਬ ਦੇ ਵਿੱਚ ਵਗਦੇ ਆ, ਜੇਹਲਮ ਤੇ ਚਨਾਬ ਬਾਰੇ ਪਤਾ ਹੋਣਾ ਵੀ ਤੁਹਾਨੂੰ ਬਹੁਤ ਜ਼ਰੂਰੀ ਹੈ। ਠੀਕ ਹੈ, ਸਤਲੁਜ, ਵਿਆਸ, ਰਾਵੀ, ਚਨਾਬ ਅਤੇ ਜੇਹਲਮ, ਇਹਨਾਂ ਤੋਂ ਮਿਲ ਕੇ ਪੰਜਾਬ ਬਣਦਾ ਨਾ ਪੰਜ ਦਰਿਆ। ਤਾਂ ਜੇਹਲਮ ਦਰਿਆ ਦਾ ਪੁਰਾਣਾ ਨਾਮ ਕੀ ਆ? ਹਾਂਜੀ, ਜੇਹਲਮ ਦਾ ਪੁਰਾਣਾ ਨਾਮ ਆ ਹਾਈਡੋਸਪਸ। ਆਪਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ।
ठीक है, ये तुसी ध्यान दे विच रखना। इत्थे सारे ही दरियावां दे आपां पुराने नाम आ जिहड़े डिस्कस करते जावांगे नाल दी नाल, सो तुसी भी अपना ध्यान च रखना, चाहे लिख लेना। नैक्सट MCQ असीं करदे हां, हड़प्पा किहड़ी नदी दे किनारे वसिया सी? वेरी वेरी इंपॉर्टेंट। हाँ जी, हड़प्पे की गल हो रही आ। जिहड़ा हड़प्पा वा किहड़ी नदी के किनारे, देखो हड़प्पा इस टाइम कित्थे आ? पाकिस्तान दे विच। ते इन्हां दे विचों किहड़ी नदी है जिहड़ी इस समय पाकिस्तान दे विच वह रही आ, अपने नाल लगदी आ? ये हैगी है रावी। ठीक है, रावी पंजाब के तिन्ना ਜ਼ਿਲ੍ਹਿਆਂ ਵਿੱਚੋਂ लंघ के पाकिस्तान ਦੇ ਵਿੱਚ ਵੜਦੀ ਆ ਤੇ ਰਾਵੀ ਤੇ ਹੀ ਹੜੱਪਾ ਸੱਭਿਅਤਾ ਵਾ ਜਿਹੜੀ ਇਹ हड़प्पा एक स्थान का नाम से जिहड़ा रावी के कंढे वसिया होया सी। ठीक है, ये तुसीं ध्यान दे विच रखना। तो ऑप्शन नंबर इत्थे आड़ा इत्थे राइट आंसर है। नैक्सट है, हड़प्पा युग की खोज फतेहगढ़ साहिब विच कित्थे लभी? हाँ जी, देखो लुधियाने दे विच भी कई जिहड़े स्थान आ लुधियाने जिले दे विच पैंदे आ, उन्हां दी खोज होई सी। ठीक है, हुण इत्थे गल हो रही आ कि हड़प्पा युग की खोज फतेहगढ़ साहिब विच कित्थे लभी गई? तो ये लभी गई सी संगोल दे विच। ऑप्शन नंबर सस्सा इत्थे राइट आंसर है। ये साडे पंजाब दे ही है। ठीक है, कोटला निहंखां दे विच भी खोज होई सीगी, महिंजो दड़ो दे विच भी होई सी, ये भी तुसीं ध्यान दे विच रखना। नैक्सट MCQ आपां करदे हां। हाँ जी, नैक्सट है, भारत विच किन्ने खेत्रां विच सिंध घाटी नूं खोजिया गया? वेरी इंपॉर्टेंट। हाँ जी, SSC दे जिहड़े स्टूडेंट्स ने अगे जाके एग्जाम देना ना, उन्हां दे लई काफ़ी ही ज़्यादा इंपॉर्टेंट MCQ है कि भारत विच किन्ने खेत्रां दे विच सिंध घाटी की सभ्यता नूं खोजिया गया? किन्ने खेत्रां दे विच खुदाई हुई सी? तां ये खुदाई हुई सी जी 925 खेत्रां दे विच। ऑप्शन आड़ा इत्थे राइट आंसर है। नैक्सट है, कोटला निहंग खान जिथों सिंध घाटी के अवशेष मिले हैं, पंजाब के किहड़े जिले विच है? हाँ जी, कोटला निहंग खाना ये पंजाब के रूपनगर दे विच पैंदा वा। ठीक है, वैसे तुहानूं जे रूपनगर नहीं आउंदा फिर तुसीं संगरूर दी ऑप्शन लगा सकदे हो, पर हुण इस टाइम इत्थे असीं रूपनगर ही लगावांगे। रूपनगर दे विच अवशेष मिले सीगे सिंध घाटी दे कोटला निहंखां विच। नैक्सट है, हेठ लिखियां विच किहड़ी थां सिंध घाटी नाल संबंधित नहीं सी? हाँ जी, सिंध घाटी दे विच देखो काली बंगा की भी खोज की गई, धोलावीरा की भी खोज की गई, संगरूर की भी खोज हुई, पर जलंधर की नहीं हुई। ऑप्शन ईडी इत्थे राइट आंसर है। नैक्सट है, पंजाब विच आर्या दे आउण दा समां की निश्चित किया जाता है? हाँ जी, आर्या सब तो पहला आर्या जो आए सी ना, इतिहास उत्थों ही शुरू होया सी, मतलब कि उत्थों लड़ाइयां शुरू हो गई सी एक तरह नाल। तो पंजाब विच आर्या दे आउण दा जिहड़ा समां सी वो सी जी 1500 ईसा पूर्व। ऑप्शन सस्सा इत्थे राइट आंसर है। नैक्सट है, वेदां विच पंजाब नूं की कहा जाता है? हाँ जी, वेदां दे विच पंजाब नूं संपत सिद्धू बोलिया जाता है। ऑप्शन ईडी इत्थे राइट आंसर है। संपत सिद्धू का मतलब की है? 7 दरियावां की धरती। ठीक है, पंजाब नूं वेदां दे विच संपत सिद्धू बोलिया गया। तो पेंटापोटामिया का नाम पंजाब नूं यूनानिया ने दिता। पेंटापोटामिया का अर्थ आ 5 दरियावां की धरती। ठीक है, ये भी तुसीं ध्यान दे विच रखना। तो आव का मतलब की है? 5 प्लस आव, आव 5 पानी। ठीक है, आव का मतलब पानी। तुहानूं किसी भी तरह MCQ घुमा फिरा के आ सकते हो, सो तुसीं ध्यान देना। नैक्सट MCQ असीं करदे हां। हाँ जी, दसराज का युद्ध 10 राजियां दे विच लड़िया गया। हाँ जी, दसराज का युद्ध 10 राजियां दे डैश विच लड़िया गया। किन्ना विच लड़िया गया? सुदास विच लड़िया गया। 10 राजियां ते सुदास दे विच होया सी। ऑप्शन सस्सा इत्थे राइट आंसर है। नैक्सट है, महाभारत का युद्ध कित्थे लड़िया गया? जे कदे तुहानूं आ जांदा ना कि महाभारत दे विच पंजाब नूं की नाम दिता गया सी, तां पंच नंद का नाम दिता गया सी। ये भी तुसीं ध्यान रखना, किसी जगह ते पंच नंद मिलूगा, किसी जगह ते पंच नड़ मिलूगा, मतलब डाड़ा मगर पा के। ठीक है, ये तुसीं ध्यान दे विच रखना। ते महाभारत का जिहड़ा युद्ध आ ये कित्थे लड़िया गया सीगा? कुरुक्षेत्र दे विच। ऑप्शन ईडी इत्थे राइट आंसर है। नैक्सट है जी, वेरी वेरी इंपॉर्टेंट, रावी का वैदिक काल का नाम की सी? हाँ जी, वैदिक काल आ गया, जां वेदां दे विच की कहा जाता सी। ठीक है, तो रावी का जां पुराना नाम आ गया। वैसे तो रावी नूं असीं इरावती भी बोल दिंने आ, इरावती भी किसी जगह ते तुहानूं इहदा नाम लिखिया मिलूगा, पर उन्हें हुण देखो की बोलिया कि रावी का वैदिक काल का नाम की सी, तां वैदिक काल दे विच इस नूं इरावती ही बोलिया जाता सी। ऑप्शन सस्सा इत्थे राइट आंसर है। तो रावी का पुराना नाम उपनाम अजे तां परूसनी आ। ठीक है, हुण तुसीं ये भी ध्यान दे विच रखना, रावी का उपनाम की आ? परूसनी आ। इत्थे सतूदरी पा लो, सतलुज का उपनाम सतूदरी आ, ते ब्यास का उपनाम विपाशा वा।
ठीक है, ये बहुत इंपॉर्टेंट फैक्ट आ, एग्जाम ਦੇ ਵਿੱਚ ਅਕਸਰ ਆਉਂਦੇ ਰਹਿੰਦੇ ਆ ਤੇ ਇਹ ਤੁਸੀਂ ਆਪਸ਼ਨ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਆਪਸ਼ਨ ਇਰਾਵਤੀ ਦੀ ਦਿੱਤੀ ਆ ਜਾਂ ਪੁਰੂਸ਼ਨੀ ਦੀ ਦਿੱਤੀ ਆ। ਵੈਦਿਕ ਦੇ ਵਿੱਚ ਇਰਾਵਤੀ ਕਿਹਾ ਜਾਂਦਾ ਸੀ, ਠੀਕ ਹੈ, ਤੇ ਸਤੂਦਰੀ ਆ ਜਿਹੜਾ ਸਤਲੁਜ ਦਾ ਨਾਮ ਸੀ। ਇਹ ਸਾਰੇ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ। ਨੈਕਸਟ ਹੈ ਹਾਂਜੀ ਅੱਗੇ ਪਾਰਸ਼ੀਅਨ ਤੇ ਭਾਰਤੀ ਸੱਭਿਅਤਾ ਪਾਰਸ਼ੀਅਨ ਰਾਜੇ ਸਾਇਰਸ ਨੇ ਪੰਜਾਬ ਦੀ ਉੱਤਰੀ ਪੱਛਮੀ ਸੀਮਾ ਉੱਤੇ ਹਮਲਾ ਕੀਤਾ। ਹਾਂਜੀ ਜਿਹੜਾ ਪਾਰਸ਼ੀਅਨ ਰਾਜਾ ਸੀਗਾ ਜਿਸ ਦਾ ਨਾਮ ਸੀ ਸਾਇਰਸ, ਉਸਨੇ ਪੰਜਾਬ ਦੀ ਉੱਤਰ ਪੱਛਮੀ ਸੀਮਾ ਤੇ ਹਮਲਾ ਕੀਤਾ ਸੀ 505 ਈਸਾ ਪੂਰਵ ਦੇ ਵਿੱਚ। ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਜੀ 516 ਈਸਵੀ ਪੂਰਵ ਵਿੱਚ ਕਿਸ ਪਾਰਸ਼ੀਅਨ ਰਾਜੇ ਨੇ ਪੰਜਾਬ ਤੇ ਸਿੰਧ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕੀਤਾ। ਹਾਂਜੀ 516 ਈਸਾ ਪੂਰਵ ਦੇ ਵਿੱਚ ਦਰੀਆਸ਼ ਰਾਜੇ ਨੇ ਪੰਜਾਬ ਤੇ ਸਿੰਧ ਨੂੰ ਆਪਣੇ ਸੂਬੇ ਦੇ ਵਿੱਚ ਜਾਂ ਆਪਣੇ ਰਾਜ ਦੇ ਵਿੱਚ ਸ਼ਾਮਿਲ ਕਰ ਲਿਆ ਸੀ। ਆਪਸ਼ਨ ਆੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਪਾਰਸ਼ੀਅਨ ਤੇ ਭਾਰਤੀ ਸੱਭਿਅਤਾਵਾਦੀ ਦੇ ਮਿਲਾਪ ਤੋਂ ਕਿਹੜੀ ਲਿਪੀ ਦਾ ਭਾਰਤ ਵਿੱਚ ਆਗਮਨ ਹੋਇਆ। ਹਾਂਜੀ ਪਾਰਸ਼ੀਅਨ ਤੇ ਭਾਰਤੀ ਸੱਭਿਅਤਾਵਾਦੀ ਦੇ ਮਿਲਾਪ ਦੇ ਨਾਲ ਨਾ ਖਰੋਸਠੀ ਲਿਪੀ ਦਾ ਜਨਮ ਹੋਇਆ ਸੀਗਾ ਪੰਜਾਬ ਦੇ ਵਿੱਚ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ, ਠੀਕ ਹੈ, ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ ਯੂਨਾਨੀ ਹਾਕਮ ਸਿਕੰਦਰ ਮਹਾਨ ਨੇ ਭਾਰਤ ਉੱਤੇ ਕਦੋਂ ਹਮਲਾ ਕੀਤਾ। ਸਿਕੰਦਰ ਤੇ ਪੋਰਸ ਬਹੁਤ ਹੀ ਫੇਮਸ ਰਾਜੇ ਆ ਜਾਂ ਬਹੁਤ ਹੀ ਫੇਮਸ ਇਹਨਾਂ ਦੀ ਹੈਗੀ ਆ ਸਟੋਰੀ ਆਪਣੇ ਇਤਿਹਾਸ ਦੇ ਵਿੱਚ ਜਿਹੜੀ ਕਿ ਕਦੇ ਵੀ ਆਪਾਂ ਨੂੰ ਭੁੱਲਦੀ ਨਹੀਂ ਗੀ। ਯੂਨਾਨੀ ਹਾਕਮ ਸੀ ਸਿਕੰਦਰ। ਸਿਕੰਦਰ ਮਹਾਨ ਨੇ ਭਾਰਤ ਉੱਤੇ ਕਦੋਂ ਹਮਲਾ ਕੀਤਾ ਸੀ 321 ਈਸਾ ਪੂਰਵ ਦੇ ਵਿੱਚ ਕੀਤਾ ਸੀ। ਆਪਸ਼ਨ ਈਡੀ ਇੱਥੇ ਰਾਈਟ ਆਨਸਰ ਹੈ, ਠੀਕ ਹੈ। ਤੇ ਅੱਗੇ ਦੇਖਦੇ ਹਾਂ ਜੀ ਨੈਕਸਟ MCQ ਸਿਕੰਦਰ ਮਹਾਨ ਨੇ ਜੇਹਲਮ ਤੇ ਚਨਾਬ ਦੇ ਵਿਚਕਾਰਲੇ ਦੇ ਇਲਾਕਿਆਂ ਨੂੰ ਜਿੱਤਣ ਮਗਰੋਂ ਇੱਥੋਂ ਦਾ ਰਾਜਪਾਲ ਕਿਸ ਨੂੰ ਬਣਾਇਆ। ਹੁਣ ਮੈਂ ਤੁਹਾਨੂੰ ਉੱਪਰ ਹੀ ਬੋਲਿਆ ਕਿ ਸਿਕੰਦਰ ਤੇ ਪੋਰਸ ਦਾ ਯੁੱਧ ਆ ਜਿਹੜਾ ਸਾਡੇ ਇਤਿਹਾਸ ਦੇ ਵਿੱਚ ਫੇਮਸ ਆ। ਹੁਣ ਤੁਸੀਂ ਸੋਚੋਗੇ ਕਿ ਇੱਥੇ ਮੈਂ ਇਹਦਾ ਆਨਸਰ 'ਚ ਹੀ ਬੋਲ ਰਹੀ ਹਾਂ ਕਿ ਰਾਜਪਾਲ ਵੀ ਰਾਜਾ ਪੋਰਸ ਨੂੰ ਹੀ ਬਣਾਤਾ, ਇਹਦਾ ਕੀ ਮਤਲਬ ਆ। ਤਾਂ ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਪਹਿਲਾਂ ਤੁਸੀਂ ਇਹ ਧਿਆਨ ਦਿਓ। ਹੁਣ ਮੈਂ ਤੁਹਾਨੂੰ ਮੀਨਿੰਗ ਸਮਝਾਉਂਦੀ ਹਾਂ। ਦੇਖੋ ਜਿਹੜਾ ਪੋਰਸ ਸੀਗਾ ਇਹ ਪੰਜਾਬ ਦਾ ਰਾਜਾ ਸੀ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਮਤਲਬ ਕਿ ਕਿੰਨਾ ਜ਼ਿਆਦਾ ਉਹਨਾਂ ਦੇ ਵਿੱਚ ਹਮੇਸ਼ਾ ਉਤਸ਼ਾਹ ਰਹਿੰਦਾ ਵਾ, ਕਦੇ ਉਹ ਨੀਵੇਂ ਨਹੀਂ ਹੁੰਦੇ ਕਿਸੇ ਦੇ ਅੱਗੇ, ਹੈ ਨਾ। ਉਸੇ ਤਰ੍ਹਾਂ ਸਿਕੰਦਰ ਆ, ਸਿਕੰਦਰ ਇੰਨਾ ਸ਼ਕਤੀਸ਼ਾਲੀ ਰਾਜਾ ਸੀ ਨਾ, ਜਦੋਂ ਤੋਂ ਇਹ ਤੁਰਿਆ ਸੀਗਾ ਆਪਦੇ ਯੂਨਾਨ ਤੋਂ ਤੁਰਿਆ ਸੀਗਾ ਉਸ ਸਮੇਂ ਤੋਂ ਜੋ ਵੀ ਰਾਹ ਦੇ ਵਿੱਚ ਆਉਂਦਾ ਸੀ ਉਹਨੂੰ ਹੀ ਲੁੱਟ ਲੈਂਦਾ ਸੀ। ਇੰਨਾ ਲਾਲਚੀ ਤੇ ਸ਼ਕਤੀਸ਼ਾਲੀ ਰਾਜਾ ਸੀਗਾ ਤੇ ਇਹਦੇ ਕੋਲ ਮਤਲਬ ਕਿ ਹਰੇਕ ਰਾਜ ਭਾਗ ਲੁੱਟਦਾ ਆਪਦੇ ਰਾਜ ਦੇ ਵਿੱਚ ਮਿਲਾਉਂਦਾ ਫਿਰ ਇਹ ਜੋ ਵੀ ਰਸਤੇ 'ਚ ਮਿਲਿਆ ਉਹਨੂੰ ਲੁੱਟ ਲੈਣਾ, ਠੀਕ ਹੈ, ਇੱਦਾਂ ਕੰਮ ਕਰਦਾ ਸੀ। ਤੇ ਹਰੇਕ ਰਾਜਾ ਇਹਦੇ ਤੋਂ ਡਰਦਾ ਆਪ ਹੀ ਆਪਦੇ ਹਥਿਆਰ ਸੁੱਟ ਕੇ ਕਹਿੰਦਾ ਸੀ ਕਿ ਲੈ ਅਸੀਂ ਆਪ ਹੀ ਤੇਰਾ ਆਪਦਾ ਜੋ ਵੀ ਰਾਜ ਭਾਗ ਆ ਤੇਰੇ ਰਾਜ 'ਚ ਮਿਲਾ ਦਿੰਦੇ ਹਾਂ ਪਰ ਸਾਨੂੰ ਨਾ ਤੂੰ ਮਾਰੀ, ਠੀਕ ਹੈ। ਆਪ ਹੀ ਸੁੱਟ ਕੇ ਹਥਿਆਰ ਖੜੇ ਹੋ ਜਾਂਦਾ ਸੀ। ਪਰ ਜਦੋਂ ਪੋਰਸ ਦੇ ਨਾਲ ਆਇਆ ਤਾਂ ਪੋਰਸ ਨੇ ਕੀ ਕੀਤਾ, ਆਪਦੇ ਹਥਿਆਰ ਨਹੀਂ ਛੱਡੇ ਸੀਗੇ। ਜਦੋਂ ਸਿਕੰਦਰ ਦਾ ਸਾਹਮਣਾ ਪੋਰਸ ਦੇ ਨਾਲ ਹੋਇਆ ਤਾਂ ਪੋਰਸ ਨੂੰ ਉਹਨੇ ਅੱਗੋਂ ਸਿਕੰਦਰ ਨੇ ਪੁੱਛਿਆ ਕਿ ਮੇਰੇ ਸਾਹਮਣੇ ਤਾਂ ਸਾਰੇ ਰਾਜੇ ਆਪਦਾ ਹਥਿਆਰ ਸੁੱਟ ਦਿੰਦੇ ਆ ਤੇ ਤੂੰ ਕਿਉਂ ਨਹੀਂ ਸੁੱਟੇ, ਵੀ ਤੂੰ ਕਿਉਂ ਨਹੀਂ ਮੇਰੇ ਤੋਂ ਡਰਿਆ। ਉਹ ਕਹਿੰਦਾ ਇੱਕ ਰਾਜੇ ਦਾ ਕੰਮ ਆਪਦੀ ਪ੍ਰਜਾ ਦੀ ਰੱਖਿਆ ਕਰਨਾ। ਪੋਰਸ ਨੇ ਅੱਗੋਂ ਜਵਾਬ ਦਿੱਤਾ ਤੇ ਮੈਂ ਆਪਦੀ ਪ੍ਰਜਾ ਦੀ ਰੱਖਿਆ ਕੀਤੇ ਕਰੂੰਗਾ, ਮਰਦੇ ਦਮ ਤੱਕ ਕਰੂੰਗਾ। ਤੇ ਇੱਕ ਰਾਜੇ ਦਾ ਕੰਮ ਆ ਯੁੱਧ ਕਰਨਾ ਤੇ ਮੈਂ ਤੇਰੇ ਨਾਲ ਯੁੱਧ ਵੀ ਕਰੂੰਗਾ। ਮੈਨੂੰ ਪਤਾ ਵੀ ਮੈਂ ਹਾਰ ਜਾਣਾ ਪਰ ਫਿਰ ਵੀ ਮੈਂ ਤੇਰੇ ਨਾਲ ਯੁੱਧ ਕਰੂੰਗਾ। ਤੇ ਦੋਨਾਂ ਦੇ ਵਿਚਕਾਰ ਯੁੱਧ ਹੋਇਆ, ਪੋਰਸ ਹਾਰ ਗਿਆ। ਫਿਰ ਸਿਕੰਦਰ ਨੇ ਬੋਲਿਆ ਹੁਣ ਤੂੰ ਹੀ ਦੱਸ ਤੇਰੇ ਨਾਲ ਕੀ ਕੀਤਾ ਜਾਵੇ। ਤਾਂ ਪੋਰਸ ਨੇ ਅੱਗੋਂ ਜਵਾਬ ਦਿੱਤਾ ਕਿ ਉਹੀ ਕਰਨਾ ਚਾਹੀਦਾ ਤੈਨੂੰ ਜਿਹੜਾ ਇੱਕ ਰਾਜੇ ਨੂੰ ਰਾਜੇ ਨਾਲ ਕਰਨਾ ਚਾਹੀਦਾ। ਤੇ ਉਹ ਇੰਨਾ ਜ਼ਿਆਦਾ ਸਿਕੰਦਰ ਇੰਪ੍ਰੈਸ ਹੋਇਆ, ਉਹ ਜਿਹੜੇ ਉਹਨਾਂ ਨੇ ਇਲਾਕੇ ਜਿੱਤੇ ਸੀ ਉਹ ਵੀ ਪੰਜਾਬ ਦੇ ਵਿੱਚ ਮਿਲਾ ਕੇ ਉੱਥੋਂ ਵਾਪਸ ਚਲਿਆ ਗਿਆ ਤੇ ਉਹਨਾਂ ਦਾ ਰਾਜਪਾਲ ਬਣਾਤਾ ਉਹਨੇ ਰਾਜਾ ਪੋਰਸ ਨੂੰ, ਠੀਕ ਹੈ। ਇਹ ਕਹਾਣੀ ਸੀ ਇਹਨਾਂ ਦੀ। ਨੈਕਸਟ ਹੈ ਸਿੰਧ ਖੇਤਰ ਵਿੱਚ ਸਿਕੰਦਰ ਨੇ ਆਪਣਾ ਉੱਤਰਾਧਿਕਾਰੀ ਕਿਹਨੂੰ ਬਣਾਇਆ। ਹਾਂਜੀ ਸਿੰਧ ਖੇਤਰ ਦੇ ਵਿੱਚ ਫਿਰ ਉਹਨੇ ਆਪਣਾ ਉੱਤਰਾਧਿਕਾਰੀ ਬਣਾਇਆ ਪਾਇਥਨ ਨੂੰ। ਆਪਸ਼ਨ ਨੰਬਰ ਊੜਾ ਇੱਥੇ ਰਾਈਟ ਆਨਸਰ ਹੈ, ਠੀਕ ਹੈ। ਪਾਇਥਨ ਇੱਥੇ ਹੋੜਾ ਆਉਣਾ ਮਾਥੋਨ ਤੇ। ਨੈਕਸਟ ਪੰਜਾਬ ਤੇ ਸਿੰਧ ਦੇ ਯੂਨਾਨੀ ਸ਼ਾਸਕ ਇਊਡੈਮਸ ਤੇ ਪਾਇਥਨ ਕਦੋਂ ਵਾਪਸ ਯੂਨਾਨ ਮੁੜੇ। ਹਾਂਜੀ ਪੰਜਾਬ ਤੇ ਸਿੰਧ ਦੇ ਯੂਨਾਨੀ ਸ਼ਾਸਕ ਸੀਗੇ ਇਊਡੈਮਸ ਤੇ ਪਾਇਥਨ, ਇਹ ਕਦੋਂ ਵਾਪਸ ਯੂਨਾਨ ਚਲੇ ਗਏ ਸੀ 316 ਈਸਾ ਪੂਰਵ ਦੇ ਵਿੱਚ। ਹੁਣ ਇੱਥੇ 316 ਦੀ ਆਪਸ਼ਨ ਨਹੀਂ ਬਾਈ ਮਿਸਟੇਕ ਨਹੀਂ ਐਡ ਹੋਈ ਹੋਣੀ ਮੇਰੇ ਤੋਂ, 316 ਈਸਾ ਪੂਰਵ ਦੇ ਵਿੱਚ ਗਏ ਸੀ। ਨੈਕਸਟ ਹੈ ਕਿਹੜੇ ਮਹਾਮੰਤਰੀ ਨੇ ਚੰਦਰਗੁਪਤ ਮੌਰੀਆ ਦੀ ਮੌਰੀਆ ਸਾਮਰਾਜ ਦੀ ਸਥਾਪਤੀ ਵਿੱਚ ਸਹਾਇਤਾ ਕੀਤੀ ਸੀ। ਹਾਂਜੀ ਹੁਣ ਇੱਥੇ ਆ ਗਿਆ ਚੰਦਰਗੁਪਤ ਮੌਰੀਆ, ਤੁਹਾਨੂੰ ਬਹੁਤ ਮਤਲਬ ਕਿ ਇੰਪੋਰਟੈਂਟ ਹੈ ਤੁਹਾਡੇ ਲਈ
ਕਿਹੜੇ ਮਹਾਮੰਤਰੀ ਨੇ ਚੰਦਰਗੁਪਤ ਮੌਰੀਆ ਦੀ ਮੌਰੀਆ ਸਾਮਰਾਜ ਦੀ ਸਥਾਪਤੀ ਵਿੱਚ ਸਹਾਇਤਾ ਕੀਤੀ ਸੀ? ਕੌਟਲਿਆ ਨੇ ਕੀਤੀ ਸੀ। ਆਪਸ਼ਨ ਨੰਬਰ ਸੱਸਾ ਇੱਥੇ ਈਡੀ ਇੱਥੇ ਰਾਈਟ ਆਨਸਰ ਹੈ ਕੌਟਲਿਆ। ਕੌਟਲਿਆ ਨੂੰ ਨਾ ਆਪਾਂ ਚਾਣਕਿਆ ਵੀ ਬੋਲ ਦਿੰਦੇ ਆ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਅਰਥ ਸ਼ਾਸਤਰ ਤੁਹਾਨੂੰ ਆ ਸਕਦਾ, ਪ੍ਰਸਿੱਧ ਅਰਥ ਸ਼ਾਸਤਰ ਕਿਹਨਾਂ ਨੇ ਲਿਖਿਆ ਸੀ? ਕੌਟਲਿਆ ਨੇ ਲਿਖਿਆ ਸੀ। ਨੈਕਸਟ ਹੈ ਚੰਦਰਗੁਪਤ ਮੌਰੀਆ ਦੀ ਰਾਜਧਾਨੀ ਪਾਟਲੀਪੁੱਤਰ ਨੂੰ ਅੱਜ ਕੱਲ੍ਹ ਕੀ ਕਹਿੰਦੇ ਆ? ਹਾਂਜੀ, ਚੰਦਰਗੁਪਤ ਮੌਰੀਆ ਦੀ ਰਾਜਧਾਨੀ ਸੀਗੀ ਪਾਟਲੀਪੁੱਤਰ। ਇਸ ਨੂੰ ਅਸੀਂ ਕੀ ਬੋਲਦੇ ਆ? ਪਟਨਾ। ਪਟਨਾ ਕੀ ਆ? ਬਿਹਾਰ ਦੀ ਕੈਪੀਟਲ ਆ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਪੰਜਾਬ ਵਿੱਚ ਚੰਦਰਗੁਪਤ ਮੌਰੀਆ ਨੇ ਸਿਕੰਦਰ ਦੇ ਕਿਹੜੇ ਉੱਤਰਾਧਿਕਾਰੀ ਨੂੰ ਹਰਾਇਆ? ਹਾਂਜੀ, ਪੰਜਾਬ ਦੇ ਵਿੱਚ ਚੰਦਰਗੁਪਤ ਮੌਰੀਆ ਨੇ ਸਿਕੰਦਰ ਦੇ ਉੱਤਰਾਧਿਕਾਰੀ ਨੂੰ ਹਰਾਇਆ ਸੀ। ਤਾਂ ਕਿਹੜਾ ਸੀ ਸਿਕੰਦਰ ਦਾ ਉੱਤਰਾਧਿਕਾਰੀ ਪੰਜਾਬ ਦੇ ਵਿੱਚ? ਸਲਿਊਸਿਸ ਸੀਗਾ। ਆਪਸ਼ਨ ਨੰਬਰ ਈਡੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? ਹਾਂਜੀ, ਗਲਤ ਕਥਨ ਲੱਭਣਾ। ਉਹਨਾਂ ਨੇ ਲਿਖਿਆ ਅਸ਼ੋਕਾ ਮਹਾਨ ਮੌਰੀਆ ਬਾਦਸ਼ਾਹ ਦੀ ਮੌਤ 332 ਈਸਾ ਪੂਰਵ ਦੇ ਵਿੱਚ ਹੋਈ। ਇਹ ਗਲਤ ਆ ਜੀ। ਇੱਥੇ ਅਸ਼ੋਕਾ ਦੀ ਜਿਹੜੀ ਮੌਤ ਆ 332 ਈਸਾ ਪੂਰਵ ਦੇ ਵਿੱਚ ਨਹੀਂ ਹੋਈ ਸੀਗੀ। ਅਸ਼ੋਕਾ ਨੇ ਵੈਸੇ ਵੀ ਬੁੱਧ ਧਰਮ ਅਪਣਾ ਲਿਆ ਸੀਗਾ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਕਾਫੀ ਸਮਾਂ ਆਪਣਾ ਬੋਧੀ ਦੇ ਵਿੱਚ ਵੀ ਬਤੀਤ ਕੀਤਾ ਸੀਗਾ, ਬੋਧੀ ਬਣ ਕੇ ਮਤਲਬ ਬੁੱਧ ਧਰਮ ਅਪਣਾਇਆ ਸੀ। ਫਿਰ ਅਸ਼ੋਕ ਨੇ ਕਲਿੰਗਾ ਨੂੰ 261 BC ਵਿੱਚ ਜਿੱਤਿਆ, ਠੀਕ ਹੈ। ਇਹ ਫਿਰ ਜੀ ਸੁੰਗਾ ਸਲਤਨਤ ਦੀ ਨੀਂਹ ਪੂਸ਼ੀਆ ਮਿੱਤਰਾਂ ਨੇ ਰੱਖੀ ਸੀ, ਇਹ ਵੀ ਬਿਲਕੁਲ ਠੀਕ ਹੈ। ਚੰਦਰਗੁਪਤ ਨੇ ਉੱਤਰੀ ਭਾਰਤ ਦੇ ਇਲਾਕੇ ਜਿੱਤੇ ਸੀ, ਇਹ ਵੀ ਬਿਲਕੁਲ ਠੀਕ ਹੈ। ਮਤਲਬ ਆਪਸ਼ਨ ਊੜਾ ਹੀ ਗਲਤ ਆ। ਨੈਕਸਟ ਹੈ ਪੰਜਾਬ ਵਿੱਚ ਮੌਰੀਆ ਸਾਮਰਾਜ ਦੇ ਪਤਨ ਪਿੱਛੋਂ ਕਿਹੜੇ ਸਾਮਰਾਜ ਦਾ ਉਭਾਰ ਹੋਇਆ? ਹਾਂਜੀ, ਮੌਰੀਆ ਸਾਮਰਾਜ ਆ ਜਿਹੜਾ ਇਹ ਖਤਮ ਹੋ ਗਿਆ ਸੀਗਾ, ਤੇ ਇਸ ਤੋਂ ਮਗਰੋਂ ਕਿਹੜੇ ਸਾਮਰਾਜ ਦਾ ਉਭਾਰ ਹੋਇਆ ਸੀ? ਤਾਂ ਇਹ ਹੋਇਆ ਸੀ ਜੀ ਹਿੰਦ ਯੂਨਾਨ ਦਾ। ਅਸ਼ੋਕ ਤੋਂ ਮਗਰੋਂ ਮੌਰੀਆ ਵਾ ਜਿਹੜਾ ਇਹ ਖਤਮ ਹੋ ਗਿਆ ਸੀ। ਉਸ ਤੋਂ ਬਾਅਦ ਆ ਗਏ ਸੀਗੇ ਹਿੰਦ ਤੇ ਯੂਨਾਨ। ਆਪਸ਼ਨ ਆੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਪੰਜਾਬ ਵਿੱਚ ਕੁਸ਼ਾਣ ਸਾਮਰਾਜ ਦਾ ਆਗਮਨ ਕਦੋਂ ਹੋਇਆ? ਹਾਂਜੀ, ਫਿਰ ਆਇਆ ਸੀ ਕੁਸ਼ਾਣ ਵੰਸ਼। ਕੁਸ਼ਾਣ ਵੰਸ਼ ਕਦੋਂ ਆਇਆ ਸੀਗਾ? ਇਹ ਆਇਆ ਸੀ 1 ਸਦੀ ਈਸਵੀ ਦੇ ਵਿੱਚ। ਆਪਸ਼ਨ ਨੰਬਰ ਆੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਉਹ ਕਿਹੜਾ ਭਾਰਤੀ ਹਾਕਮ ਸੀ ਜਿਸ ਦੇ ਰਾਜ ਦੇ ਇਲਾਕੇ ਭਾਰਤ ਤੋਂ ਬਾਹਰ ਬਲਦੇ ਵੀ ਸਨ? ਹਾਂਜੀ, ਪਹਿਲੇ ਭਾਰਤੀ ਸੀਗੇ ਕਨਿਸ਼ਕ, ਜਿਨ੍ਹਾਂ ਦੇ ਰਾਜ ਦੇ ਇਲਾਕੇ ਭਾਰਤ ਤੋਂ ਬਾਹਰ ਵੀ ਸਨ। ਆਪਸ਼ਨ ਨੰਬਰ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਕਿਹੜੇ ਭਾਰਤੀ ਸਾਮਰਾਜ ਨੇ ਸਿੰਧ ਘਾਟੀ ਦੇ ਜ਼ਰੀਏ ਹਿੰਦ ਮਹਾਸਾਗਰ ਵਿਚਲੇ ਸਮੁੰਦਰੀ ਵਪਾਰ ਨੂੰ ਰੇਸ਼ਮ ਮਾਰਗ ਨਾਲ ਜੋੜਿਆ ਸੀ? ਹਾਂਜੀ, ਕੁਸ਼ਾਣ ਸਾਮਰਾਜ ਨੇ ਸਿੰਧ ਘਾਟੀ ਦੇ ਜ਼ਰੀਏ ਹਿੰਦ ਮਹਾਸਾਗਰ ਵਿਚਲੇ ਸਮੁੰਦਰੀ ਵਪਾਰ ਨੂੰ ਰੇਸ਼ਮ ਮਾਰਗ ਦੇ ਨਾਲ ਜੋੜਿਆ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਸਾਕਾ ਸਮੰਤ ਕਨਿਸ਼ਕ ਪਹਿਲੇ ਨੇ ਕਦੋਂ ਆਰੰਭ ਕੀਤਾ? ਹਾਂਜੀ, ਸਾਕਾ ਸਮੰਤ ਕਨਿਸ਼ਕਾ ਜਿਹੜਾ ਇਹ ਆਰੰਭ ਕੀਤਾ ਸੀ 78ਵੀਂ ਈਸਵੀ ਦੇ ਵਿੱਚ। ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਕੁਸ਼ਾਣ ਸਾਮਰਾਜ ਦੇ ਰਾਜਿਆਂ ਦਾ ਸੰਬੰਧ ਕਿਹੜੇ ਧਰਮ ਨਾਲ ਸੀ? ਕੁਸ਼ਾਣ ਸਾਮਰਾਜ ਦੇ ਰਾਜਿਆਂ ਦਾ ਸੰਬੰਧ ਬੁੱਧ ਧਰਮ ਨਾਲ ਸੀ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਇਸ ਤੋਂ ਇਲਾਵਾ ਮੈਂ ਬੁੱਧ ਧਰਮ ਤੇ ਵੀ ਅਲੱਗ ਵੀਡੀਓ ਬਣਾਈ ਹੋਈ ਹੈ, ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਸਰਚ ਕਰਨ ਤੋਂ ਬਾਅਦ ਉਹ ਦੇਖ ਸਕਦੇ ਹੋ। ਬੁੱਧ ਧਰਮ ਬਾਈ ਮੈਥ ਵਿਦ ਸੁਮਨਪ੍ਰੀਤ ਕੌਰ, ਠੀਕ ਹੈ। ਨੈਕਸਟ ਹੈ ਗੁਪਤ ਵੰਸ਼ ਦੀ ਸਥਾਪਨਾ ਪੰਜਾਬ ਵਿੱਚ ਕਦੋਂ ਹੋਈ? ਹਾਂਜੀ, ਗੁਪਤ ਰਾਜ ਦੀ ਸਥਾਪਨਾ ਪੰਜਾਬ ਦੇ ਵਿੱਚ 4 ਸਦੀ ਈਸਾ ਦੇ ਵਿੱਚ ਹੋਈ ਸੀ। ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਕਿਹੜੇ ਪ੍ਰਸਿੱਧ ਸਾਮਰਾਜ ਨੂੰ ਭਾਰਤ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ? ਵੈਰੀ ਇੰਪੋਰਟੈਂਟ। ਹਾਂਜੀ, ਗੁਪਤ ਕਾਲ ਨੂੰ ਭਾਰਤ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ। ਆਪਸ਼ਨ ਈਡੀ ਇੱਥੇ ਰਾਈਟ ਆਨਸਰ ਹੈ ਜੀ। ਨੈਕਸਟ ਹੈ ਆਰੀਆਭੱਟ ਅਤੇ ਬਾਰਾਹਿਮਿਰ ਦਾ ਸੰਬੰਧ ਕਿਹੜੇ ਸਾਮਰਾਜ ਕਾਲ ਨਾਲ ਸੀ? ਹਾਂਜੀ, ਆਰੀਆਭੱਟ ਅਤੇ ਬਾਰਾਹਿਮਿਰ ਦਾ ਸੰਬੰਧ ਆ ਜਿਹੜਾ ਇਹ ਗੁਪਤ ਕਾਲ ਦੇ ਨਾਲ ਸੀ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਗੁਪਤ ਕਾਲ ਵਿੱਚ ਕਿਹੜਾ ਪ੍ਰਸਿੱਧ ਵਿਦੇਸ਼ੀ ਸੈਲਾਨੀ ਭਾਰਤ ਆਇਆ? ਹਾਂਜੀ, ਗੁਪਤ ਕਾਲ ਦੇ ਵਿੱਚ ਵਿਦੇਸ਼ੀ ਸੈਲਾਨੀ ਭਾਰਤ ਆਇਆ ਸੀਗਾ ਫਾਹੀਜਾਨ। ਆਪਸ਼ਨ ਆੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਜੀ ਚੰਦਰਗੁਪਤ ਮੌਰੀਆ ਸਮੇਂ ਕਿਹੜਾ ਵਿਦੇਸ਼ੀ ਸੈਲਾਨੀ ਆਇਆ? ਹਾਂਜੀ, ਚੰਦਰਗੁਪਤ ਮੌਰੀਆ ਦੇ ਸਮੇਂ ਕੌਣ ਆਇਆ ਸੀਗਾ? ਮੈਗਸਥਨੀਜ਼, ਠੀਕ ਹੈ, ਮੈਗਸਥਨੀਜ਼। ਆਪਸ਼ਨ ਈਡੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਮਹਿਮੂਦ ਗਜ਼ਨਵੀ ਨਾਲ ਕਿਹੜਾ ਪ੍ਰਸਿੱਧ ਸੈਲਾਨੀ ਆਇਆ ਸੀ
ਜਿਸ ਨੇ ਉਸ ਦੇ ਬਾਰੇ ਲਿਖਿਆ। ਜਾਂ ਤੁਹਾਨੂੰ ਇਹ ਆ ਸਕਦਾ ਕਿ ਮਹਿਮੂਦ ਗਜ਼ਨਵੀ ਦੇ ਨਾਲ ਕਿਹੜੇ ਰਾਈਟਰ ਆਏ ਸੀ ਜਾਂ ਕਿਹੜੇ ਲਿਖਾਰੀ ਆਏ ਸੀ, ਤਾਂ ਇਹ ਆਏ ਸੀਗੇ ਐਲਬਰੂਨੀ। ਊੜਾ ਆਪਸ਼ਨ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਭਾਰਤ ਦੀ ਸਭ ਤੋਂ ਪੁਰਾਤਨ ਪ੍ਰਸਿੱਧ ਯੂਨੀਵਰਸਿਟੀ ਕਿਹੜੀ ਹੈ? ਵੈਰੀ ਇੰਪੋਰਟੈਂਟ। ਹਾਂਜੀ, ਭਾਰਤ ਦੀ ਸਭ ਤੋਂ ਪੁਰਾਤਨ ਪ੍ਰਸਿੱਧ ਯੂਨੀਵਰਸਿਟੀ ਆ ਨਾਲੰਦਾ ਯੂਨੀਵਰਸਿਟੀ। ਆਪਸ਼ਨ ਈਡੀ ਇੱਥੇ ਰਾਈਟ ਆਨਸਰ ਹੈ। ਨਾਲੰਦਾ ਦੀ ਵੀ ਇੱਥੇ ਸਪੈਲਿੰਗ ਮਿਸਟੇਕ ਆ ਜੀ, ਆਪਾਂ ਸਹੀ ਕਰ ਲੈਂਦੇ ਹਾਂ, ਨਾਲੰਦਾ, ਲੱਲੇ ਦੀ ਟਿੱਪੀ ਹੋਣੀ ਸੀ। ਨੈਕਸਟ ਹੈ ਹਾਂਜੀ, ਤੈਮੂਰਲਿੰਗ ਨੇ ਕਿਹੜੇ ਵਿਅਕਤੀ ਨੂੰ ਪੰਜਾਬ ਦਾ ਗਵਰਨਰ ਬਣਾਇਆ? ਤੈਮੂਰਲਿੰਗ ਨੇ ਖਿਜ਼ਰ ਖਾਨ ਨੂੰ ਪੰਜਾਬ ਦਾ ਗਵਰਨਰ ਬਣਾਇਆ ਸੀ। ਆਪਸ਼ਨ ਆੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਉੱਤਰੀ ਭਾਰਤ ਦਾ ਅਖੀਰਲਾ ਹਿੰਦੂ ਰਾਜਾ ਕੌਣ ਸੀ? ਹਾਂਜੀ, ਉੱਤਰੀ ਭਾਰਤ ਦਾ ਅਖੀਰਲਾ ਹਿੰਦੂ ਰਾਜਾ ਸੀ ਹਰਸ਼ਵਰਧਨ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਹਰਸ਼ਵਰਧਨ ਸਮੇਂ ਕਿਹੜਾ ਚੀਨੀ ਸੈਲਾਨੀ ਭਾਰਤ ਆਇਆ? ਹਰਸ਼ਵਰਧਨ ਦੇ ਸਮੇਂ ਚੀਨੀ ਸੈਲਾਨੀ ਭਾਰਤ ਆਇਆ ਸੀ ਹਿਊਨ-ਸਾਂਗ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਕਿਹੜੇ ਪਹਿਲੇ ਮੁਸਲਮਾਨ ਹਾਕਮ ਨੇ ਮੁਲਤਾਨ ਉੱਪਰ ਜਿੱਤ ਪ੍ਰਾਪਤ ਕੀਤੀ? ਹਾਂਜੀ, ਮੁਲਤਾਨ ਉੱਪਰ ਜਿੱਤ ਪ੍ਰਾਪਤ ਕੀਤੀ ਸੀ ਖਲੀਫਾ ਉਮੈਦ ਨੇ। ਆਪਸ਼ਨ ਈਡੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਅਰਬ ਫੌਜਾਂ ਨੂੰ ਗੁਜਰਾਤ ਵਿੱਚ ਚਾਲੁਕਿਆ ਵੰਸ਼ ਨੇ ਕਿਹੜੇ ਸਮਰਾਟ ਨੇ ਹਰਾਇਆ? ਅਰਬ ਫੌਜਾਂ ਨੂੰ ਗੁਜਰਾਤ ਵਿੱਚ ਚਾਲੁਕਿਆ ਵੰਸ਼ ਦੇ ਵਿਕਰਮਾਦਿੱਤ ਦੂਜਾ ਨੇ ਹਰਾਇਆ। ਆਪਸ਼ਨ ਨੰਬਰ ਊੜਾ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਮਹਿਮੂਦ ਗਜ਼ਨਵੀ ਨੇ ਭਾਰਤ ਉੱਪਰ ਕਿੰਨੇ ਹਮਲੇ ਕੀਤੇ? ਦੇਖੋ, ਇੱਕ ਨਾ ਅਹਿਮਦ ਸ਼ਾਹ ਅਬਦਾਲੀ ਤੇ ਇੱਕ ਮਹਿਮੂਦ ਗਜ਼ਨਵੀ, ਇਹ ਇੰਪੋਰਟੈਂਟ ਆ। ਮਹਿਮੂਦ ਗਜ਼ਨਵੀ ਨੇ 17 ਹਮਲੇ ਕੀਤੇ ਆ, ਅਹਿਮਦ ਸ਼ਾਹ ਅਬਦਾਲੀ ਨੇ 8 ਕੀਤੇ ਆ, ਦੋਨਾਂ 'ਤੇ ਧਿਆਨ ਦਿਓ। ਨੈਕਸਟ ਹੈ ਤਰਾਇਨ ਦੀ ਪਹਿਲੀ ਲੜਾਈ 1191 ਈਸਵੀ ਦੇ ਵਿੱਚ ਕਿੰਨਾ ਵਿਚਕਾਰ ਹੋਈ ਸੀ? ਤਰਾਇਨ ਦੀ ਪਹਿਲੀ ਲੜਾਈ 1191 ਨੂੰ ਹੋਈ। ਇਹ ਹੋਈ ਸੀ ਮੁਹੰਮਦ ਗੌਰੀ ਤੇ ਪ੍ਰਿਥਵੀ ਰਾਜ ਚੌਹਾਨ ਦੇ ਵਿਚਕਾਰ। ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੈ ਜੀ। ਨੈਕਸਟ ਹੈ ਕਿਹੜੇ ਸਨ ਵਿੱਚ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਨੂੰ ਹਰਾ ਕੇ ਪੰਜਾਬ ਤੇ ਦਿੱਲੀ ਉੱਪਰ ਅਧਿਕਾਰ ਪ੍ਰਾਪਤ ਕੀਤਾ? ਹਾਂਜੀ, ਮੁਹੰਮਦ ਗੌਰੀ ਨੇ 1192 ਈਸਵੀ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਪੰਜਾਬ ਤੇ ਦਿੱਲੀ ਦੇ ਉੱਪਰ ਆਪਣਾ ਅਧਿਕਾਰ ਅਜਮਾਇਆ। ਆਪਸ਼ਨ ਆੜਾ ਇੱਥੇ ਰਾਈਟ ਆਨਸਰ ਹੈ। ਹਾਂਜੀ, ਹੁਣ ਅਸੀਂ ਕਰਦੇ ਹਾਂ ਸਿੰਧ ਘਾਟੀ ਦੀ ਸੱਭਿਅਤਾ ਨਾਲ ਰਿਲੇਟਿਡ ਇੰਪੋਰਟੈਂਟ MCQ, ਬੌਧ ਧਰਮ ਅਤੇ ਜੈਨ ਧਰਮ ਦੇ ਨਾਲ ਰਿਲੇਟਿਡ MCQ ਕਰਦੇ ਹਾਂ ਕਵਰ। ਠੀਕ ਹੈ, ਤਾਂ ਸ਼ੁਰੂ ਕਰਦੇ ਹਾਂ ਜੀ ਆਪਾਂ। ਕੁਐਸਚਨ ਨੰਬਰ 1, ਸਿੰਧ ਘਾਟੀ ਦੀ ਸੱਭਿਅਤਾ ਦੀ ਖੋਜ ਕਦੋਂ ਕੀਤੀ ਗਈ ਸੀ? ਹਾਂਜੀ, ਸਿੰਧੂ ਘਾਟੀ ਦੀ ਸੱਭਿਅਤਾ ਦੀ ਖੋਜ 1921 ਦੇ ਵਿੱਚ ਕੀਤੀ ਗਈ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਦੇਖੋ, 1921 ਦੇ ਵਿੱਚ ਸਭ ਤੋਂ ਪਹਿਲਾ ਨਗਰ ਹੜੱਪਾ ਖੋਜਿਆ ਗਿਆ ਸੀ। ਹੜੱਪਾ ਰਾਵੀ ਨਦੀ ਦੇ ਕਿਨਾਰੇ ਸਥਿਤ ਆ ਤੇ ਉੱਥੇ ਇਹਦੀ ਖੋਜ ਕੀਤੀ ਸੀ ਡਾਕਟਰ ਦਿਆਰਾਮ ਸਾਹਣੀ ਨੇ। ਕੱਲਾ ਦਿਆਰਾਮ ਸਾਹਣੀ ਆ, ਡਾਕਟਰ ਗਲਤੀ ਨਾਲ ਬੋਲਿਆ ਗਿਆ, ਦਿਆਰਾਮ ਸਾਹਣੀ ਨੇ ਕੀਤੀ ਸੀ। ਠੀਕ ਹੈ, ਤੇ ਹੜੱਪਾ ਇੱਕ ਸ਼ਹਿਰੀ ਸੱਭਿਅਤਾ ਸੀ। ਪਹਿਲਾਂ ਜਿਹੜੀ ਹੜੱਪਾ ਵਾ ਸ਼ਹਿਰੀ ਸੱਭਿਅਤਾ ਸੀ ਤੇ ਪਹਿਲਾ ਨਗਰ ਹੋਣ ਕਰਕੇ ਸਿੰਧ ਘਾਟੀ ਦੀ ਸੱਭਿਅਤਾ ਨੂੰ ਹੜੱਪਾ ਸੱਭਿਅਤਾ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਵਾ। ਠੀਕ ਹੈ, ਤੇ ਮੈਂ ਜਿਵੇਂ ਹੀ ਤੁਹਾਨੂੰ ਦੱਸਿਆ ਕਿ ਹੜੱਪਾ ਇੱਕ ਸ਼ਹਿਰੀ ਸੱਭਿਅਤਾ ਤੇ ਇਹ ਪਹਿਲੀ ਸ਼ਹਿਰੀ ਕ੍ਰਾਂਤੀ ਦੇ ਵਜੋਂ ਵੀ ਜਾਣੀ ਜਾਂਦੀ ਆ। ਠੀਕ ਹੈ, ਪਹਿਲੀ ਸ਼ਹਿਰੀ ਕ੍ਰਾਂਤੀ ਦੇ ਵਜੋਂ ਵੀ ਜਾਣੀ ਜਾਂਦੀ ਆ ਸਿੰਧੂ ਘਾਟੀ ਦੀ ਸੱਭਿਅਤਾ। ਜਿਹੜਾ ਸਿੰਧੂ ਨਾਮ ਆ ਇਹ ਤਾਂ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਵਾ। ਯੂਨਾਨੀ ਭਾਸ਼ਾ ਤੋਂ ਲਿਆ ਗਿਆ, ਇੰਡਸ ਨਾਮ ਹੈ ਇਹਦਾ, ਇੰਡਸ ਨਾਮ। ਠੀਕ ਹੈ, ਜਿਹੜਾ ਯੂਨਾਨੀ ਤੋਂ ਲਿਆ ਗਿਆ ਵਾ, ਇਸ ਕਰਕੇ ਇਸ ਨੂੰ ਇੰਡਸ ਦੀ ਸੱਭਿਅਤਾ ਵੀ ਬੋਲਿਆ ਜਾਂਦਾ ਹੈ, ਇੰਡਸ ਘਾਟੀ ਸੱਭਿਅਤਾ। ਤੇ ਇਸ ਦੀ ਖੋਜ ਪਿੱਤਲ ਯੁੱਗ ਦੇ ਵਿੱਚ ਹੋਈ ਸੀ, ਇਸ ਕਰਕੇ ਇਸ ਨੂੰ ਪਿੱਤਲ ਯੁੱਗ ਦੀ ਸੱਭਿਅਤਾ ਵੀ ਬੋਲਿਆ ਜਾਂਦਾ। ਠੀਕ ਹੈ ਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਹੜੱਪਾ ਕਿਹੜੀ ਨਦੀ ਤੇ ਸਥਿਤ ਹੈ? ਹਾਂਜੀ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, ਹੜੱਪਾ ਰਾਵੀ ਨਦੀ ਤੇ ਸਥਿਤ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਜੇਕਰ ਅਸੀਂ ਗੱਲ ਕਰੀਏ ਰਾਵੀ ਦੀ, ਰਾਵੀ ਆ ਜਿਹੜਾ, ਇਹਦਾ ਪੁਰਾਣਾ ਨਾਮ ਕੀ ਆ? ਪਰੂਸਨੀ ਆ ਇਹਦਾ ਨਾਮ ਪੁਰਾਣਾ, ਕੀ ਆ? ਪਰੋਸਨੀ। ਤੇ ਚੇਨਾਬ ਦਾ ਪੁਰਾਣਾ ਨਾਮ ਕੀ ਆ? ਅਸਕਿਨੀ। ਵੇਦਾਂ ਦੇ ਵਿੱਚ ਇਹਨਾਂ ਨੂੰ ਇਹਨਾਂ ਨਾਮ ਨਾਲ ਜਾਣਿਆ ਜਾਂਦਾ ਸੀਗਾ ਤੇ ਆ ਵੀ ਸਕਦਾ ਤੁਹਾਨੂੰ। ਠੀਕ ਹੈ, ਚੇਨਾਬ ਦਾ ਪੁਰਾਣਾ ਨਾਮ ਕੀ ਆ? ਅਸਕਿਨੀ। ਤੇ ਇੰਡਸ, ਇੰਡਸ ਆ ਜਿਹੜਾ ਯੂਨਾਨੀ ਨੇਮ ਆ ਸਿੰਧੂ ਘਾਟੀ ਦੀ ਸੱਭਿਅਤਾ ਦਾ। ਠੀਕ ਹੈ, ਸਿੱਧੂ, ਇਸ ਦਾ ਮੀਨਿੰਗ ਕੀ ਆ? ਸਿੱਧੂ ਜਾਂ ਸਿੰਧੂ ਕਹਿ ਸਕਦੇ ਹਾਂ। ਠੀਕ ਹੈ, ਤੇ ਉਸ ਤੋਂ ਬਾਅਦ ਸਤਲੁਜ ਦਾ ਪੁਰਾਣਾ ਨਾਮ ਆ ਸਤਰੁਦੀ। ਠੀਕ ਹੈ ਜੀ, ਸਤਰੁਦੀ ਸਤਲੁਜ ਦਾ ਪੁਰਾਣਾ ਨਾਮ ਆ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਸਿੰਧੂ ਘਾਟੀ ਦੀ ਸੱਭਿਅਤਾ ਦਾ ਮਹਾਨ ਇਸ਼ਨਾਨ ਘਰ ਕਿੱਥੇ ਮਿਲਿਆ ਸੀ? ਹਾਂਜੀ, ਸਿੰਧੂ ਘਾਟੀ ਦੀ ਸੱਭਿਅਤਾ ਦਾ ਜਿਹੜਾ ਮਹਾਨ ਇਸ਼ਨਾਨ ਘਰ ਆ ਇਹ ਮਹਿੰਜੋਦੜੋ ਦੇ ਵਿੱਚ ਮਿਲਿਆ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਤੇ ਇਹਨੂੰ
ਕਈ ਇਸ ਨੂੰ ਮੋਹਨਜੋਦੜੋ ਬੋਲਦੇ ਆ, ਕੋਈ ਮਹਿੰਜੋਦੜੋ ਬੋਲਦਾ। ਠੀਕ ਹੈ ਜੀ, ਇਸ ਕਿਹਦੇ ਵਿੱਚੋਂ ਮਿਲਿਆ ਸੀ? ਮਹਿੰਜੋਦੜੋ ਦੇ ਵਿੱਚੋਂ ਮਿਲਿਆ ਸੀ। ਇਹ ਸਿੰਧ ਘਾਟੀ ਦੇ ਕਿਨਾਰੇ ਆ ਮਹਿੰਜੋਦੜੋ, ਇਹ ਵੀ ਸਿੰਧ ਘਾਟੀ ਦੇ ਕਿਨਾਰੇ ਆ। ਠੀਕ ਹੈ, ਤੇ ਇਸ ਦੀ ਖੋਜ 1922 ਦੇ ਵਿੱਚ ਹੋਈ ਸੀ ਤੇ ਇਸ ਨੂੰ ਮ੍ਰਿਤਕਾਂ ਦਾ ਟਿੱਲਾ ਵੀ ਬੋਲਿਆ ਜਾਂਦਾ। ਕੀ ਬੋਲਿਆ ਜਾਂਦਾ? ਮ੍ਰਿਤਕਾਂ ਦਾ ਟਿੱਲਾ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਦੀ ਸੱਭਿਅਤਾ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਮੇਨਲੀ ਜੋ ਪਹਿਲਾਂ, ਵੈਸੇ ਤਾਂ ਇਹਦੇ ਸਾਰੇ ਹੀ ਨਾਮ ਹੈ, ਇਹਨੂੰ ਹੜੱਪਾ ਸੱਭਿਅਤਾ ਵੀ ਕਿਹਾ ਜਾਂਦਾ, ਸ਼ਹਿਰੀ ਸੱਭਿਅਤਾ ਵੀ ਕਿਹਾ ਜਾਂਦਾ, ਕਾਂਸ਼ੀ ਵਾਲਾ ਯੁੱਗ ਵੀ ਕਿਹਾ ਜਾਂਦਾ ਵਾ। ਠੀਕ ਹੈ, ਇਹ ਸਾਰੇ ਹੀ ਨਾਮ ਆ। ਵੈਦਿਕ ਯੁੱਗ ਸੱਭਿਅਤਾ ਵੀ ਕਿਹਾ ਜਾਂਦਾ ਵਾ, ਪਰ ਇਸ ਦੇ ਵਿੱਚੋਂ ਮੇਨ ਕੀ ਆ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਨੂੰ PS ਟੈਟ ਦੇ ਐਗਜ਼ਾਮ ਦੇ ਵਿੱਚ ਅਕਸਰ ਇਸ ਤਰ੍ਹਾਂ ਆ ਜਾਂਦਾ ਕਿ ਸਾਰੇ ਹੀ MCQ ਦੇ ਵਿੱਚ ਜਿਹੜੇ ਸਾਰੇ ਹੀ ਆਨਸਰ ਆ ਉਹ ਸਹੀ ਹੁੰਦੇ ਆ। ਠੀਕ ਹੈ, ਤੇ ਸਾਨੂੰ ਨਹੀਂ ਪਤਾ ਲੱਗਦਾ ਕਿ ਹੁਣ ਅਸੀਂ ਇਹਦੀ ਕਿਹੜੀ ਆਪਸ਼ਨ ਸਹੀ ਲਗਾਈਏ, ਤਾਂ ਉਸ ਟਾਈਮ ਐਗਜ਼ਾਮੀਨਰ ਇਹ ਆਪਸ਼ਨ ਨੂੰ ਹੀ ਸਹੀ ਮੰਨਦਾ ਹੁੰਦਾ। ਤਾਂ ਮੈਂ ਤੁਹਾਨੂੰ ਬੋਲਦੀ ਹਾਂ ਕਿ ਜਦੋਂ ਵੀ ਅਸੀਂ ਇਹਦੇ ਮਗਰ ਵੀ ਇੱਕ ਲੌਜਿਕ ਹੁੰਦਾ, ਜਿਵੇਂ ਹੁਣ ਆਪਾਂ ਦੇਖੋ ਗੱਲ ਕੀਤੀ ਆ ਸਿੰਧ ਘਾਟੀ ਦੀ ਸੱਭਿਅਤਾ ਨੂੰ ਕੀ ਕਿਹਾ ਜਾਂਦਾ। ਦੇਖੋ ਸਿੰਧ ਘਾਟੀ ਦੀ ਸੱਭਿਅਤਾ ਦੇ ਵੈਸੇ ਤਾਂ ਇਹ ਸਾਰੇ ਹੀ ਨਾਮ ਆ, ਸਾਰੇ ਹੀ ਬੋਲ ਦਿੱਤਾ ਜਾਂਦਾ ਇਹਨਾਂ ਨੂੰ, ਪਰ ਮੇਨਲੀ ਮੈਂ ਤੁਹਾਨੂੰ ਕਿਹਾ ਕਿ ਇਹਦਾ ਪਹਿਲਾ ਨਗਰ ਕਿਹੜਾ ਸੀਗਾ? ਹੜੱਪਾ। ਤੇ ਹੜੱਪਾ ਕਿਹਦੇ ਨਾਲ ਸੰਬੰਧਿਤ ਸੀਗੀ? ਸ਼ਹਿਰੀ ਸੱਭਿਅਤਾ ਸੀ ਉਹ, ਤੇ ਇਸ ਕਰਕੇ ਮੇਨਲੀ ਇਹ ਸ਼ਹਿਰਾਂ ਦੇ ਲਈ ਮਸ਼ਹੂਰ ਸੀ, ਜਿਸ ਨੂੰ ਅਸੀਂ ਸ਼ਹਿਰੀ ਕ੍ਰਾਂਤੀ ਵੀ ਬੋਲ ਦਿੰਦੇ ਆ। ਤਾਂ ਰਾਈਟ ਆਨਸਰ ਹੈ ਆਪਸ਼ਨ ਇਸ ਦੀ ਏ, ਸ਼ਹਿਰੀ ਸੱਭਿਅਤਾ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਹਮੇਸ਼ਾ ਹੀ ਜਦੋਂ ਤੁਹਾਡੇ ਕੋਲੇ 2-3 ਆਪਸ਼ਨਾਂ ਹੋਣ ਜਿਹੜੇ ਕਿ ਸਹੀ ਹੋਣ ਤੇ ਸਾਨੂੰ ਨਹੀਂ ਪਤਾ ਲੱਗਦਾ ਕਿ ਕਿਹੜੀ ਆਪਸ਼ਨ ਸਹੀ ਲਗਾਈਏ, ਤਾਂ ਉੱਥੇ ਤੁਸੀਂ ਪਹਿਲੀ ਆਪਸ਼ਨ ਹੀ ਸਹੀ ਲਗਾਓਗੇ, ਫਿਰ ਹੀ ਤੁਹਾਡਾ ਰਾਈਟ ਮੰਨਿਆ ਜਾਂਦਾ, ਕਿਉਂਕਿ ਐਗਜ਼ਾਮੀਨਰ ਇਸੇ ਹਿਸਾਬ ਨਾਲ ਪਾਉਂਦੇ ਆ। ਅਗਲਾ ਪ੍ਰਸ਼ਨ ਆ, ਮਹਿੰਜੋਦੜੋ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ? ਹਾਂਜੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਮਹਿੰਜੋਦੜੋ ਕਿਸ ਦੇ ਕਿਨਾਰੇ ਸਥਿਤ ਆ? ਸਿੰਧ ਦੇ ਸਥਿਤ ਆ, ਸਿੰਧ ਨਦੀ ਦੇ ਕਿਨਾਰੇ ਸਥਿਤ ਆ। ਤੇ ਸਿੰਧ ਦਾ ਯੂਨਾਨੀ ਨਾਮ ਕੀ ਆ? ਇੰਡਸ। ਤਾਂ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ। ਠੀਕ ਹੈ ਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਹਾਂਜੀ, ਦਾ ਡੌਕਯਾਰਡ, ਇਹਦਾ ਮੀਨਿੰਗ ਕੀ ਹੁੰਦਾ ਵਾ? ਡੌਕਯਾਰਡ ਕਿਹਨੂੰ ਬੋਲਦੇ ਆ? ਬੰਦਰਗਾਹ ਨੂੰ ਬੋਲਦੇ ਆ। ਠੀਕ ਹੈ, ਜਿਹੜੀ ਕਹਿੰਦਾ ਡੰਕਯਾਰਡ, ਕਈ ਡੰਕਾਰਡ ਵੀ ਬੋਲ ਦਿੰਦੇ ਆ, ਵੈਸੇ ਡੌਕਯਾਰਡ ਆ। ਡੰਕਾਰਡ ਕਿੱਥੇ ਪਾਇਆ ਗਿਆ? ਹਾਂਜੀ, ਡੰਕਾਰਡ ਆ ਜਿਹੜਾ ਇਹ ਕਿੱਥੇ ਪਾਇਆ ਗਿਆ ਸੀ? ਲੋਥਲ ਦੇ ਵਿੱਚ। ਆਪਸ਼ਨ ਨੰਬਰ D ਇਜ਼ ਦਾ ਰਾਈਟ ਆਨਸਰ। ਬੰਦਰਗਾਹ ਸਾਨੂੰ ਲੋਥਲ ਦੇ ਵਿੱਚ ਮਿਲੀ ਸੀ, ਤੇ ਲੋਥਲ ਨੂੰ ਪੱਤਨ ਨਗਰ ਦੇ ਨਾਮ ਨਾਲ ਵੀ ਬੋਲਿਆ ਜਾਂਦਾ। ਇਹ ਕਿੱਥੇ ਪੈਂਦਾ ਵਾ? ਇਹ ਗੁਜਰਾਤ ਦੇ ਵਿੱਚ ਪੈਂਦਾ ਵਾ। ਤੇ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ? ਭੋਗਵਾ ਨਦੀ ਦੇ ਕਿਨਾਰੇ ਸਥਿਤ ਆ। ਠੀਕ ਹੈ, ਦੇਖੋ ਸਿੰਧ ਘਾਟੀ ਦੇ ਵਿੱਚ ਜਿਹੜੇ ਜਹਾਜ਼, ਕਿਸ਼ਤੀਆਂ ਵਗੈਰਾ ਦੇ ਸਬੂਤ ਮਿਲੇ ਸੀ ਉਹ ਸਾਨੂੰ ਇੱਥੋਂ ਹੀ ਮਿਲੇ ਸੀ, ਲੋਥਲ ਦੇ ਵਿੱਚੋਂ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕਾਂ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਧਾਤ ਅਣਜਾਣ ਸੀ? ਹਾਂਜੀ, ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕ ਆ ਜਿਹੜੇ, ਉਹ ਇਹਨਾਂ ਵਿੱਚੋਂ ਕਿਹੜੀ ਧਾਤ ਨੂੰ ਨਹੀਂ ਜਾਣਦੇ ਸੀ? ਉਹ ਨਹੀਂ ਜਾਣਦੇ ਸੀਗੇ, ਦੇਖੋ ਕਾਪਰ ਨੂੰ ਵੀ ਜਾਣਦੇ ਸੀਗੇ। ਠੀਕ ਹੈ, ਇਸ ਤੋਂ ਇਲਾਵਾ ਉਹ ਗੋਲਡ ਨੂੰ ਵੀ ਜਾਣਦੇ ਸੀ, ਸਿਲਵਰ ਨੂੰ ਵੀ ਜਾਣਦੇ ਸੀ, ਪਰ ਉਹ ਕਿਹਨੂੰ ਨਹੀਂ ਜਾਣਦੇ ਸੀ? ਉਹ ਆਇਰਨ ਨੂੰ ਨਹੀਂ ਜਾਣਦੇ ਸੀ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਉਹ ਲੋਹੇ ਬਾਰੇ ਨਹੀਂ ਜਾਣਦੇ ਸੀ। ਲੋਹੇ ਦੀ ਖੋਜ ਆ ਜਿਹੜੀ ਇਹ ਉੱਤਰ ਵੈਦਿਕ ਕਾਲ ਦੇ ਵਿੱਚ ਹੋਈ ਸੀ, ਤੇ ਲੋਹੇ ਦੀ ਖੋਜ ਹੋਈ ਕਿੱਥੇ ਸੀ? ਕਿੱਥੇ ਖੋਜਿਆ ਗਿਆ ਸੀ ਲੋਹੇ ਨੂੰ? ਅੰਤਰਜੀ ਖੇੜਾ ਦੇ ਵਿੱਚ ਖੋਜਿਆ ਗਿਆ ਸੀ। ਅੰਤਰਜੀ ਖੇੜਾ, ਤੇ ਕਿੱਥੇ ਆ? ਇਹ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ ਵਾ। ਠੀਕ ਹੈ ਜੀ, ਤੇ ਇੱਥੇ ਜਿਹੜਾ ਲੋਹਾ ਮਿਲਿਆ ਸੀ ਉਸ ਨੂੰ 800 ਸਾਨੂੰ 800 BC ਪੁਰਾਣਾ ਲੋਹਾ ਮਿਲਿਆ ਸੀ। ਠੀਕ ਹੈ ਜੀ, ਇਸ ਗੱਲ ਦਾ ਧਿਆਨ ਰੱਖਣਾ। ਅਗਲਾ ਪ੍ਰਸ਼ਨ ਆ, ਸਿੰਧ ਘਾਟੀ ਵਿੱਚ ਕਿਹੜਾ ਜਾਨਵਰ ਅਣਜਾਣ ਸੀ? ਹਾਂਜੀ, ਜਿਹੜੇ ਸਿੰਧੂ ਸੱਭਿਅਤਾ ਦੇ ਲੋਕ ਸੀਗੇ ਉਹ ਕਿਸ ਜਾਨਵਰ ਤੋਂ ਅਣਜਾਣ ਸੀ? ਹਾਥੀ ਤੋਂ ਅਣਜਾਣ ਸੀ, ਜਾਂ ਚੀਤੇ ਤੋਂ ਅਣਜਾਣ ਸੀ, ਜਾਂ ਇੱਕ ਸਿੰਗ ਵਾਲੇ ਗੈਂਡੇ ਤੋਂ ਅਣਜਾਣ ਸੀ, ਜਾਂ ਸ਼ੇਰ ਤੋਂ? ਤਾਂ ਜਿਹੜੇ ਸਿੰਧ ਘਾਟੀ ਦੇ ਲੋਕ ਸੀ ਉਹ ਸ਼ੇਰ ਨੂੰ ਨਹੀਂ ਜਾਣਦੇ ਸੀ। ਆਪਸ਼ਨ ਨੰਬਰ D ਇਜ਼ ਦਾ ਰਾਈਟ ਆਨਸਰ। ਉਸ ਸਮੇਂ ਜਿਹੜੀਆਂ ਮਤਲਬ ਕਿ ਇਹਨਾਂ ਦੀ ਖੋਜ ਕਿਵੇਂ ਕੀਤੀ ਗਈ ਸੀਗੀ? ਜਦੋਂ ਸਿੰਧ ਘਾਟੀ ਸੱਭਿਅਤਾ ਦੀ ਖੋਜ ਹੋਈ ਸੀ, ਕੁਝ ਸਾਨੂੰ ਪੁਰਾਣੀਆਂ ਮੂਰਤਾਂ ਮਿਲੀਆਂ ਸੀ, ਪੁਰਾਣੇ ਸਮਾਨ ਤੋਂ ਹੀ ਅਸੀਂ ਕਹਿ ਸਕਦੇ ਹਾਂ ਅੰਦਾਜ਼ਾ ਲਗਾਇਆ ਜਾਂਦਾ ਸੀ। ਠੀਕ ਹੈ, ਉਸ ਸਮੇਂ ਉਹ ਲੋਕ ਸ਼ੇਰ ਨੂੰ ਨਹੀਂ ਜਾਣਦੇ ਸੀ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਨਾਲ ਵਪਾਰਕ ਸੰਬੰਧ ਸਨ? ਹਾਂਜੀ, ਸਿੰਧ ਘਾਟੀ ਸੱਭਿਅਤਾ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਵਪਾਰਕ ਨਾਲ ਕਿਹੜੀ ਸੱਭਿਅਤਾ ਹੋਰ ਸੰਬੰਧ ਰੱਖਦੀ ਸੀ? ਦੇਖੋ, ਜੇਕਰ ਅਸੀਂ ਗੱਲ ਕਰੀਏ ਚਾਈਨਾ ਦੀ ਸੱਭਿਅਤਾ, ਠੀਕ ਹੈ, ਚਾਈਨਾ ਦੀ ਸੱਭਿਅਤਾ ਵਾ ਜਿਹੜੀ ਇਹ ਪਹਿਲਾਂ ਅਸੀਂ ਆਪਣੇ ਮੇਨ MCQ ਦੀ ਗੱਲ ਕਰਦੇ ਹਾਂ ਕਿ ਸਿੰਧ ਘਾਟੀ ਸੱਭਿਅਤਾ ਤੇ ਲੋਕਾਂ ਨਾਲ ਵਪਾਰਕ ਸੰਬੰਧ ਕਿਹਨਾਂ ਨਾਲ ਸੀਗੇ? ਮੈਸੋਪੋਟਾਮੀਆ ਸੱਭਿਅਤਾ ਦੇ ਨਾਲ ਸੀ। ਮੈਸੋਪੋਟਾਮੀਆ ਸੱਭਿਅਤਾ ਦੇ ਨਾਲ ਇਹ ਲੋਕ ਵਪਾਰ ਕਰਦੇ ਸੀ। ਆਪਸ਼ਨ ਨੰਬਰ
सी इज़ द राइट आंसर। देखो ये जिहड़ा शहर आ जां कह सकते हैं जिहड़ी सभ्यता वा ये दजला फरात नदी के आस पास फैली हुई आ ते जिहड़ी चीन की सभ्यता वा ये हवागवे नदी के आस पास फैली हुई आ। ठीक है, अगला प्रश्न असी करते हैं, सिंध घाटी की सभ्यता विच आवाजाई लई इन्हां विचों किस दी वरतों कीती जांदी सी। हाँ जी, आवाजाई दे लई एक जगह तो दूजी जगह ते जाण दे लई इन्हां दे विचों किस दी वरतों कीती जांदी सी सिंध घाटी की सभ्यता दे विच। तो उस समय जहाज़ां दी वरतों कीती जांदी सी, वेल गड्डियां दी भी वरतों कीती जांदी सी, किश्तियां दी भी वरतों कीती जांदी सी। तो ऑप्शन नंबर डी इज़ द राइट आंसर कि उपरोक्त सारे ही जानी कि जहाज़ां वेल गड्डियां ते किश्तियां दी आवाजाई लई वरतों कीती जांदी सी सिंधु घाटी की सभ्यता दे विच। ठीक है जी, अगला प्रश्न, किस पुरातत्व विज्ञानी ने हड़प्पा विखे खुदाई की निगरानी की। हाँ जी, हड़प्पा की निगरानी, हड़प्पा विखे खुदाई की निगरानी जां हड़प्पा की खोज किसने की सी? दयाराम साहनी ने की सी। ऑप्शन नंबर ए इज़ द राइट आंसर। कदों की सी? 1921 दे विच कीती सी। 1921 विच इन्हां ने हड़प्पा सभ्यता का पहला नगर खोजिया सी। हड़प्पा सिंध घाटी सभ्यता का पहला नगर खोजिया सी हड़प्पा, ते इत्थे इसे नगर उपर इसका नाम हड़प्पा सभ्यता पिया सी। ठीक है जी, अगला प्रश्न, हड़प्पा अते मोहनजोदड़ो दियां ਥਾਵਾਂ कित्थे मिलदियां हन। हाँ जी, हड़प्पा ते मोहनजोदड़ो की जे असीं गल करिए इन्हां दोनों नूं सकियां भैणां भी बोलिया जांदा, सॉरी जुड़वा भैणां भी बोलिया जांदा, ट्विंस सिस्टर भी बोलिया जांदा, जुड़वा राजधानियां भी बोलिया जांदा। ठीक है, दोनों नूं ध्यान च रखना। हड़प्पा अते मोहनजोदड़ो दियां थावां कित्थे मिलदियां सन, ठीक है, जां कित्थे मिलियां हन। तो इसका राइट आंसर है जी ऑप्शन नंबर सी पाकिस्तान विच। देखो जेकर असीं गल करिए अफगानिस्तान की, अफगानिस्तान बारे तुसीं बहुत सुनिया होना, इत्थे सिर्फ तो सिर्फ दो ही थावां सी, किहड़ियां-किहड़ियां? सूतरगोई अते मुंडीगाक। पर पाकिस्तान दे विच हड़प्पा ते मोहनजोदड़ो दियां थावां कित्थे मिलियां? पाकिस्तान दे विच मिलियां। अगला प्रश्न, सिंधु घाटी का सब तो वड्डा स्थान है। हाँ जी, हुणे इस तरह का मतलब की आ, इत्थे मैंशन नहीं किया कि कित्थे आ, पाकिस्तान चा जां भारत बारे पूछ रहे आ। तो जेकर मैंशन नहीं गा तो असीं भारत बारे ही दसांगे। सिंधु घाटी सभ्यता का सब तो वड्डा स्थान भारत की जे गल करिए इस समय एट प्रेजेंट, ठीक है, वर्तमान समय विच सिंधु घाटी का सब तो वड्डा स्थान आ भारत दे विच राखीगढ़ी। ऑप्शन नंबर सी इज़ द राइट आंसर। देखो एक नगर आ मोहनजोदड़ो, ये नगर ओवरऑल सिंध घाटी की सभ्यता का सब तो वड्डा नगर आ, पर यह पाकिस्तान चा। ठीक है, जे सानू पाकिस्तान दे विच पुछ लैण जां ओवरऑल पुछ लैण तां इहदा राइट असीं लावांगे आंसर मोहनजोदड़ो। ठीक है, हुण पर एट प्रेजेंट जे असीं गल करिए भारत दे विच तां सिंधु घाटी की सभ्यता का सब तो वड्डा स्थान आ राखीगढ़ी। अगला प्रश्न, मोहनजोदड़ो की खोज किसने की? हाँ जी, कोई मोहनजोदड़ो भी बोल देंदे आ, कई मोहनजोदड़ो बोल देंदे आ। ठीक है, किसी बुक्स दे विच तुहानूं मोहनजोदड़ो लिखिया मिलेगा। तो मोहनजोदड़ो की जिहड़ी खोज आ वो किसने की सी? ये कीती सी RD बैनर्जी ने, जिन्हां दा पूरा नाम जे असीं देखीए तो की आ? राखल दास बैनर्जी। ऑप्शन नंबर ए इज़ द राइट आंसर। मोहनजोदड़ो की खोज किसने की सी? RD बैनर्जी ने, ये तुसीं याद रखना। ठीक है जी, हुण असीं गल करते हैं जिवें मैं तुहानूं पहलां भी दस्सिया कि मोहनजोदड़ो अते हड़प्पा सभ्यता, ठीक है, इन्हां दोवां नूं जुड़वियां भैणां बोलिया जांदा जां ट्विंस सिस्टर जां जुड़वा राजधानियां बोलिया जांदा। ते इह नाम इन्हां नूं दित्ते किहने सी? ये नाम दित्ते सी इन्हां नूं स्टुअर्ट पिगट ने दित्ते सी, स्टुअर्ट पिगट ने। ठीक है जी, अगला प्रश्न, नचदी कुड़ी दा चित्र किहड़ी सभ्यता विच मिलिया सी? हाँ जी, नचदी कुड़ी का चित्र आ जिहड़ा सानू किहड़ी सभ्यता दे विच मिलिया सी? मोहनजोदड़ो दे विच मिलिया सी, मोहनजोदड़ो दे विच। ठीक है, ऑप्शन नंबर सी इज़ द राइट आंसर। मोहनजोदड़ो भी बोल दिंदे आ, जिवें कि मैं तुहानूं पहलां दस्सिया। नचदी कुड़ी का चित्र आ जिहड़ा इह जानी कि कह सकते हैं मूर्ति मिली सी मोहनजोदड़ो दे विच मिली सी, ते कादी बनी हुई सी? कांशी दी बनी हुई सी। कांशी दी जे असीं गल करिए तां कांशी किहदे तो मिल के बनदी आ? तांबा ते टीन तो मिल के बनती है। किहदे तो? तांबा अते टीन तो मिल के। ठीक है, पर इस दे नाल ही हुंदा पित्तल भी सेम ही इहदे वर्गा, पर पित्तल आ जिहड़ा वो तांबा तो हुंदा ही आ उहदे विच, ठीक है, तांबा तो भी बनदा वा, पर उहदे विच जिस्त हुंदी आ, वो तांबा ते जिस्त तो मिल के बनदा। कांसी तांबा ते टीन तो मिल के बनदी है। ठीक है, इस गल का ध्यान रखना। अगला प्रश्न असीं करते हैं, सिंधु घाटी की सभ्यता विच पशुपति
ਸੀਲ ਹੇਠ ਲਿਖੇ ਜਾਨਵਰਾਂ ਵਿੱਚੋਂ ਕਿਸ ਨਾਲ ਹੋਈ ਸੀ। ਹਾਂਜੀ, ਜੇਕਰ ਅਸੀਂ ਗੱਲ ਕਰੀਏ ਜਿਹੜੀ ਪਸ਼ੂਪਤੀ ਆ ਉਹਨੂੰ ਸ਼ਿਵ ਦੀ ਮੂਰਤੀ ਵੀ ਬੋਲ ਦਿੱਤਾ ਜਾਂਦਾ ਵਾ ਸੱਭਿਅਤਾ ਦੇ ਵਿੱਚ। ਠੀਕ ਹੈ, ਸ਼ਿਵ ਦੀ ਮੂਰਤੀ ਮਿਲੀ ਸੀਗੀ ਇੱਕ ਜਦੋਂ ਸਿੰਧ ਘਾਟੀ ਦੀ ਸੱਭਿਅਤਾ ਦੀਆਂ ਖੋਜਾਂ ਹੋ ਰਹੀਆਂ ਸੀਗੀਆਂ। ਇੱਕ ਸ਼ਿਵ ਦੀ ਮੋਹਰ ਮਿਲੀ ਸੀਗੀ ਜਿਸ ਦੇ ਆਸ-ਪਾਸ ਜਾਨਵਰ ਬਣੇ ਹੋਏ ਸੀਗੇ, ਤੇ ਉਹ ਕਿਹੜੇ-ਕਿਹੜੇ ਜਾਨਵਰ ਬਣੇ ਹੋਏ ਸੀ। ਹਾਥੀ ਬਣਿਆ ਹੋਇਆ ਸੀ, ਠੀਕ ਹੈ, ਚੀਤਾ ਵੀ ਬਣਿਆ ਹੋਇਆ ਸੀ, ਇੱਕ ਸਿੰਗ ਵਾਲਾ ਗੈਂਡਾ ਵੀ ਬਣਿਆ ਹੋਇਆ ਸੀ, ਹਿਰਨ ਵੀ ਬਣਿਆ ਹੋਇਆ ਸੀ। ਠੀਕ ਹੈ, ਤਾਂ ਰਾਈਟ ਆਨਸਰ ਹੈ ਇਸ ਦਾ all of the above, ਕਿ ਇਹ ਸਾਰੇ ਹੀ ਬਣੇ ਹੋਏ ਸੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਸਿੰਧ ਘਾਟੀ ਦੀ ਸੱਭਿਅਤਾ ਦੇ ਹੇਠਲੇ ਸਥਾਨਾਂ ਵਿੱਚੋਂ ਕਿਸ ਸਥਾਨ ਵਿੱਚ ਇੱਕ ਦਾੜੀ ਵਾਲੇ ਵਿਅਕਤੀ ਦੀ ਮੂਰਤੀ ਬਣੀ ਹੋਈ ਸੀ। ਦੇਖੋ ਤੁਸੀਂ ਦੇਖੀਆਂ ਹੋਣੀਆਂ ਬੁੱਕਸ ਦੇ ਵਿੱਚ, ਜਦੋਂ ਤੁਸੀਂ ਅਕਸਰ ਬੁੱਕਸ ਪੜ੍ਹੀਆਂ ਹੋਣੀਆਂ, ਠੀਕ ਹੈ, ਹਿਸਟਰੀ ਦੀਆਂ, ਤਾਂ ਉਹਦੇ ਵਿੱਚ ਕੀ ਆ ਕਿ ਇੱਕ ਬਾਬੇ ਦੀ ਮੂਰਤੀ ਬਣਾ ਕੇ ਉਹਦੇ ਇੱਦਾਂ ਦਾੜੀ ਲਗਾਈ ਹੋਈ ਸੀ, ਇਸ ਤਰ੍ਹਾਂ ਦਾੜੀ ਦੀਆਂ ਲਾਈਨਾਂ ਜੀਆਂ ਸੀ ਮੂਰਤੀ ਤੇ। ਤਾਂ ਸਿੰਧ ਘਾਟੀ ਦੀ ਸੱਭਿਅਤਾ ਦੇ ਹੇਠਲੇ ਸਥਾਨਾਂ ਵਿੱਚੋਂ ਕਿਸ ਸਥਾਨ ਦੇ ਵਿੱਚ ਇੱਕ ਦਾੜੀ ਵਾਲੇ ਵਿਅਕਤੀ ਦੀ ਮੂਰਤੀ ਮਿਲੀ ਸੀ। ਕਿਹੜੇ ਸਥਾਨ ਤੇ ਮਿਲੀ ਸੀ? ਮੋਹਨਜੋਦੜੋ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਮੋਹਨਜੋਦੜੋ ਵਿਖੇ ਇੱਕ ਨੱਚਦੀ ਹੋਈ ਕੁੜੀ ਦੀ ਮੂਰਤੀ ਕਿਸ ਦੀ ਬਣੀ ਹੋਈ ਸੀ। ਹਾਂਜੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਮੋਹਨਜੋਦੜੋ ਦੇ ਵਿੱਚ ਇੱਕ ਨੱਚਦੀ ਹੋਈ ਕੁੜੀ ਦੀ ਮੂਰਤੀ ਮਿਲੀ ਸੀ। ਉਹ ਕਾਹਦੀ ਬਣੀ ਹੋਈ ਸੀ? ਕਾਂਸੀ ਦੀ ਬਣੀ ਹੋਈ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਕਾਂਸੀ, ਬ੍ਰਾਊਨਜ਼ ਦੀ ਬਣੀ ਹੋਈ ਸੀ। ਠੀਕ ਹੈ, ਤੇ ਇਹ ਜਿਹੜੀ ਮੂਰਤੀ ਆ, ਇਹ ਜਿਹੜੇ ਪ੍ਰੋਸੈਸ ਨਾਲ ਬਣਾਈ ਗਈ ਸੀ, ਇਸ ਪ੍ਰੋਸੈਸ ਨੂੰ ਕੀ ਬੋਲਦੇ ਆ? ਲੋਸਟ ਵੈਕਸ ਪ੍ਰੋਸੈਸ ਬੋਲਦੇ ਆ। ਠੀਕ ਹੈ ਜੀ, ਕੀ ਬੋਲਦੇ ਆ? ਲੋਸਟ ਵੈਕਸ ਪ੍ਰੋਸੈਸ ਬੋਲਦੇ ਆ। ਅਤੇ ਵਰਤਮਾਨ ਸਮੇਂ ਦੇ ਵਿੱਚ ਇਹ ਮੂਰਤੀ ਕਿੱਥੇ ਪਈ ਆ? ਇਹ ਮੂਰਤੀ ਵਰਤਮਾਨ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਨੈਸ਼ਨਲ ਮਿਊਜ਼ੀਅਮ ਦੇ ਵਿੱਚ ਪਈ ਆ। ਠੀਕ ਹੈ ਜੀ, ਮੋਹਨਜੋਦੜੋ ਇੱਕ ਨੱਚਦੀ ਹੋਈ ਕੁੜੀ ਦੀ ਜਿਹੜੀ ਮੂਰਤੀ ਮਿਲੀ ਸੀਗੀ, ਇਹ ਹੁਣ ਐਟ ਪ੍ਰੈਜ਼ੈਂਟ ਦਿੱਲੀ ਦੇ ਵਿੱਚ ਨੈਸ਼ਨਲ ਮਿਊਜ਼ੀਅਮ ਦੇ ਵਿੱਚ ਪਈ ਆ। ਠੀਕ ਹੈ, ਕਾਹਦੀ ਬਣੀ ਹੋਈ ਸੀ? ਇਹ ਕਾਂਸੀ ਦੀ ਬਣੀ ਹੋਈ ਸੀ। ਜੇਕਰ ਅਸੀਂ ਗੱਲ ਕਰੀਏ, ਟੈਰਾਕੋਟਾ ਲਿਖਿਆ ਨਾ ਇੱਥੇ, ਟੈਰਾਕੋਟਾ, ਟੈਰਾਕੋਟਾ ਦਾ ਕੀ ਮਤਲਬ ਹੁੰਦਾ? ਜਿਹੜੀ ਅੱਗ ਦੇ ਵਿੱਚ ਪੱਕੀ ਹੋਈ ਮਿੱਟੀ ਆ, ਜਦੋਂ ਅੱਗ ਦੇ ਵਿੱਚ ਅਸੀਂ ਸੱਟ ਦਿੰਦੇ ਆ, ਸੇਕ ਲੱਗ ਕੇ ਮਿੱਟੀ ਆ ਜਿਹੜੀ ਪੱਕ ਜਾਂਦੀ ਆ, ਉਹਨੂੰ ਬੋਲਦੇ ਆ ਅਸੀਂ ਟੈਰਾਕੋਟਾ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਸਿੰਧ ਘਾਟੀ ਦੀ ਸੱਭਿਅਤਾ ਦਾ ਬੰਦਰਗਾਹ ਦਾ ਸ਼ਹਿਰ ਕਿਹੜਾ? ਮੈਂ ਤੁਹਾਨੂੰ ਆਲਰੇਡੀ ਦੱਸਿਆ ਸੀ ਕਿ ਬੰਦਰਗਾਹ ਸਿੰਧ ਘਾਟੀ ਦੀ ਸੱਭਿਅਤਾ ਦੇ ਵਿੱਚ ਕਿਹੜੇ ਨਗਰ ਦੇ ਵਿੱਚ ਮਿਲੀ ਸੀ? ਲੋਥਲ ਦੇ ਵਿੱਚ ਮਿਲੀ ਸੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਲੋਥਲ ਕਿੱਥੇ ਆ? ਗੁਜਰਾਤ ਦੇ ਵਿੱਚ ਆ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਦੀ ਸੱਭਿਅਤਾ ਵਿੱਚ ਲੋਕਾਂ ਦੀ ਮੁੱਖ ਖੁਰਾਕ ਕੀ ਸੀ? ਹਾਂਜੀ, ਸਿੰਧ ਘਾਟੀ ਦੀ ਸੱਭਿਅਤਾ ਦੇ ਵਿੱਚ ਲੋਕਾਂ ਦੀ ਜਿਹੜੀ ਮੁੱਖ ਖੁਰਾਕ ਆ ਉਹ ਕਿਹੜੀ ਸੀ? ਲੋਕਾਂ ਦੀ ਮੁੱਖ ਖੁਰਾਕ ਸੀਗੀ ਕਣਕ ਅਤੇ ਜੌਂ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਬੋਥ ਆਫ ਦੀ ਅਬਵ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਪੁਰਾਤਤਵ ਵਿਗਿਆਨੀਆਂ ਦੁਆਰਾ ਖੁਦਾਈ ਕੀਤੀਆਂ ਜਾਣ ਵਾਲੀਆਂ ਪਹਿਲੀ ਹੜੱਪਾ ਸਾਈਟ ਕਿਹੜੀ ਸੀ? ਹਾਂਜੀ, ਦੇਖੋ ਵਿਗਿਆਨੀਆਂ ਦੁਆਰਾ ਸਭ ਤੋਂ ਪਹਿਲਾਂ ਕਿਹੜੀ ਸਾਈਟ ਖੋਜੀ ਗਈ ਸੀ? ਉਹਨਾਂ ਨੇ ਇਹ ਪੁੱਛਿਆ ਸਿੰਧ ਘਾਟੀ ਦੀ ਸੱਭਿਅਤਾ ਦੇ ਵਿੱਚ ਹੜੱਪਾ ਸਾਈਟ। ਠੀਕ ਹੈ, ਪਹਿਲਾਂ ਤਾਂ ਇੱਥੇ ਨਾਮ ਤੋਂ ਹੀ ਪਤਾ ਲੱਗਦਾ, ਜੇਕਰ ਨਾ ਦਿੱਤਾ ਹੋਵੇ ਕਿ ਪਹਿਲਾ ਨਗਰ ਕਿਹੜਾ ਖੋਜਿਆ ਗਿਆ ਸੀ ਤਾਂ ਉਹ ਹੜੱਪਾ ਹੀ ਖੋਜਿਆ ਗਿਆ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਸ ਕਰਕੇ ਇਸ ਨੂੰ ਹੜੱਪਾ ਸੱਭਿਅਤਾ ਵੀ ਬੋਲ ਦਿੱਤਾ ਜਾਂਦਾ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਜਿਸ ਦੌਰਾਨ ਭਾਰਤ ਵਿੱਚ ਸ਼ਹਿਰੀਕਰਨ ਦਾ ਪਹਿਲਾ ਪੜਾਅ ਸ਼ੁਰੂ ਹੋਇਆ। ਹਾਂਜੀ, ਇਹਨਾਂ ਵਿੱਚੋਂ ਕਿਹੜੀ ਆਪਸ਼ਨ ਆ ਉਹ? ਜਿਸ ਦੇ ਦੌਰਾਨ ਭਾਰਤ ਵਿੱਚ ਸ਼ਹਿਰੀਕਰਨ ਦਾ ਪਹਿਲਾ ਪੜਾਅ ਸ਼ੁਰੂ ਹੋਇਆ। ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਆਲਰੇਡੀ ਦੱਸਿਆ ਕਿ ਹੜੱਪਾ ਨਗਰ ਪਹਿਲੀ ਵਾਰ ਖੋਜਿਆ ਗਿਆ ਸੀ ਤੇ ਹੜੱਪਾ ਇੱਕ ਸ਼ਹਿਰੀ ਸੱਭਿਅਤਾ ਸੀ ਤੇ ਪਹਿਲੀ ਸ਼ਹਿਰੀ ਕ੍ਰਾਂਤੀ ਵੀ ਇਸ ਨੂੰ ਬੋਲਿਆ ਜਾਂਦਾ। ਤਾਂ ਪਹਿਲਾ ਪੜਾਅ ਇਸ ਦਾ ਹੜੱਪਾ ਸੱਭਿਅਤਾ ਤੋਂ ਹੀ ਸ਼ੁਰੂ ਹੋਇਆ ਸੀ, ਜਿਹਨੂੰ ਅਸੀਂ ਹੜੱਪਾ ਕਾਲ ਵੀ ਬੋਲ ਦਿੰਦੇ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਇਹਨਾਂ ਵਿੱਚੋਂ ਕਿਸ ਨੂੰ ਲੋਕ ਪੂਜਦੇ ਸਨ? ਹਾਂਜੀ, ਇਹਨਾਂ ਦੇ ਵਿੱਚੋਂ ਕਿਸ ਨੂੰ ਲੋਕ ਪੂਜਦੇ ਸਨ? ਪਸ਼ੂਪਤੀ ਨੂੰ ਵੀ ਪੂਜਦੇ ਸੀਗੇ। ਠੀਕ ਹੈ, ਗੋਡੈਸ ਨੂੰ ਵੀ ਪੂਜਦੇ ਸੀਗੇ, ਪਿੱਪਲ ਨੂੰ ਵੀ ਪੂਜਦੇ ਸੀਗੇ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਆ, ਜੋ ਕਿ ਸਿੰਧੂ ਘਾਟੀ ਸੱਭਿਅਤਾ ਵਿੱਚ ਇੱਕ ਗੜ੍ਹ ਤੋਂ ਬਿਨਾਂ ਸਿੰਧੂ ਸ਼ਹਿਰ ਸੀ। ਹਾਂਜੀ, ਉਹਨਾਂ ਨੇ ਬੋਲਿਆ ਕਿ ਇਹਨਾਂ ਆਪਸ਼ਨਸ ਦੇ ਵਿੱਚੋਂ ਕਿਹੜਾ ਸ਼ਹਿਰ ਆ ਜਿਹੜਾ ਸਿੰਧੂ ਘਾਟੀ ਦੀ ਸੱਭਿਆ ਤੋਂ ਇੱਕ ਗੜ੍ਹ ਤੋਂ ਬਿਨਾਂ ਸੀ? ਦੇਖੋ ਇਸ ਦਾ ਮਤਲਬ ਕੀ ਆ? ਦੇਖੋ ਜੇ ਅਸੀਂ ਗੱਲ ਕਰੀਏ ਚਨਹੂਦੜੋ, ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਆ। ਠੀਕ ਹੈ, ਇਹ ਇੱਕ ਨਗਰ ਆ, ਇਸ ਦੇ ਟਿੱਲੇ ਸੀਗੇ, ਇਹਦੇ 2 ਟਿੱਲੇ ਸੀਗੇ ਜਿਨ੍ਹਾਂ ਨੂੰ ਮੋਡੀਫਾਈ ਨਹੀਂ ਕੀਤਾ ਗਿਆ ਸੀ, ਕਿਉਂਕਿ ਇਹਨਾਂ ਨੂੰ ਕੀ ਆ
ਇਹਨਾਂ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਾਈ ਗਈ ਸੀਗੀ। ਪ੍ਰੋਟੈਕਸ਼ਨ ਪ੍ਰੋਵਾਈਡ ਕਰਾਈ ਕਰਕੇ ਇਹਨਾਂ ਨੂੰ ਮੋਡੀਫਾਈ ਨਹੀਂ ਕੀਤਾ ਗਿਆ ਸੀਗਾ। ਤਾਂ ਇਹ ਸੀਗੇ ਜਿਹੜੇ ਟਿੱਲੇ ਸੀਗੇ ਇਹ ਇੱਕ ਗੜ੍ਹ ਤੋਂ ਬਿਨਾਂ ਸੀਗੇ ਤੇ ਕਿਹੜੇ ਸ਼ਹਿਰ 'ਚ ਪੈਂਦੇ ਸੀ? ਚਨਹੂਦੜੋ ਦੇ ਵਿੱਚ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ। ਠੀਕ ਹੈ ਜੀ। ਅਗਲਾ ਪ੍ਰਸ਼ਨ ਆ, ਹੜੱਪਾ ਵਿੱਚ ਖੁਦਾਈ ਦੌਰਾਨ ਭਾਰਤੀ ਪੁਰਾਤਤਵ ਸਰਵੇਖਣ ਦੇ ਡਾਇਰੈਕਟਰ ਜਨਰਲ ਕੌਣ ਸੀ? ਹਾਂਜੀ, ਜਦੋਂ ਹੜੱਪਾ ਦੀ ਖੁਦਾਈ ਚੱਲ ਰਹੀ ਸੀ, ਹੜੱਪਾ ਦੀ ਖੁਦਾਈ ਚੱਲ ਰਹੀ ਸੀ, ਕਿਹਨਾਂ ਨੇ ਕਰਵਾਈ ਸੀ ਖੁਦਾਈ? ਦਿਆਰਾਮ ਸਾਹਨੀ ਨੇ ਕਰਵਾਈ ਸੀ। ਠੀਕ ਹੈ। ਤਾਂ ਉਸ ਸਮੇਂ ਭਾਰਤੀ ਪੁਰਾਤਤਵ ਸਰਵੇਖਣ ਦੇ ਡਾਇਰੈਕਟਰ ਜਨਰਲ ਕੌਣ ਸੀ? ਯੌਨ ਮਾਰਸ਼ਲ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਤੇ ਇਹਨਾਂ ਨੇ ਹੀ ਸਿੰਧੂ ਘਾਟੀ ਦੀ ਸੱਭਿਅਤਾ ਨੂੰ ਸਿੰਧੂ ਘਾਟੀ ਸੱਭਿਅਤਾ ਦਾ ਨਾਮ ਦਿੱਤਾ ਸੀ। ਠੀਕ ਹੈ ਜੀ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਦੀ ਸੱਭਿਅਤਾ ਦੇ ਹੇਠ ਲਿਖੇ ਸਥਾਨਾਂ ਵਿੱਚੋਂ ਅਨਾਜ ਸਟੋਰ ਦੀਆਂ 6 ਕਤਾਰਾਂ ਕਿੱਥੇ ਮਿਲਦੀਆਂ ਨੇ? ਹਾਂਜੀ ਦੇਖੋ, ਜਦੋਂ ਸਿੰਧੂ ਘਾਟੀ ਦੀ ਸੱਭਿਅਤਾ ਦੇ ਸਥਾਨ ਨਗਰ ਦੀ ਖੋਜ ਹੋ ਰਹੀ ਸੀ ਤਾਂ ਉਸ ਸਮੇਂ ਇੱਕ ਬਹੁਤ ਵੱਡੀ ਬਿਲਡਿੰਗ ਮਿਲੀ ਸੀਗੀ ਜਿਹਨੂੰ ਅਨਾਜ ਸਟੋਰ ਦੇ ਨਾਮ ਨਾਲ ਜਾਣਿਆ ਗਿਆ ਸੀ। ਠੀਕ ਹੈ। ਅਨਾਜ ਸਟੋਰ, ਅੰਨ ਭੰਡਾਰ ਬੋਲ ਸਕਦੇ ਹਾਂ ਜਾਂ। ਠੀਕ ਹੈ। ਸਿੰਧੂ ਘਾਟੀ ਦੀ ਸੱਭਿਅਤਾ ਦੇ ਹੇਠ ਲਿਖੇ ਸਥਾਨਾਂ ਵਿੱਚੋਂ ਅਨਾਜ ਸਟੋਰ ਦੀਆਂ 6 ਕਤਾਰਾਂ ਕਿੱਥੇ ਮਿਲੀਆਂ ਹਨ? ਇਹ ਮਿਲਦੀਆਂ ਹਨ ਹੜੱਪਾ ਦੇ ਵਿੱਚ। ਠੀਕ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ, ਹੜੱਪਾ। ਠੀਕ ਹੈ ਜੀ। ਇਸ ਗੱਲ ਦਾ ਧਿਆਨ ਰੱਖਣਾ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਦੀ ਸੱਭਿਅਤਾ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਹਾਂਜੀ, ਇਸ ਗੱਲ ਦਾ ਬਹੁਤ ਧਿਆਨ ਦੇਣਾ। ਜਦੋਂ ਵੀ ਕਥਨ ਦੀ ਗੱਲ ਹੁੰਦੀ ਹੈ ਨਾ, ਕਈ ਵਾਰ ਅਸੀਂ ਕਥਨ ਦੇਖ ਲੈਂਦੇ ਹਾਂ, ਇਕੱਲਾ ਇਹ ਨਹੀਂ ਦੇਖਦੇ ਕਿ ਸਹੀ ਪੁੱਛਿਆ ਕਿ ਗਲਤ ਪੁੱਛਿਆ। ਜ਼ਿਆਦਾਤਰ ਇਹੀ ਹੁੰਦਾ ਕਿ ਐਗਜ਼ਾਮ ਦੇ ਵਿੱਚ ਗਲਤ ਵੀ ਪੁੱਛ ਲਿਆ ਜਾਂਦਾ, ਤਾਂ ਪਰ ਅਸੀਂ ਧਿਆਨ ਨਹੀਂ ਦਿੰਦੇ ਕਿ ਸਹੀ ਪੁੱਛਿਆ ਕਿ ਗਲਤ ਪੁੱਛਿਆ। ਠੀਕ ਹੈ ਜੀ। ਤਾਂ ਉਸ ਸਮੇਂ ਅਸੀਂ ਪਹਿਲਾਂ ਪੜ੍ਹ ਲੈਂਦੇ ਹਾਂ, ਸਾਨੂੰ ਲੱਗਦਾ ਪਹਿਲਾਂ ਹੀ ਸਹੀ ਆ ਪੁੱਛਿਆ, ਉਹਨਾਂ ਨੇ ਗਲਤ ਹੁੰਦਾ, ਅਸੀਂ ਪਹਿਲੀ ਆਪਸ਼ਨ ਲਗਾ ਕੇ ਆ ਜਾਂਦੇ ਹਾਂ। ਪਰ ਜ਼ਰੂਰ ਧਿਆਨ ਦੇਣਾ ਕਿ ਉਹਨਾਂ ਨੇ ਸਹੀ ਪੁੱਛਿਆ ਕਿ ਗਲਤ ਪੁੱਛਿਆ। ਜੇ ਅਸੀਂ ਗੱਲ ਕਰੀਏ ਆਪਸ਼ਨ ਏ ਦੀ, ਪੜ੍ਹ ਲੈਂਦੇ ਹਾਂ ਪਹਿਲਾਂ। ਹੜੱਪਾ ਦੇ ਲੋਕ ਲਗਭਗ ਹਰ ਕਿਸਮ ਦੇ ਨਿਰਮਾਣ ਵਿੱਚ ਸੜੀਆਂ ਇੱਟਾਂ ਦੀ ਵਰਤੋਂ ਕਰਦੇ ਸੀ। ਹਾਂਜੀ, ਜਿਹੜੇ ਹੜੱਪਾ ਦੇ ਲੋਕ ਆ, ਸੜੀਆਂ ਇੱਟਾਂ ਦਾ ਮਤਲਬ ਪੱਕੀਆਂ ਇੱਟਾਂ, ਜਿਨ੍ਹਾਂ ਨੂੰ ਮਤਲਬ ਪਹਿਲਾਂ ਕੱਚੀਆਂ ਇੱਟਾਂ ਬਣਦੀਆਂ ਨਾ ਮਿੱਟੀ ਦੀਆਂ, ਫਿਰ ਉਹਨਾਂ ਨੂੰ ਸੇਕ ਲਵਾਇਆ ਜਾਂਦਾ, ਸਾੜਿਆ ਜਾਂਦਾ, ਫਿਰ ਉਹਦੀ ਪੱਕੀ ਇੱਟ ਬਣ ਜਾਂਦੀ ਆ। ਤਾਂ ਹੜੱਪਾ ਦੇ ਲੋਕ ਆ ਜਿਹੜੇ ਉਹ ਲਗਭਗ ਹਰ ਕਿਸਮ ਦੇ ਨਿਰਮਾਣ ਵਿੱਚ ਪੱਕੀਆਂ ਇੱਟਾਂ ਦੀ ਵਰਤੋਂ ਕਰਦੇ ਸੀ। ਬਿਲਕੁਲ ਸਹੀ ਆ, ਕਰਦੇ ਸੀ। ਅੱਗੇ, ਨਿਰਮਾਣ ਵਿੱਚ ਗ੍ਰਿਡ ਪੈਟਰਨ ਦੀ ਪਾਲਣਾ ਕੀਤੀ ਗਈ। ਹਾਂਜੀ, ਨਿਰਮਾਣ ਦੇ ਵਿੱਚ ਗ੍ਰਿਡ ਪੈਟਰਨ ਦੀ ਪਾਲਣਾ ਵੀ ਕੀਤੀ ਗਈ ਆ। ਤੇ ਅੱਗੇ, ਜ਼ਿਆਦਾਤਰ ਸਿੰਧੂ ਸ਼ਹਿਰਾਂ ਨੂੰ ਵਿਸਤ੍ਰਿਤ ਡਰੇਨੇਜ ਸਿਸਟਮ ਨਾਲ ਚੰਗੀ ਤਰ੍ਹਾਂ ਵਿਵਸਥਿਤ ਕੀਤਾ ਗਿਆ ਸੀ। ਬਿਲਕੁਲ ਠੀਕ ਹੈ ਇਹ ਵੀ। ਤਾਂ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ, ਉਪਰੋਕਤ ਸਾਰੇ ਹੀ ਸਿੰਧ ਘਾਟੀ ਸੱਭਿਅਤਾ ਦੇ ਨਾਲ ਰਿਲੇਟਡ ਠੀਕ ਆ। ਅਗਲਾ ਪ੍ਰਸ਼ਨ ਆ, ਹਾਂਜੀ, ਜਿਸ ਵਿੱਚ ਹੜੱਪਣ ਸਾਈਟ ਵਿੱਚ 2 ਕਬਰਸਤਾਨ ਐਚ ਅਤੇ ਆਰ 37 ਪਾਏ ਗਏ ਸਨ, ਉਹਨਾਂ ਨੂੰ ਕੀ ਬੋਲਿਆ ਜਾਂਦਾ ਜਾਂ ਕਹਿ ਸਕਦੇ ਹਾਂ ਕਿਸ ਦੇ ਵਿੱਚ ਪਾਏ ਗਏ ਸੀ? ਠੀਕ ਹੈ। ਦੇਖੋ, R37 ਤੇ H37 ਇਹ 2 ਕਬਰਸਤਾਨ ਸੀ। ਕੀ ਸੀਗੇ? ਕਬਰਸਤਾਨ। ਤੇ ਕਿੱਥੇ ਮਿਲੇ ਸੀ? ਹੜੱਪਾ ਦੇ ਵਿੱਚ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਦੀ ਸੱਭਿਅਤਾ ਦੇ ਕਿਹੜੇ ਭਾਗਾਂ ਵਿੱਚ ਵੰਡਿਆ ਗਿਆ? ਹਾਂਜੀ, ਸਿੰਧ ਘਾਟੀ ਸੱਭਿਅਤਾ ਦੇ ਕਿਹੜਾ ਸਥਾਨ ਸੀ ਜਿਹਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ? ਢੋਲਾਵੀਰਾ ਨੂੰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਢੋਲਾਵੀਰਾ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਇੱਕ ਸੀਗਾ ਪੂਰਬੀ ਟਿੱਲਾ, ਦੂਸਰਾ ਸੀਗਾ ਪੱਛਮੀ ਟਿੱਲਾ, ਇੱਕ ਸੀਗਾ ਪੱਛਮੀ ਟਿੱਲਾ। ਠੀਕ ਹੈ ਜੀ। ਇੱਕ ਪੱਛਮੀ ਤੇ ਇੱਕ ਪੂਰਬੀ, ਤੇ ਜਿਹੜਾ ਸੈਂਟਰ ਵਾਲਾ ਸੀਗਾ ਉਹਨੂੰ ਮੱਧ ਟਿੱਲਾ ਬੋਲ ਦਿੱਤਾ ਜਾਂਦਾ ਸੀ। ਇਹਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਠੀਕ ਹੈ ਜੀ। ਅਗਲਾ ਪ੍ਰਸ਼ਨ ਆ, ਮੋਹਿੰਜੋਦੜੋ ਦੀ ਸਭ ਤੋਂ ਵੱਡੀ ਕਿਹੜੀ ਸੀ? ਹਾਂਜੀ, ਮੋਹਿੰਜੋਦੜੋ ਦੀ ਉਹਨਾਂ ਨੇ ਇਹ ਪੁੱਛਣਾ ਵਾ ਕਿ ਸਭ ਤੋਂ ਵੱਡੀ ਬਿਲਡਿੰਗ ਕਿਹੜੀ ਸੀ? ਸਭ ਤੋਂ ਵੱਡੀ ਬਿਲਡਿੰਗ ਆਉਣਾ ਹੈ। ਠੀਕ ਹੈ। ਇੱਥੇ ਬਾਈ ਮਿਸਟੇਕ ਪੰਜਾਬੀ ਦੇ ਵਿੱਚ ਨਹੀਂ ਲਿਖਿਆ ਗਿਆ, ਬਿਲਡਿੰਗ ਇੰਗਲਿਸ਼ ਵਾਲਾ ਤੁਸੀਂ ਪੜ੍ਹ ਸਕਦੇ ਹੋ। ਮੋਹਿੰਜੋਦੜੋ ਦੀ ਸਭ ਤੋਂ ਵੱਡੀ ਬਿਲਡਿੰਗ ਸੀ, ਜੇ ਅਸੀਂ ਗੱਲ ਕਰੀਏ ਆਪਸ਼ਨ ਏ ਦੀ, ਗ੍ਰੇਟ ਬਾਥ। ਇਹ ਤਾਂ ਨਹਾਉਣ ਵਾਲੀ ਜਗ੍ਹਾ ਵਾ, ਇਹ ਤਾਂ ਵੱਡੀ ਬਿਲਡਿੰਗ ਹੋ ਹੀ ਨਹੀਂ ਸਕਦੀ। ਠੀਕ ਹੈ। ਅਸੈਂਬਲੀ ਹਾਲ, ਇਹ ਇੱਕ ਗਲੋਬ ਦੀ ਤਰ੍ਹਾਂ ਹੋਊਗਾ। ਮੈਂ ਤੁਹਾਨੂੰ ਜਿਵੇਂ ਕਿ ਦੱਸਿਆ ਅੰਨ ਭੰਡਾਰ, ਠੀਕ ਹੈ, ਗ੍ਰੇਨਰੀ ਵਾਲੀ ਜਿਹੜੀ ਜਗ੍ਹਾ ਵਾ, ਅੰਨ ਭੰਡਾਰ ਜਿੱਥੇ ਰੱਖਿਆ ਜਾਂਦਾ, ਜਿਵੇਂ 6 ਕਤਾਰਾਂ ਵਾਲਾ ਮੈਂ ਤੁਹਾਨੂੰ ਦੱਸਿਆ ਸੀ ਉੱਪਰ ਆਪਾਂ ਕੀਤਾ, ਤਾਂ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ। ਠੀਕ ਹੈ ਜੀ। ਵੇਦ ਸ਼ਬਦ ਦਾ ਕੀ ਅਰਥ ਹੈ? ਹਾਂਜੀ, ਵੇਦ ਸ਼ਬਦ ਦਾ ਅਰਥ ਹੈ ਗਿਆਨ। ਗਿਆਨ ਨੂੰ ਅਸੀਂ ਕੀ ਬੋਲਦੇ ਹਾਂ? ਨੌਲੇਜ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਵੇਦਾਂ ਦੀ ਗਿਣਤੀ ਕਿੰਨੀ ਆ? 4। ਤੇ ਸਾਰੇ ਹੀ ਵੇਦ ਸੰਸਕ੍ਰਿਤ ਲੈਂਗੁਏਜ ਦੇ ਵਿੱਚ ਲਿਖੇ ਗਏ ਆ। ਚਾਰੋਂ ਦੇ ਚਾਰੋਂ ਸੰਸਕ੍ਰਿਤ ਲੈਂਗੁਏਜ ਦੇ ਵਿੱਚ ਲਿਖੇ ਗਏ ਆ। ਤੇ ਲਿਖਣ ਵਾਲੇ ਦਾ ਨਾਮ ਕੀ ਆ? ਵੇਦ ਵਿਆਸ। ਤੇ ਵੇਦਾਂ ਦੇ ਨਾਮ ਕਿਹੜੇ ਕਿਹੜੇ ਆ? ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ, ਆਪਾਂ ਅੱਗੇ ਜਾ ਕੇ ਡਿਸਕਸ ਕਰਦੇ ਹਾਂ। ਅਗਲਾ ਪ੍ਰਸ਼ਨ ਆ,
ਹੇਠਾਂ ਦਿੱਤੇ ਵੇਦਾਂ ਵਿੱਚੋਂ ਕਿਹੜੇ ਇੱਕ ਵਿੱਚ ਬਲੀ ਦਾ ਫਾਰਮੂਲਾ ਹੈ। ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਪੁਰਾਣੇ ਸਮਿਆਂ ਦੇ ਵਿੱਚ ਬਲੀ ਦਿੱਤੀ ਜਾਂਦੀ ਸੀ, ਤੇ ਬਲੀ ਕਦੋਂ ਦਿੱਤੀ ਜਾਂਦੀ ਸੀ? ਜੱਗਾਂ ਦੇ ਵਿੱਚ ਦਿੱਤੀ ਜਾਂਦੀ ਸੀ, ਜਦੋਂ ਯੱਗ ਲੱਗਦੇ ਸੀਗੇ। ਤੇ ਜੱਗਾਂ ਦਾ ਵਰਣਨ ਕਿਹੜੇ ਵੇਦ ਦੇ ਵਿੱਚ ਹੋਇਆ ਵਾ? ਯਜੁਰਵੇਦ ਦੇ ਵਿੱਚ ਹੋਇਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਵੇਦਾਂ ਦੀ ਗਿਣਤੀ ਆ 4। ਕਿਹੜੇ ਕਿਹੜੇ ਵੇਦ ਆ? ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵੇਦ। ਤੇ ਸਾਰੇ ਦੇ ਸਾਰੇ ਸੰਸਕ੍ਰਿਤ ਲੈਂਗੁਏਜ ਦੇ ਵਿੱਚ ਲਿਖੇ ਗਏ ਆ। ਲਿਖਣ ਵਾਲੇ ਦਾ ਨਾਮ ਆ ਵੇਦ ਵਿਆਸ। ਠੀਕ ਹੈ, ਅਗਲਾ ਪ੍ਰਸ਼ਨ ਆ, ਵਿਸ਼ਾ ਵਸਤੂ ਜਿਸ ਨਾਲ ਸਮ੍ਰਿਤੀ ਸੰਬੰਧਿਤ ਹੈ। ਹਾਂਜੀ, ਇਸ ਦਾ ਮੀਨਿੰਗ ਕੀ ਆ? ਕਿ ਉਹ ਵਿਸ਼ਾ ਵਸਤੂ ਜਿਸ ਦੇ ਨਾਲ ਸਮ੍ਰਿਤੀ ਸੰਬੰਧਿਤ ਹੈ। ਹਾਂਜੀ, ਸਮ੍ਰਿਤੀ ਦਾ ਮੀਨਿੰਗ ਕੀ ਹੁੰਦਾ? ਸਮਾਜਿਕ ਨਿਯਮ ਨੂੰ ਸਮ੍ਰਿਤੀ ਬੋਲਦੇ ਹਾਂ ਅਸੀਂ, ਸਮਾਜਿਕ ਨਿਯਮਾਂ ਨੂੰ ਸਮ੍ਰਿਤੀ ਬੋਲਦੇ ਹਾਂ। ਤੇ ਜਿਸ ਦੇ ਵਿੱਚ ਇਸ ਦਾ ਵਿਸ਼ਾ ਵਸਤੂ ਸੰਬੰਧਿਤ ਆ, ਉਹਨੂੰ ਅਸੀਂ ਕੀ ਬੋਲ ਦਿੰਦੇ ਹਾਂ, ਜਾਂ ਕਿਸ ਨਾਲ ਇਸ ਦਾ ਵਿਸ਼ਾ ਵਸਤੂ ਸੰਬੰਧਿਤ ਆ? ਲਾਅ ਦੇ ਨਾਲ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਉਪਨਿਸ਼ਦ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ। ਹਾਂਜੀ, ਉਪਨਿਸ਼ਦ ਦੋ ਸ਼ਬਦਾਂ ਤੋਂ ਬਣਿਆ, ਇੱਕ ਉਪ ਤੇ ਦੂਜਾ ਨਿਸ਼ਦ। ਉਪ ਦਾ ਮਤਲਬ ਹੁੰਦਾ ਨੇੜੇ, ਨਿਸ਼ਦ ਦਾ ਮਤਲਬ ਹੁੰਦਾ ਵਾ ਨੇੜੇ ਬੈਠਣਾ। ਠੀਕ ਹੈ, ਨਿਸ਼ਦ ਦਾ ਮਤਲਬ ਹੁੰਦਾ ਬੈਠਣਾ, ਉਪ ਦਾ ਮਤਲਬ ਹੁੰਦਾ ਨੇੜੇ, ਜਾਣੀ ਕਿ ਗੁਰੂ ਦੇ ਨੇੜੇ ਬੈਠ ਕੇ ਗਿਆਨ ਪ੍ਰਾਪਤ ਕਰਨਾ। ਇਹ ਲਿਖਿਆ ਹੋਇਆ ਵੇਦਾਂ ਦੇ ਵਿੱਚ। ਤਾਂ ਇਹਦਾ ਮੀਨਿੰਗ ਕੀ ਹੋਇਆ? ਸਿਟਿੰਗ ਨੀਅਰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਭਾਰਤੀ ਸੰਗੀਤ ਦੀ ਉਤਪਤੀ ਦਾ ਪਤਾ ਹੇਠ ਲਿਖਿਆਂ ਵਿੱਚੋਂ ਕਿਹੜੇ ਵੈਦਿਕ ਤੋਂ ਲਗਾਇਆ ਜਾ ਸਕਦਾ। ਹਾਂਜੀ, ਭਾਰਤੀ ਸੰਗੀਤ ਦੀ ਉਤਪਤੀ ਦਾ ਪਤਾ ਇਹਨਾਂ ਦੇ ਵਿੱਚੋਂ ਕਿਹੜੇ ਵੇਦ ਤੋਂ ਲਗਾਇਆ ਜਾਂਦਾ? ਦੇਖੋ, ਜਿੱਥੇ ਵੀ ਭਾਰਤੀ ਸੰਗੀਤ ਦੀ ਗੱਲ ਹੋ ਗਈ ਤਾਂ ਇਸ ਦਾ ਸੰਬੰਧ ਸਮਵੇਦ ਨਾਲ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਭਾਰਤੀ ਸੰਗੀਤ ਦੀ ਉਤਪਤੀ ਦਾ ਪਤਾ ਸਾਨੂੰ ਸਮਵੇਦ ਦੇ ਵਿੱਚੋਂ ਲੱਗਿਆ ਸੀ, ਕਿਉਂਕਿ ਇਸ ਦੇ ਵਿੱਚ ਗਾਉਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਨੇ। ਠੀਕ ਹੈ, ਗਾਉਣ ਵਾਲੀਆਂ ਰਚਨਾਵਾਂ ਨੇ ਇਸ ਦੇ ਵਿੱਚ। ਤੇ ਭਾਰਤੀ ਸੰਗੀਤ ਦਾ ਜਿਹੜਾ ਪੂਰਾ ਦਾ ਪੂਰਾ ਆਪਾਂ ਕਹਿ ਸਕਦੇ ਹਾਂ ਸੰਬੰਧ ਆ, ਉਹ ਸਮਵੇਦ ਨਾਲ ਆ। ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਰਿਗਵੇਦ ਦੀ, ਰਿਗਵੇਦ ਦਾ ਸੰਬੰਧ ਮੰਤਰਾਂ ਅਤੇ ਜਿਹੜਾ ਰਿਗਵੇਦ ਆ ਇਹ ਮੰਤਰਾਂ ਅਤੇ ਰਚਨਾਵਾਂ ਦਾ ਸਮੂਹ ਆ। ਠੀਕ ਹੈ, ਜਿਹੜਾ ਅਥਰਵੇਦ ਆ ਇਹ ਜਾਦੂ ਟੂਣਿਆਂ ਬਾਰੇ ਦੱਸਿਆ ਹੋਇਆ ਇਹਦੇ ਵਿੱਚ। ਤੇ ਜਿਹੜਾ ਯਜੁਰਵੇਦ ਆ ਇਹਦੇ ਵਿੱਚ ਜੱਗਾਂ ਦੀ ਗੱਲ ਕੀਤੀ ਗਈ ਆ। ਠੀਕ ਹੈ, ਤੇ ਭਾਰਤੀ ਸੰਗੀਤ ਦੀ ਉਤਪਤੀ ਦੀ ਗੱਲ ਕਿਹਦੇ ਵਿੱਚ ਹੋਈ ਆ? ਸਮਵੇਦਾਂ ਦੇ ਵਿੱਚ ਹੋਈ ਆ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਭਾਰਤ ਦੇ ਸਭ ਤੋਂ ਪਹਿਲਾਂ ਹਮਲਾ ਕਰਨ ਵਾਲੇ ਕੌਣ ਸੀ। ਹਾਂਜੀ, ਭਾਰਤ ਤੇ ਸਭ ਤੋਂ ਪਹਿਲਾਂ ਕਿਹਨਾਂ ਨੇ ਹਮਲਾ ਕੀਤਾ ਸੀ? ਭਾਰਤ ਤੇ ਸਭ ਤੋਂ ਪਹਿਲਾਂ ਆਰੀਆ ਨੇ ਹਮਲਾ ਕੀਤਾ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਤੇ ਆਰੀਆ ਲੋਕ ਮੱਧ ਏਸ਼ੀਆ ਤੋਂ ਆਏ ਸੀ। ਠੀਕ ਹੈ ਜੀ, ਇਹ ਕਿਹਨਾਂ ਨੇ ਆਖਿਆ ਕਿ ਮੱਧ ਏਸ਼ੀਆ ਤੋਂ ਆਏ ਸੀ? ਇਹ ਮੈਕਸ ਮੂਲਰ ਨੇ ਆਖਿਆ ਵਾ ਵੀ ਆਰੀਆ ਲੋਕ ਮੱਧ ਏਸ਼ੀਆ ਤੋਂ ਆਏ ਸੀ ਤੇ ਇਹਨਾਂ ਨੇ ਭਾਰਤ ਤੇ ਪਹਿਲਾ ਹਮਲਾ ਕੀਤਾ ਸੀ। ਅਗਲਾ ਪ੍ਰਸ਼ਨ ਆ, ਆਰੀਅਨ ਕਬੀਲਿਆਂ ਦੀਆਂ ਸਭ ਤੋਂ ਪੁਰਾਣੀਆਂ ਬਸਤੀਆਂ ਕਿੱਥੇ ਸਨ। ਹਾਂਜੀ, ਆਰੀਅਨ ਕਬੀਲਿਆਂ ਦੀਆਂ ਜਿਹੜੀਆਂ ਸਭ ਤੋਂ ਪੁਰਾਣੀਆਂ ਬਸਤੀਆਂ ਵਾ ਇਹ ਕਿੱਥੇ ਆ? ਸੰਪਤ ਸਿੱਧੂ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਸੰਪਤ ਸਿੱਧੂ ਪੰਜਾਬ ਦਾ ਪੁਰਾਣਾ ਨਾਮ ਆ। ਠੀਕ ਹੈ, ਇਹ ਸੰਪਤ ਸਿੱਧੂ ਇਹ ਪੰਜਾਬ ਦਾ ਹੀ ਨਾਮ ਆ, ਜਿਸ ਦਾ ਮਤਲਬ ਆ 7 ਨਦੀਆਂ। ਠੀਕ ਹੈ, ਆਰੀਅਨ ਕਬੀਲਿਆਂ ਦੀਆਂ ਸਭ ਤੋਂ ਪੁਰਾਣੀਆਂ ਬਸਤੀਆਂ ਸੰਪਤ ਸਿੱਧੂ ਦੇ ਵਿੱਚ ਮਿਲਦੀਆਂ, ਜਾਂ ਫਿਰ ਕਹਿ ਸਕਦੇ ਪੰਜਾਬ ਦੇ ਵਿੱਚ ਮਿਲਦੀਆਂ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਉਪਨਿਸ਼ਦ ਕੀ ਹਨ। ਹਾਂਜੀ, ਉਪਨਿਸ਼ਦ ਕੀ ਆ? ਉਪਨਿਸ਼ਦ ਜਿਹਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਹਿੰਦੂ ਧਰਮ ਦੀ ਫਿਲੋਸਫੀ ਆ। ਤਾਂ ਸੋਰਸ ਆਫ ਹਿੰਦੂ ਫਿਲੋਸਫੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਦੇਖੋ, ਦਾਰਾ ਸਿਕੋ ਇਹ ਪਹਿਲਾ ਮੁਸਲਮਾਨ ਆ ਜਿਸ ਨੇ ਉਪਨਿਸ਼ਦਾਂ ਦਾ ਧਿਆਨ ਕੀਤਾ ਸੀ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ। ਤੇ ਜੇਕਰ ਅਸੀਂ ਗੱਲ ਕਰੀਏ ਸਭ ਤੋਂ ਵੱਡੇ ਉਪਨਿਸ਼ਦ ਦੀ ਤਾਂ ਉਹ ਹੈਗਾ ਵਾ ਬ੍ਰਹਦਾਰਣਕ। ਬ੍ਰਹਦਾਰਣਕ ਉਪਨਿਸ਼ਦ ਸਭ ਤੋਂ ਵੱਡਾ ਉਪਨਿਸ਼ਦ ਆ। ਅਗਲਾ ਪ੍ਰਸ਼ਨ ਆ, ਵੇਦ ਜੋ ਰੀਤੀ ਰਿਵਾਜਾਂ ਨਾਲ ਸੰਬੰਧਿਤ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ। ਹਾਂਜੀ, ਜਿਹੜੇ ਵੇਦ ਰੀਤੀ ਰਿਵਾਜਾਂ ਦੇ ਨਾਲ ਸੰਬੰਧਿਤ ਆ ਉਹਨਾਂ ਨੂੰ ਯਜੁਰਵੇਦ ਕਿਹਾ ਜਾਂਦਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਯਜੁਰਵੇਦ ਆ ਜਿਹੜਾ ਇਹਦੇ ਵਿੱਚ ਕੀ ਆ? ਕਰਮ ਕਾਂਡਾਂ ਦਾ ਵਿਰੋਧ ਕੀਤਾ ਗਿਆ ਵਾ, ਰੀਤੀ ਰਿਵਾਜਾਂ ਦਾ ਵਿਰੋਧ ਕੀਤਾ ਗਿਆ ਵਾ। ਠੀਕ ਹੈ, ਇਹ ਰਿਵਾਜ ਰੀਤੀ ਰਿਵਾਜਾਂ ਨਾਲ ਸੰਬੰਧਿਤ ਆ ਜਾਂ ਕਰਮ ਕਾਂਡਾਂ ਨਾਲ ਸੰਬੰਧਿਤ ਆ, ਇਹਨੂੰ ਕਹਿ ਸਕਦੇ ਆ ਯਜੁਰਵੇਦ ਨੂੰ। ਠੀਕ ਹੈ ਜੀ, ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਰਿਗਵੇਦ ਦੀ, ਰਿਗਵੇਦ ਦਾ ਪਾਠ ਕਰਨ ਵਾਲੇ ਨੂੰ ਹੋਤਰੀ ਬੋਲਦੇ ਆ। ਸਮਵੇਦ ਦਾ ਪਾਠ ਕਰਨ ਵਾਲੇ ਨੂੰ ਉਦਗਾਤਾ ਬੋਲਦੇ ਆ। ਯਜੁਰਵੇਦ ਦਾ ਪਾਠ ਕਰਨ ਵਾਲੇ ਨੂੰ ਅਦਵਿਰਿਯੂ ਬੋਲਦੇ ਆ ਤੇ ਅਥਰਵੇਦ ਦਾ ਪਾਠ ਕਰਨ ਵਾਲੇ ਨੂੰ ਬ੍ਰਹਮ ਬੋਲਦੇ ਆ। ਅਗਲਾ ਪ੍ਰਸ਼ਨ ਆ, ਫਾਈਂਡ ਦਾ ਆਊਡ ਵਨ ਔਡ ਵਨ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਅਲੱਗ ਆ ਉਹਨੂੰ ਅਸੀਂ ਕੀ ਕਰਨਾ? ਉਹ ਲੱਭਣਾ ਵਾ ਵੀ ਕਿਹੜਾ ਅਲੱਗ ਦਿੱਤਾ ਹੋਇਆ।
ठीक है। ਤਾਂ ਇਹਨਾਂ ਦੇ ਵਿੱਚੋਂ ਕਿਹੜਾ ਅਲੱਗ ਦਿੱਤਾ ਹੋਇਆ? ਜੇਕਰ ਅਸੀਂ ਗੱਲ ਕਰੀਏ ਸਮਵੇਦ, ਯਜੁਰਵੇਦ ਤੇ ਰਿਗਵੇਦ ਦੀ, ਇਹ ਤਾਂ ਵੇਦਾਂ ਦੇ ਨਾਮ ਆ, ਠੀਕ ਹੈ। ਵੇਦਾਂ ਦੀ ਗਿਣਤੀ ਆ 4, ਪਰ ਜੇਕਰ ਅਸੀਂ ਇੱਥੇ ਗੱਲ ਕਰੀਏ ਵਿਸ਼ਨੂੰ ਪੁਰਾਣ ਦੀ ਤਾਂ ਇਹ ਇਹਨਾਂ ਦੇ ਵਿੱਚੋਂ ਅਲੱਗ ਆ। ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ, ਕਿਉਂਕਿ ਵਿਸ਼ਨੂੰ ਪੁਰਾਣਾਂ ਦੀ ਗਿਣਤੀ ਕਿੰਨੀ ਆ? 18ਵਾਂ। ਤੇ ਸਭ ਤੋਂ ਵੱਧ ਪੁਰਾਣਾ ਪ੍ਰਾਚੀਨ ਪੁਰਾਣ ਕਿਹੜਾ ਵਾ? ਸਭ ਤੋਂ ਪੁਰਾਣਾ ਜਾਂ ਆਪਾਂ ਕਹਿ ਸਕਦੇ ਪ੍ਰਾਚੀਨ ਪੁਰਾਣ ਕਿਹੜਾ ਵਾ? ਮਤਸਤਿਆ ਪੁਰਾਣ। ਇਸ ਦੇ ਵਿੱਚ ਵਿਸ਼ਨੂੰ ਦੇ 10 ਅਵਤਾਰਾਂ ਦਾ ਵਰਣਨ ਕੀਤਾ ਗਿਆ ਵਾ, ਠੀਕ ਹੈ, ਤਾਂ ਇਹਨੂੰ ਵਿਸ਼ਨੂੰ ਪੁਰਾਣ ਬੋਲਿਆ। ਅਗਲਾ ਪ੍ਰਸ਼ਨ ਆ, ਹੇਠ ਲਿਖੇ ਕਬਾਇਲੀ ਅਸੈਂਬਲੀਆਂ ਵਿੱਚੋਂ ਕਿਹੜੀ ਇੱਕ ਤੌਰ ਤੇ ਕਬਾਇਲੀ ਮੁਖੀ ਵਿੱਚ ਸ਼ਾਮਿਲ ਹੁੰਦੀ ਸੀ? ਹਾਂਜੀ, ਕਬਾਇਲੀ ਅਸੈਂਬਲੀਆਂ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਕਿਹੜੀ ਆ ਜਿਹੜੀ ਮੁਖੀ ਦੇ ਲਈ ਸ਼ਾਮਿਲ ਹੁੰਦੀ ਸੀ? ਆਪਾਂ ਕਹਿ ਸਕਦੇ ਹਾਂ ਜਦੋਂ ਰਾਜੇ ਦੀ ਚੋਣ ਹੁੰਦੀ ਸੀ, ਜਾਣੀ ਕਿ ਕਬਾਇਲੀ ਮੁਖੀ ਦੀ ਚੋਣ ਹੁੰਦੀ ਸੀ, ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸ਼ਾਮਿਲ ਹੁੰਦਾ ਸੀ? ਸਮਿਤੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਸਮਿਤੀ ਦੀ ਜੇ ਅਸੀਂ ਗੱਲ ਕਰੀਏ, ਸਮਿਤੀ ਦਾ ਜ਼ਿਕਰ ਰਿਗਵੇਦ ਦੇ ਵਿੱਚ 9 ਵਾਰ ਕੀਤਾ ਗਿਆ, ਸਭਾ ਦਾ ਜ਼ਿਕਰ ਰਿਗਵੇਦ ਦੇ ਵਿੱਚ 8 ਵਾਰ ਕੀਤਾ ਗਿਆ, ਠੀਕ ਹੈ। ਕਿੰਨੀ ਵਾਰ ਕੀਤਾ ਗਿਆ? 8 ਵਾਰ। ਤੇ ਵਿਦਤ ਦਾ ਜ਼ਿਕਰ 122 ਵਾਰ ਕੀਤਾ ਗਿਆ, ਇਹ ਵੀ ਤੁਸੀਂ ਧਿਆਨ ਰੱਖਣਾ, ਠੀਕ ਹੈ। ਤੇ ਸਮਿਤੀ ਦੀ ਗੱਲ ਕਰੀਏ, ਸਮਿਤੀ ਦੇ ਵਿੱਚ ਆਮ ਲੋਕ ਹੁੰਦੇ ਸੀ, ਲੋਕਾਂ ਦੀ ਸੰਸਥਾ ਹੀ ਰਾਜੇ ਦੀ ਚੋਣ ਕਰਦੀ ਸੀ, ਠੀਕ ਹੈ। ਅਗਲਾ ਪ੍ਰਸ਼ਨ ਆ, ਵੈਦਿਕ ਲੋਕਾਂ ਦੁਆਰਾ ਸਭ ਤੋਂ ਪਹਿਲਾਂ ਕਿਹੜੀ ਧਾਤੂ ਵਰਤੀ ਗਈ? ਹਾਂਜੀ, ਵੈਦਿਕ ਲੋਕਾਂ ਦੇ ਦੁਆਰਾ ਸਭ ਤੋਂ ਪਹਿਲਾਂ ਕਿਹੜੀ ਧਾਤੂ ਵਰਤੀ ਗਈ? ਜਿਵੇਂ ਕਿ ਮੈਂ ਤੁਹਾਨੂੰ ਕੱਲ ਸੱਭਿਅਤਾ ਦੇ ਵਿੱਚ ਕਰਵਾਇਆ ਸੀ ਕਿ ਗੋਲਡ, ਸਿਲਵਰ ਤੇ ਕਾਪਰ, ਇਸ ਦੇ ਬਾਰੇ ਪਹਿਲਾਂ ਹੀ ਹੜੱਪਾ ਸੱਭਿਅਤਾ ਦੇ ਬਾਰੇ ਜੇ ਆਪਾਂ ਕਹਿ ਸਕਦੇ ਹਾਂ ਵੀ ਇਹਦਾ ਯੂਜ਼ ਉਦੋਂ ਉਸ ਟਾਈਮ ਵੀ ਹੁੰਦਾ ਸੀ, ਪਹਿਲਾਂ ਹੀ ਸੀ। ਤੇ ਉਦੋਂ ਹੀ ਮੈਂ ਤੁਹਾਨੂੰ ਦੱਸਿਆ ਸੀ ਕਿ ਆਇਰਨ ਦੀ ਖੋਜ ਜਾਣੀ ਕਿ ਲੋਹੇ ਦੀ ਖੋਜ ਉੱਤਰ ਵੈਦਿਕ ਦੇ ਲੋਕਾਂ ਦੁਆਰਾ ਕੀਤੀ ਗਈ ਸੀ, ਠੀਕ ਹੈ। ਲੋਹੇ ਦੀ ਖੋਜ ਉੱਤਰ ਵੈਦਿਕ ਲੋਕਾਂ ਦੁਆਰਾ ਕੀਤੀ ਗਈ ਸੀ, ਜਾਣੀ ਕਿ ਜਿਹੜੀ ਪਹਿਲਾਂ ਕਿਹੜੀ ਧਾਤੂ ਇਹਨਾਂ ਦੁਆਰਾ ਵਰਤੀ ਗਈ ਆ? ਆਇਰਨ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਭਾਰਤ ਦੀ ਜਾਤ ਪ੍ਰਣਾਲੀ ਕਿਸ ਲਈ ਬਣਾਈ ਗਈ ਸੀ? ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਜਾਤ ਪ੍ਰਣਾਲੀ ਬਣੀ ਸੀ ਉਹਦਾ ਆਧਾਰ ਕੀ ਆ, ਠੀਕ ਹੈ। ਜਾਤ ਪ੍ਰਣਾਲੀ ਦਾ ਆਧਾਰ ਕੀ ਸੀਗਾ ਜਿਹੜੀ ਬਣਾਈ ਗਈ ਸੀ? ਜਾਤ ਪ੍ਰਣਾਲੀ ਕਿੱਤੇ ਦੇ ਆਧਾਰ ਤੇ ਬਣਾਈ ਜਾਂਦੀ ਸੀ। ਪਹਿਲਾਂ ਜਦੋਂ ਬਣਾਈ ਗਈ ਸੀ ਨਾ, ਕਿੱਤੇ ਦੇ ਆਧਾਰ ਤੇ ਬਣਾਈ ਗਈ ਸੀ, ਮਤਲਬ ਜਿਹੜਾ ਬੰਦਾ ਜਿਵੇਂ ਦਾ ਕੰਮ ਕਰਦਾ ਸੀ ਉਹਨੂੰ ਉਸੇ ਤਰ੍ਹਾਂ ਦੀ ਜਾਤ ਰੱਖ ਦਿੱਤੀ ਗਈ ਸੀ, ਉਹਦੀ ਉਦਾਂ ਹੀ ਜਾਤ ਬਣਾ ਦਿੱਤੀ ਜਾਂਦੀ ਸੀ ਜਿਹੜਾ ਉਹ ਕੰਮ ਕਰਦਾ ਸੀ। ਸੋ ਬਾਅਦ ਦੇ ਵਿੱਚ ਇਹ ਜਾਤ ਆ ਜਿਹੜੀ ਜਨਮ ਜਾਤ ਹੋ ਗਈ। ਤੇ ਇਸ ਦੇ ਵਿੱਚ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ ਕਿ ਕਿੱਤੇ ਦੇ ਆਧਾਰ ਤੇ ਜਾਤ ਪ੍ਰਣਾਲੀ ਬਣਾਈ ਗਈ ਸੀ। ਅਗਲਾ ਪ੍ਰਸ਼ਨ ਆ, ਉਹ ਫਸਲ ਜੋ ਵੈਦਿਕ ਲੋਕ ਨਹੀਂ ਜਾਣਦੇ ਸਨ। ਹਾਂਜੀ, ਵੈਦਿਕ ਲੋਕ ਆ ਜਿਹੜੇ ਇਹ ਤੰਬਾਕੂ ਬਾਰੇ ਨਹੀਂ ਜਾਣਦੇ ਸੀ, ਜਾਣੀ ਕਿ ਤੰਬਾਕੂ ਬਾਰੇ ਨਹੀਂ ਜਾਣਦੇ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਤੰਬਾਕੂ ਭਾਰਤ ਦੇ ਵਿੱਚ ਪੁਰਤਗਾਲੀਆਂ ਨੇ ਸ਼ੁਰੂ ਕੀਤਾ ਸੀ, ਨਾ ਕਿ ਵੈਦਿਕ ਲੋਕਾਂ ਨੇ, ਠੀਕ ਹੈ, ਨਹੀਂ ਜਾਣਦੇ ਸੀ ਇਸ ਬਾਰੇ। ਅਗਲਾ ਪ੍ਰਸ਼ਨ ਆ, ਵੈਦਿਕ ਆਰੀਅਨਾਂ ਦਾ ਮੁੱਖ ਭੋਜਨ ਸੀ। ਹਾਂਜੀ, ਵੈਦਿਕ ਆਰੀਅਨ ਆ ਜਿਹੜੇ ਇਹਨਾਂ ਦਾ ਮੁੱਖ ਭੋਜਨ ਕੀ ਸੀਗਾ? ਇਹਨਾਂ ਦਾ ਭੋਜਨ ਸੀਗਾ ਕਿ ਇਹ ਦੁੱਧ ਅਤੇ ਦੁੱਧ ਦੇ ਬਣੀਆਂ ਚੀਜ਼ਾਂ ਜਿਵੇਂ ਦੁੱਧ, ਲੱਸੀ, ਪਨੀਰ ਇਹਨਾਂ ਨੂੰ ਹੀ ਪਸੰਦ ਕਰਦੇ ਸੀ। ਤਾਂ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ ਮਿਲਕ ਐਂਡ ਇਟ ਇਜ਼ ਪ੍ਰੋਡਕਟ, ਠੀਕ ਹੈ। ਤੇ ਪਹਿਲੀ ਆਪਸ਼ਨ ਆ ਤੁਹਾਡੇ ਕੋਲੇ ਜੌਂ ਅਤੇ ਚੌਲ, ਦੂਜੀ ਆਪਸ਼ਨ ਆ ਤੁਹਾਡੇ ਕੋਲੇ ਦੁੱਧ ਅਤੇ ਦੁੱਧ ਦੇ ਉਤਪਾਦ, ਤੀਜੀ ਆਪਸ਼ਨ ਆ ਚੌਲ ਅਤੇ ਦਾਲਾਂ, ਚੌਥੀ ਆਪਸ਼ਨ ਆ ਸਬਜ਼ੀਆਂ ਅਤੇ ਫਲ। ਅਗਲਾ ਪ੍ਰਸ਼ਨ ਆ, ਉਮਰ ਦੇ ਵੱਧਦੇ ਕ੍ਰਮ ਵਿੱਚ ਆਰੀਅਨ ਸਮਾਜ ਵਿੱਚ ਮਨੁੱਖ ਦੇ ਜੀਵਨ ਦੇ ਹੇਠਲੇ ਪੜਾਵਾਂ ਵਿੱਚੋਂ ਕਿਹੜਾ ਇੱਕ ਸਹੀ ਹੈ? ਹਾਂਜੀ, ਵੱਧਦੇ ਕ੍ਰਮ ਦਾ ਮਤਲਬ ਕੀ ਹੁੰਦਾ? 1 2 3 4 ਕਿ ਵੱਧਦੇ ਕ੍ਰਮ ਵੱਲ ਜਾਣਾ, ਠੀਕ ਹੈ। ਉਹ ਕਹਿੰਦਾ ਵੱਧਦੇ ਕ੍ਰਮ ਵਿੱਚ ਆਰੀਅਨ ਸਮਾਜ ਵਿੱਚ ਮਨੁੱਖ ਦੇ ਜੀਵਨ ਦੇ ਹੇਠਲੇ ਪੜਾਵਾਂ ਵਿੱਚੋਂ ਕਿਹੜਾ ਸਹੀ ਆ? ਵੱਧਦਾ ਕ੍ਰਮ ਦੱਸਣਾ ਸੀ। ਜੇ ਵੱਧਦੇ ਕ੍ਰਮ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੋਣਾ ਕਿ ਬ੍ਰਾਹਮਣ ਦੀ ਗੱਲ ਹੋਈ ਆ, ਫਿਰ ਖੱਤਰੀ, ਫਿਰ ਵੈਸ਼ ਤੇ ਫਿਰ ਸ਼ੂਦਰ, ਠੀਕ ਹੈ। ਪਹਿਲਾਂ ਬ੍ਰਾਹਮਣ, ਫਿਰ ਖੱਤਰੀ, ਉਸ ਤੋਂ ਬਾਅਦ ਵੈਸ਼ ਤੇ ਫਿਰ ਸ਼ੂਦਰ। ਤਾਂ ਦੇਖੋ ਇਸ ਦੇ ਵਿੱਚੋਂ ਕਿਹੜੀ ਰਾਈਟ ਆਨਸਰ ਬਣਦੀ ਆ? ਰਾਈਟ ਆਨਸਰ ਹੈ ਆਪਸ਼ਨ ਨੰਬਰ ਏ। ਅਗਲਾ ਪ੍ਰਸ਼ਨ ਆ ਜੀ, ਰਿਗਵੈਦਿਕ ਆਰੀਅਨ ਇੱਕ ਪੈਸਟੋਰਲ ਲੋਕ ਸਨ, ਇਸ ਤੱਤ ਤੋਂ ਕੀ ਸਿੱਧ ਹੁੰਦਾ? ਹਾਂਜੀ, ਪੈਸਟੋਰਲ ਦਾ ਮਤਲਬ ਹੁੰਦਾ ਵਾ ਅੱਛੇ ਲੋਕ ਜਾਂ ਕਹਿ ਸਕਦੇ ਹਾਂ ਧਾਰਮਿਕ ਪ੍ਰਵਿਰਤੀ ਵਾਲੇ ਲੋਕ, ਠੀਕ ਹੈ। ਤਾਂ ਉਹ ਕਹਿੰਦੇ ਵੀ ਰਿਗਵੈਦਿਕ ਆਰੀਅਨ ਵਿੱਚ ਜਿਹੜੇ ਧਾਰਮਿਕ ਪ੍ਰਵਿਰਤੀ ਵਾਲੇ ਲੋਕ ਸਨ ਉਹਨਾਂ ਤੋਂ ਕੀ ਸਿੱਧ ਹੁੰਦਾ? ਇਹਨਾਂ ਦੇ ਵਿੱਚੋਂ ਜੋ ਹੇਠ ਲਿਖੀਆਂ ਆਪਸ਼ਨਾਂ, ਪਹਿਲੀ ਦੀ ਗੱਲ ਕਰੀਏ, ਉਹਨਾਂ ਨੇ ਬੋਲਿਆ ਵਾ ਕਿ ਰਿਗਵੇਦ ਵਿੱਚ ਗਾਂ ਵਾਸਤੇ ਬਹੁਤ ਸਾਰੀਆਂ ਗੱਲਾਂ ਨੇ, ਠੀਕ ਹੈ।
हाँ जी हैगियां ने। ਰਿਗਵੇਦ ਦੇ ਵਿੱਚ ਗਾਂ ਬਾਰੇ ਹੀ ਮਿਲਦਾ ਸਾਨੂੰ ਦੇਖਣ ਨੂੰ। ਫਿਰ ਜਿੰਨੇ ਵੀ ਯੁੱਧ ਹੋਏ ਨੇ ਉਹ ਗਾਵਾਂ ਦੇ ਲਈ ਹੋਏ ਆ। ਹਾਂਜੀ ਬਿਲਕੁਲ ਠੀਕ ਆ। ਗਾਂ ਦਾ ਜ਼ਿਕਰ ਰਿਗਵੇਦ ਵਿੱਚ ਬਹੁਤ ਬਾਰ ਸਾਨੂੰ ਮਿਲਦਾ ਵਾ ਤੇ ਗਾਂ ਹੀ ਮੇਨ ਸੰਪत्ति ਮੰਨੀ ਜਾਂਦੀ ਸੀ। ਠੀਕ ਹੈ। ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਉਹ ਕਹਿੰਦੇ ਦਾਨ ਦੇ ਵਿੱਚ ਵੀ ਗਾਂ ਹੀ ਦਿੱਤੀ ਜਾਂਦੀ ਸੀ, ਨਾ ਕਿ ਜਗ੍ਹਾ ਦਿੱਤੀ ਜਾਂਦੀ ਸੀ। ਠੀਕ ਹੈ। ਤਾਂ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਡੀ, ਆਲ ਆਫ ਦੀ ਅਬਵ। ठीक है जी। अगला प्रश्न, आर्यन लोग पूर्व आर्यना नाल अपने टकराव विच सफल होए क्यों? क्यों इसका मतलब है कि अपने लोग अपने कोल जे आपां गल करिए आर्यन लोग पूर्व आर्यना नाल अपने टकराव विच सफल होए क्योंकि देखो इसदा मतलब की आ कि अपने कोल जिहड़े काल आ, एक रिग काल आ, रिगवेदिक काल आ ते दूजा उत्तर वैदिक काल आ। रिगवेदिक काल नालों उत्तर वैदिक काल ज़्यादा फेमस होया, वो ज़्यादा ग्रोथ किया, उन्हें ज़्यादा ग्रोथ की क्यों? कहते उसका कारण की है, वो कारण पूछ रहे हैं। इसका मीनिंग यही आ कि रिगवेदिक काल और उत्तर वैदिक काल दे विचों जां आपां कह सकते उत्तर वैदिक काल ज़्यादा फेमस होने का कारण पूछ रहे हैं वो कि आ। उत्तर वैदिक काल का ज़्यादा फेमस होने का कारण सीगा कि वो घोड़ियां रथां अते गड्डियां दा यूज़ किया सी उन्होंने, इस करके वो ज़्यादा फेमस हो गए सी। तो इसका राइट आंसर है ऑप्शन नंबर डी। अगला प्रश्न, हेठ लिखे वेदां विचों किहड़ा वेद मुढ़ले वैदिक युग की सभ्यता बारे जानकारी दिंदा? हाँ जी मुढ़ले वैदिक युग की सभ्यता बारे जानकारी दिंदा ऋग्वेद। ऑप्शन नंबर ए इज़ द राइट आंसर। अगला प्रश्न, वैदिक गणित का सब तो महत्वपूर्ण पाठ किहड़ा है? हाँ जी वैदिक गणित का सब तो महत्वपूर्ण पाठ आ सुलभ सूत्र। ऑप्शन नंबर सी इज़ द राइट आंसर। अगला प्रश्न, हेठ लिखियां विचों किहड़ी कारीगरी आर्यना द्वारा नहीं की गई? हाँ जी जिहड़े आर्यन लोगों द्वारा इन्हां दे विचों किहड़ी कारीगरी आ, किहड़ा काम आ जिहड़ा आर्यन लोग नहीं करते सी? सब तो पहला जे असीं गल करिए पहला ही ऑप्शन आ तुहाडी बर्तन दी। बर्तन भी इन्हां द्वारा बनाए भी गए सी, किते भी वरते भी जाते सी, गहने भी ठीक है वरते भी जाते सी, बनाए भी जाते सी, औजार भी वरते भी जाते सी ते बनाए भी जाते सी। पर जो ब्लैक स्मिथ आ इन्हां दी वरतों इन्हां ने नहीं की सी। ऑप्शन नंबर डी इज़ द राइट आंसर। अगला प्रश्न, किस नूं आयुर्वेद के अभ्यासियों द्वारा दवाई का देवता कहा जाता है? हाँ जी इन्हां दे विचों जिहड़ियां ऑप्शनस तुहाडे सामने आ भी किन्हां नूं दवाइयां दा देवता कहा जाता है? तो यह कहा जाता है धनवंतरी नूं। ऑप्शन नंबर सी इज़ द राइट आंसर। धनवंतरी ने आयुर्वेद का ग्रंथ लिखिया ते बहुत तकड़े डॉक्टर सी प्राचीन काल दे। अगला प्रश्न, हेठ लिखियां विचों किहड़ा गलत मेल खांदा है? हाँ जी जिहड़ा गलत मेल खांदा वो दसना। उन्होंने लिखिया जिहड़ा सामवेद आ वो नॉलेज ऑफ साइंस आ। की सामवेद नॉलेज ऑफ साइंस आ? नहीं, सामवेद मैं तुहानूं पहलां दस्सिया किहदे नाल रिलेटिड आ? संगीत नाल रिलेटिड आ। गाउण वालियां रचनावां इहदे विच मिलदियां वा, गाउण वालियां रचनावां दा समूह आ सामवेद। ठीक है ऑप्शन नंबर ए ही इसका राइट आंसर है। अगे ऋग्वेद की गल कर लैंदे आ। ऋग्वेद उन्हें क्या मंत्रां अते रचनावां दा समूह आ। हाँ जी बिल्कुल मंत्रां अते रचनावां दा समूह आ ऋग्वेद। अथर्वेद आ जिहड़ा यह जादू टूना इस दे विच दस्सिया गया वा, मैजिक फॉर्मूलास। हाँ जी ये भी बिल्कुल ठीक आ। अगे युरवेद आ जिहड़ा इहदे विच जग्गां दी गल कीती आ, ये भी बिल्कुल ठीक है। ठीक है जी ऑप्शन ए ही राइट आंसर है कि जिहड़ा सामवेद आ वो गाउण वालियां रचनावां दा समूह आ, ना कि साइंस दा। हाँ जी अगला प्रश्न, हेठ लिखियां विचों किस नूं देवांत कहा जाता है? हाँ जी इन्हां दे विचों देवांत किस नूं कहा जाता है? देवांत की जे असीं गल करिए तां देवांत देखो एक देवांत नहीं गा, इत्थे बाय मिसटेक टाइप होया होया, ये हैगा वेदांग वेदाग। ठीक है वेदाग इन्हां दी जिहड़ी गिनती है 6 आ। इन्हां दे विचों वेदाग किस नूं कहा गया? उपनिषद नूं कहा गया। ऑप्शन नंबर सी इज़ द राइट आंसर। अगला प्रश्न, हिंदू इतिहास के संदर्भ विच भगवान विष्णु के 10 अवतारां विचों किहड़ा विकल्प नहीं आ? हाँ जी हिंदू इतिहास के संदर्भ दे विच भगवान विष्णु के 10 अवतार आ ते उन्हां 10 दे विचों इन्हां दे विचों किहड़ा विकल्प नहीं गा? जे इन्हां दी गल करिए तां इन्हां दे विचों विकल्प नहीं गा गरुड़।
ਗੁਰੜ ਇਹਨਾਂ ਦੀ ਸਵਾਰੀ ਮੰਨਿਆ ਜਾਂਦਾ ਵਾ, ਨਾ ਕਿ ਇਹਨਾਂ ਦੇ ਅਵਤਾਰ ਮੰਨਿਆ ਜਾਂਦਾ। ਠੀਕ ਹੈ, ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਭਗਵਾਨ ਵਿਸ਼ਨੂੰ ਨੇ ਮੱਛੀ ਦਾ ਅਵਤਾਰ ਲਿਆ ਸੀ, ਜਿਹਨੂੰ ਮਤਸਿਆ ਲਿਖਿਆ। ਠੀਕ ਹੈ, ਉਸ ਤੋਂ ਬਾਅਦ ਕੁਰਮ ਜਾਣੀ ਕਿ ਕੱਛੂ ਕੁੰਮਾ ਦਾ ਅਵਤਾਰ ਵੀ ਲਿਆ ਸੀ ਤੇ ਸੂਰ ਦਾ ਅਵਤਾਰ ਵੀ ਲਿਆ ਸੀ। ਠੀਕ ਹੈ, ਆਪਸ਼ਨ ਏ ਇਸ ਦਾ ਰਾਈਟ ਆਂਸਰ ਹੈ ਗੁਰੁੜ। ਅਗਲਾ ਪ੍ਰਸ਼ਨ ਆ ਜੀ, ਕੋਲਡੀ ਹਵਾ ਦਾ ਪੁਰਾਤਤਵ ਸਥਾਨ ਇੱਥੇ ਸਥਿਤ ਹੈ। ਹਾਂਜੀ, ਕਿੱਥੇ ਸਥਿਤ ਹੈ ਇਹਨਾਂ ਆਪਸ਼ਨਸ ਦੇ ਵਿੱਚੋਂ? ਉੱਤਰ ਪ੍ਰਦੇਸ਼ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ, ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜੀ ਸੱਭਿਅਤਾ ਸਭ ਤੋਂ ਵੱਡੀ ਆ? ਹਾਂਜੀ, ਪ੍ਰਾਚੀਨ ਸੱਭਿਅਤਾਵਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਵੱਡੀ ਆ ਸਿੰਧ ਘਾਟੀ ਦੀ ਸੱਭਿਅਤਾ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਕਿਸ ਧਰਮ ਦੇ ਨਾਲ 24 ਤੀਰਥੰਕਰ ਸੰਬੰਧਿਤ ਸਨ? ਹਾਂਜੀ, ਜੈਨ ਧਰਮ ਦੇ ਨਾਲ 24 ਤੀਰਥੰਕਰ ਸੰਬੰਧਿਤ ਸਨ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਆ ਸਕਦਾ ਕਿ ਜੈਨ ਧਰਮ ਦੇ ਨਾਲ ਕਿੰਨੇ ਤੀਰਥੰਕਰ ਸੰਬੰਧਿਤ ਸਨ? ਤਾਂ ਰਾਈਟ ਆਂਸਰ ਹੋਵੇਗਾ 24। ਪਹਿਲਾ ਕਿਹੜਾ? ਰਿਸ਼ਵਦੇਵ, ਤੇ 23ਵੇਂ ਆ ਸਾਡੇ ਪਾਰਸਵਨਾਥ, ਤੇ 24ਵੇਂ ਆ ਵਰਧਮਾਨ ਮਹਾਵੀਰ ਸਵਾਮੀ। ਤੇ ਵਰਧਮਾਨ ਮਹਾਵੀਰ ਸਵਾਮੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ, ਇਹਨਾਂ ਦੇ ਨਾਲ ਰਿਲੇਟਿਡ MCQ ਐਗਜ਼ਾਮ ਦੇ ਵਿੱਚ ਅਕਸਰ ਦੇਖੇ ਗਏ ਆ। ਠੀਕ ਹੈ ਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਸਵੈਤਾਵਰ ਅਤੇ ਦਿਗੰਬਰ ਦੋ ਸੰਪਰਦਾਵਾਂ ਹਨ। ਹਾਂਜੀ, ਸਵੈਤਾਵਰ ਅਤੇ ਦਿਗੰਬਰ ਦੋ ਸੰਪਰਦਾਵਾਂ ਨੇ ਜੈਨ ਧਰਮ ਦੀਆਂ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਦੇਖੋ, ਜਦੋਂ ਪਹਿਲੀ ਜੈਨ ਸਭਾ ਹੋਈ ਸੀ ਨਾ, ਉਸ ਦੇ ਵਿੱਚ ਇਸ ਨੂੰ ਦੋ ਭਾਗਾਂ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ ਸੀ, ਇੱਕ ਸਵੈਤਾਵਰ ਅਤੇ ਇੱਕ ਦਿਗੰਬਰ। ਤੇ ਜਿਹੜੀ ਦਿਗੰਬਰ ਸੀ ਇਸ ਦੇ ਪ੍ਰਧਾਨ ਸੀਗੇ ਭੱਦਰਬਾਹੂ। ਇਹ ਨੰਗੇ ਰਹਿੰਦੇ ਸੀਗੇ। ਕਿਉਂ ਨੰਗੇ ਰਹਿੰਦੇ ਸੀ? ਇਹਨਾਂ ਨੇ ਕੱਪੜਿਆਂ ਦਾ ਤਿਆਗ ਕੀਤਾ ਸੀਗਾ। ਇੱਥੇ ਤੁਹਾਨੂੰ ਨਿਵਸਤਰ ਵੀ ਲਿਖਿਆ ਆ ਸਕਦਾ, ਇਸ ਦਾ ਮਤਲਬ ਹੈ ਕਿ ਇਹ ਨੰਗੇ ਰਹਿੰਦੇ ਸੀ, ਕੱਪੜੇ ਨਹੀਂ ਪਹਿਨਦੇ ਸੀ, ਇਹਨਾਂ ਨੇ ਕੱਪੜਿਆਂ ਦਾ ਤਿਆਗ ਕੀਤਾ ਸੀਗਾ। ਤੇ ਦੂਸਰਾ ਜਿਹੜਾ ਸੀਗਾ ਸਵੈਤਾਵਰ, ਸਵੈਤਾਵਰ ਦੇ ਵਿੱਚ ਕੀ ਸੀਗਾ? ਇਸ ਦੇ ਜਿਹੜੇ ਪ੍ਰਧਾਨ ਸੀਗੇ ਉਹ ਸੀਗੇ ਸਦੁਰਪੱਦਰ, ਤੇ ਇਹ ਸਫੇਦ ਕੱਪੜੇ ਪਾ ਕੇ ਰੱਖਦੇ ਸੀ। ਇਹਨਾਂ ਦਾ ਪ੍ਰਮੁੱਖ ਕੇਂਦਰ ਕੀ ਸੀਗਾ? ਇਹਨਾਂ ਦਾ ਪ੍ਰਮੁੱਖ ਕੇਂਦਰ ਸੀਗਾ ਮਗਧ, ਜਿਹੜਾ ਕਿ ਵਿਹਾਰ ਵਾਲਾ ਏਰੀਆ ਵਾ ਉਹ ਪਹਿਲਾਂ ਮਗਧ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਠੀਕ ਹੈ, ਤੇ ਜੇਕਰ ਅਸੀਂ ਗੱਲ ਕਰੀਏ ਦਿਗੰਬਰ ਦੀ ਤਾਂ ਇਸ ਦਾ ਏਰੀਆ ਕਿਹੜਾ ਵਾ? ਕਰਨਾਟਕ। ਠੀਕ ਹੈ, ਇਹ ਵੀ ਤੁਸੀਂ ਧਿਆਨ 'ਚ ਰੱਖਣਾ। ਅਗਲਾ ਪ੍ਰਸ਼ਨ ਆ, ਵਰਧਮਾਨ ਮਹਾਵੀਰ ਨੇ ਕਿਹੜੀ ਭਾਸ਼ਾ ਵਿੱਚ ਪ੍ਰਚਾਰ ਕੀਤਾ? ਆਨਸਰ ਤੁਹਾਡੇ ਸਾਹਮਣੇ ਸ਼ੋ ਹੋ ਗਿਆ। ਵਰਧਮਾਨ ਮਹਾਵੀਰ ਨੇ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਪ੍ਰਚਾਰ ਕੀਤਾ ਸੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ, ਪ੍ਰਾਕ੍ਰਿਤ। ਠੀਕ ਹੈ, ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਇਹਨਾਂ ਨੇ ਪ੍ਰਚਾਰ ਕੀਤਾ ਸੀਗਾ। ਤੇ ਇਹਨਾਂ ਦੀ ਜਿਹੜੀ ਲਿਪੀ ਆ, ਪ੍ਰਾਕ੍ਰਿਤ ਭਾਸ਼ਾ ਦੀ ਲਿਪੀ ਕਿਹੜੀ ਆ? ਤਾਂ ਇਸ ਦੀ ਲਿਪੀ ਆ ਬ੍ਰਹਮੀ ਲਿਪੀ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਪਹਿਲੀ ਜੈਨ ਸਭਾ ਦੀ ਪ੍ਰਧਾਨਗੀ ਕੀਤੀ ਸੀ? ਹਾਂਜੀ, ਪਹਿਲੀ ਜੈਨ ਸਭਾ ਦੀ ਪ੍ਰਧਾਨਗੀ ਕਿਹਨਾਂ ਨੇ ਕੀਤੀ ਸੀ? ਜਿਹੜੀ ਪਹਿਲੀ ਜੈਨ ਸਭਾ ਹੋਈ ਸੀ ਇਸ ਦੀ ਪ੍ਰਧਾਨਗੀ ਕੀਤੀ ਸੀ ਸਥੁਲਵਦਰ ਨੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਸਥੁਲਵਦਰ ਨੇ ਇਸ ਦੀ ਪ੍ਰਧਾਨਗੀ ਕੀਤੀ ਸੀ, ਜਿਹੜੀ ਪਹਿਲੀ ਜੈਨ ਸਭਾ ਹੋਈ ਸੀ। ਤੇ ਪਹਿਲੀ ਜੈਨ ਸਭਾ ਕਦੋਂ ਹੋਈ ਸੀ ਇਹ ਅਸੀਂ ਅੱਗੇ ਜਾ ਕੇ ਡਿਸਕਸ ਕਰਾਂਗੇ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਕਰਨਾਟਕ ਵਿੱਚ ਜੈਨ ਧਰਮ ਨੂੰ ਕਿਸ ਰਾਜੇ ਨੇ ਫੈਲਾਇਆ ਸੀ? ਹਾਂਜੀ, ਕਰਨਾਟਕ ਦੇ ਵਿੱਚ ਜੈਨ ਧਰਮ ਨੂੰ ਕਿਸ ਰਾਜੇ ਨੇ ਫੈਲਾਇਆ ਸੀ? ਹਾਂਜੀ, ਕਿਹੜੇ ਰਾਜੇ ਨੇ ਕਰਨਾਟਕ ਦੇ ਵਿੱਚ ਜੈਨ ਧਰਮ ਨੂੰ ਫੈਲਾਇਆ ਸੀ? ਆਪਸ਼ਨ ਨੰਬਰ ਏ ਚੰਦਰਗੁਪਤ ਮੌਰੀਆ। ਚੰਦਰਗੁਪਤ ਮੌਰੀਆ ਨੇ ਕਰਨਾਟਕ ਦੇ ਵਿੱਚ ਜੈਨ ਧਰਮ ਨੂੰ ਫੈਲਾਇਆ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਪਹਿਲਾ ਤੀਰਥੰਕਰ ਕੌਣ ਸੀ? ਹਾਂਜੀ, ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤਾ ਕਿ ਪਹਿਲੇ ਤੀਰਥੰਕਰ ਕੌਣ ਸੀ? ਰਿਸ਼ਵਨਾਥ। ਠੀਕ ਹੈ, ਇਹਨਾਂ ਨੇ ਜੈਨ ਧਰਮ ਦੀ ਸਥਾਪਨਾ ਕੀਤੀ ਸੀ, ਪਰ ਜੈਨ ਧਰਮ ਦੇ ਰੀਅਲ ਫਾਊਂਡਰ ਆ ਜੋ ਮੰਨੇ ਜਾਂਦੇ ਆ ਵਰਧਮਾਨ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਤੇ ਪਹਿਲੇ ਤੀਰਥੰਕਰ ਆ ਰਿਸ਼ਵਨਾਥ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਤੀਰਥੰਕਰ ਕੌਣ ਹੈ ਤੇ ਜਿਸ ਦੀ ਇਤਿਹਾਸਿਕਤਾ ਤੇ ਸ਼ੱਕ ਤੋਂ ਪਰੇ ਆ? ਮਤਲਬ ਜਿਸ ਦੀ ਇਤਿਹਾਸਿਕਤਾ ਤੇ ਜਿਸ ਦੀ ਹਿਸਟਰੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਉਹ ਤੀਰਥੰਕਰ ਕੌਣ ਆ? ਤਾਂ ਉਹ ਮੰਨੇ ਗਏ ਆ ਪਾਸ਼ਵਰਨਾਥ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਦੇਖੋ, ਪਾਸ਼ਵਰਨਾਥ ਇਹਨਾਂ ਦੇ ਪਿਤਾ ਦਾ ਨਾਮ ਸੀ ਅਸ਼ਵਸੈਨ। ਇਹ ਕਾਸ਼ੀ ਦੇ ਸੀ, ਕਾਸ਼ੀ ਜਾਣੀ ਕਿ ਵਾਰਾਣਸੀ ਦੇ ਸੀ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਰਾਜਾ ਸੀ ਇਹ ਕਾਸ਼ੀ ਦੇ, ਜਾਣੀ ਕਿ ਵਾਰਾਣਸੀ ਦੇ ਰਾਜਾ ਸੀ। ਠੀਕ ਹੈ ਜੀ, ਅਗਲਾ ਪ੍ਰਸ਼ਨ ਹਾਂਜੀ, ਰਿਗਵੇਦ ਵਿੱਚ ਤੀਰਥੰਕਰ ਦਾ ਨਾਮ ਦਰਜ ਆ? ਕਿਹੜੇ ਰਿਗਵੇਦ ਆ ਜਿਹੜਾ ਅਸੀਂ ਜੇਕਰ ਗੱਲ ਕਰੀਏ ਕਿਹੜੇ ਤੀਰਥੰਕਰ ਦਾ ਨਾਮ ਰਿਗਵੇਦ ਦੇ ਵਿੱਚ ਦਰਜ ਆ?
ਤਾਂ ਰਿਸ਼ਵਦੇਵ ਰਾਰੇ ਤੇ ਯਾਦ ਰੱਖਣਾ, ਰਿਸ਼ਵਦੇਵ ਦਾ ਨਾਮ ਰਿਗਵੇਦ ਦੇ ਵਿੱਚ ਦਰਜ ਆ। ਠੀਕ ਹੈ, ਤੇ ਇਹਨਾਂ ਨੂੰ ਆदिनाथ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਰਿਸ਼ਵਦੇਵ। ਤੁਹਾਨੂੰ ਰਿਸ਼ਵਨਾਥ ਵੀ ਲਿਖਿਆ ਆ ਸਕਦਾ, ਰਿਸ਼ਵਦੇਵ ਵੀ ਲਿਖਿਆ ਆ ਸਕਦਾ। ਠੀਕ ਹੈ, ਧਿਆਨ ਰੱਖਣਾ ਇਸ ਦਾ। ਅਗਲਾ ਪ੍ਰਸ਼ਨ, ਵੈਦਿਕ ਸਾਹਿਤਕ ਵਿੱਚ ਦਰਜ ਤੀਰਥੰਕਰ ਕੌਣ ਹੈ? ਹਾਂਜੀ, ਵੈਦਿਕ ਸਾਹਿਤ ਦੀ ਜੇ ਅਸੀਂ ਗੱਲ ਕਰੀਏ ਤਾਂ ਇਸ ਦੇ ਵਿੱਚ ਦਰਜ ਤੀਰਥੰਕਰ ਕੌਣ ਆ? ਤਾਂ ਉਹ ਨੇ, ਹਾਂਜੀ, ਇੱਕ ਤਾਂ ਮੈਂ ਤੁਹਾਨੂੰ ਨਾਮ ਪਹਿਲਾਂ ਹੀ ਦੱਸਿਆ ਵਾ ਕਿ ਵੈਦਿਕ ਦੇ ਵਿੱਚ, ਵੈਦਿਕ ਸਾਹਿਤ ਦੇ ਵਿੱਚ ਕੌਣ ਦਰਜ ਆ? ਰਿਸ਼ਵਨਾਥ। ਤੇ ਦੂਸਰੇ ਕੌਣ ਆ? ਹਾਂਜੀ, ਇਹਨਾਂ ਤੋਂ ਇਲਾਵਾ ਦੂਸਰੇ ਨੇ ਅਰਿਸਟਨੇਮੀ। ਠੀਕ ਹੈ, ਅਰਿਸਟਾਨੇਮੀ ਵੀ ਆ ਸਕਦਾ, ਅਰਿਸਟਨੇਮੀ ਵੀ ਆ ਸਕਦਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਠੀਕ ਹੈ, ਇਹਨਾਂ ਦੋਨਾਂ ਦੇ ਨਾਮ ਆ ਜਿਹੜੇ ਵੈਦਿਕ ਸਾਹਿਤ ਦੇ ਵਿੱਚ ਦਰਜ ਆ। ਅਗਲਾ ਪ੍ਰਸ਼ਨ ਆ, ਪਾਰਸ਼ਵਨਾਥ ਕਿਸ ਰਾਜ ਨਾਲ ਸੰਬੰਧ ਰੱਖਦੇ ਸਨ? ਹਾਂਜੀ, ਪਾਰਸ਼ਵਨਾਥ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਇਹ ਵਾਰਾਣਸੀ ਦੇ ਨਾਲ ਸੰਬੰਧ ਰੱਖਦੇ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ ਜੀ, ਮਹਾਵੀਰ ਦਾ ਜਨਮ ਸਥਾਨ ਕਿਹੜਾ ਹੈ? ਹਾਂਜੀ, ਮਹਾਵੀਰ ਦਾ ਜਨਮ ਸਥਾਨ ਕਿਹੜਾ ਹੈ? ਤਾਂ ਇਹਨਾਂ ਦਾ ਜਨਮ ਸਥਾਨ ਆ ਕੁੰਡਗ੍ਰਾਮ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ, ਕੁੰਡਗ੍ਰਾਮ। ਇਹਨਾਂ ਦਾ ਜਨਮ ਹੋਇਆ ਕਦੋਂ ਆ? 540 BC ਦੇ ਵਿੱਚ ਕੁੰਡਗ੍ਰਾਮ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਠੀਕ ਹੈ ਜੀ। ਅਗਲਾ ਪ੍ਰਸ਼ਨ, ਕਿਸ ਨਦੀ ਦੇ ਕਿਨਾਰੇ ਕੇਵਲਿਆ ਪ੍ਰਾਪਤ ਕੀਤਾ ਸੀ? ਹਾਂਜੀ, ਕੇਵਲਿਆ ਬੋਲਦੇ ਆ ਪੂਰਨ ਗਿਆਨ ਨੂੰ। ਤਾਂ ਪੂਰਨ ਗਿਆਨ ਕਿਸ ਨਦੀ ਦੇ ਕਿਨਾਰੇ ਪ੍ਰਾਪਤ ਕੀਤਾ ਸੀ? ਮਹਾਵੀਰ ਨੇ। ਠੀਕ ਹੈ, ਇਸ ਦਾ ਧਿਆਨ ਰੱਖਣਾ ਕਿ ਕਿੰਨਾ ਬਾਰੇ ਗੱਲ ਹੋ ਰਹੀ ਆ? ਮਹਾਵੀਰ ਬਾਰੇ ਗੱਲ ਹੋ ਰਹੀ ਆ। ਤੇ ਇਹਨਾਂ ਨੂੰ ਪੂਰਨ ਗਿਆਨ ਕਦੋਂ ਪ੍ਰਾਪਤ ਹੋਇਆ ਸੀ ਤੇ ਕਿਸ ਨਦੀ ਦੇ ਕਿਨਾਰੇ ਪ੍ਰਾਪਤ ਹੋਇਆ ਸੀਗਾ? ਰਿਤੂਪਾਲਿਕਾ ਨਦੀ ਦੇ ਕਿਨਾਰੇ ਪ੍ਰਾਪਤ ਹੋਇਆ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਤੇ ਨਦੀ ਦੇ ਕਿਨਾਰੇ ਸਾਲ ਦੇ ਦਰਖਤ ਹੇਠਾਂ, ਦਰਖਤ ਦਾ ਨਾਮ ਯਾਦ ਰੱਖਣਾ, ਸਾਲ ਦੇ ਦਰਖਤ ਹੇਠਾਂ ਹੋਇਆ ਸੀ। ਤੇ ਪਿੰਡ ਦਾ ਨਾਮ ਕੀ ਹੈ ਜਿੱਥੇ ਹੋਇਆ ਸੀ? ਯੂਪਿੰਕ। ਠੀਕ ਹੈ, ਮੈਂ ਲਿਖ ਦਿੰਨੀ ਆ ਯੂ। ਅਗਲਾ ਪ੍ਰਸ਼ਨ ਆ ਜੀ, ਮਹਾਵੀਰ ਕਿਸ ਦੀ ਆਗਿਆ ਨਾਲ ਤਪਸਵੀ ਬਣੇ? ਹਾਂਜੀ, ਮਹਾਵੀਰ ਕਿਸ ਦੀ ਆਗਿਆ ਨਾਲ ਤਪਸਵੀ ਬਣੇ ਸੀ? ਆਪਣੇ ਵੱਡੇ ਭਰਾ ਦੀ ਆਗਿਆ ਨਾਲ। ਵੱਡੇ ਭਰਾ ਦਾ ਨਾਮ ਕੀ ਆ? ਨੰਦੀਵਰਧਨ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਆ ਜੀ, ਜੈਨ ਧਰਮ ਦੇ ਅਨੁਸਾਰ ਕਿਹੜਾ ਗਿਆਨ ਦਾ ਸਰੋਤ ਨਹੀਂ ਹੈ? ਹਾਂਜੀ, ਜੈਨ ਧਰਮ ਦੇ ਅਨੁਸਾਰ ਗਿਆਨ ਦਾ ਸਰੋਤ ਕਿਹੜਾ ਨਹੀਂ ਗਾ? ਦੇਖੋ, ਜੇਕਰ ਅਸੀਂ ਗੱਲ ਕਰੀਏ ਪ੍ਰੀਕਸ਼ਤਾ ਦੀ, ਤਾਂ ਇਹ ਵੀ ਜੈਨ ਧਰਮ ਦਾ ਗਿਆਨ ਦਾ ਸਰੋਤ ਆ। ਠੀਕ ਹੈ, ਤੇ ਜੇਕਰ ਅਸੀਂ ਗੱਲ ਕਰੀਏ ਅਨੁਮਾਨ ਦੀ, ਇਹ ਵੀ ਗਿਆਨ ਦਾ ਸਰੋਤ ਮੰਨਿਆ ਗਿਆ ਵਾ। ਤੇ ਤੀਰਥੰਕਰ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਵਾ ਕਿ ਇਹਨਾਂ ਤੀਰਥੰਕਰ ਦਾ ਵੀ ਕਹਿਣਾ ਵਾ ਕਿ ਇਹ ਗਿਆਨ ਦਾ ਸਰੋਤ ਹੀ ਮੰਨਿਆ ਗਿਆ ਵਾ। ਜਿਹੜਾ ਤੀਰਥੰਕਰਾਂ ਦਾ ਕਹਿਣਾ ਵਾ ਉਹ, ਜਾਂ ਕਹਿ ਸਕਦੇ ਉਹਨਾਂ ਦੇ ਵਚਨ ਸੀ ਜੋ, ਉਹਨਾਂ ਨੂੰ ਵੀ ਗਿਆਨ ਹੀ ਮੰਨਿਆ ਗਿਆ। ਪਰ ਵੇਦਾਂ ਦੀ ਗੱਲ ਕਰੀਏ, ਜੈਨ ਧਰਮ ਇਹ ਮੰਨਦਾ ਕਿ ਵੇਦਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਗਿਆਨ ਨਹੀਂ ਗਾ। ਠੀਕ ਹੈ, ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ, ਜੈਨ ਸਾਹਿਤ ਦੇ ਕਿੰਨੇ ਅੰਗ ਹਨ? ਹਾਂਜੀ, ਜੈਨ ਸਾਹਿਤ ਦੇ ਕਿੰਨੇ ਅੰਗ ਆ? ਦੇਖੋ, ਜੈਨ ਸਾਹਿਤ ਆ ਜੇ, ਆਗਮ ਲਿਖਿਆ ਆ ਜੇ, ਪੂਰਵ ਲਿਖਿਆ ਆ ਜੇ, ਇਸ ਦਾ ਮਤਲਬ ਜੈਨ ਧਰਮ ਦੀ ਹੀ ਗੱਲ ਹੋ ਰਹੀ ਆ। ਠੀਕ ਹੈ, ਜੈਨ ਸਾਹਿਤ ਲਿਖਿਆ ਆ ਜੇ, ਇਸ ਤੋਂ ਇਲਾਵਾ ਆਗਮ ਲਿਖਿਆ ਆ ਜੇ, ਇਸ ਤੋਂ ਇਲਾਵਾ ਪੂਰਵ ਲਿਖਿਆ ਆ ਜੇ। ਤੇ ਜਿਹੜਾ ਜੈਨ ਸਾਹਿਤ ਆ, ਇਸ ਦੇ 12 ਅੰਗ ਸੀ ਤੇ 12 ਹੀ ਉਪਅੰਗ ਸੀ। ਕਿੰਨੇ ਅੰਗ ਸੀ? 12 ਅੰਗ ਸੀ, 12 ਉਪਅੰਗ ਸੀ। ਇਹਨਾਂ ਦੇ ਵਿੱਚੋਂ 10 ਪਰਿਕਰਨ ਸੀ, 6 ਸੰਧ ਸੂਤਰ ਸੀ, 4 ਮੂਲ ਸੂਤਰ ਸੀਗੇ। ਤੇ ਇਹਨਾਂ ਨੂੰ ਲਿਖਿਆ ਕਿਹਦੇ ਵਿੱਚ ਗਿਆ ਸੀ? ਵੈਸੇ ਜੇ ਅਸੀਂ ਗੱਲ ਕਰੀਏ ਜੈਨ ਸਾਹਿਤ ਨੂੰ, ਤਾਂ ਇਸ ਨੂੰ ਮੈਂ ਤੁਹਾਨੂੰ ਆਲਰੇਡੀ ਦੱਸਿਆ ਪ੍ਰਕਿਰਤਿਕ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ। ਠੀਕ ਹੈ ਜੀ, ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਸ ਦੇ ਕਿੰਨੇ ਅੰਗ ਆ? 12। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ, ਪਹਿਲੀ ਜੈਨ ਸਭਾ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ? ਹਾਂਜੀ, ਪਹਿਲੀ ਜੈਨ ਸਭਾ ਦੀ ਪ੍ਰਧਾਨਗੀ ਕਿਹਨਾਂ ਨੇ ਕੀਤੀ ਸੀ? ਸਥੁਲਪਦਰ ਨੇ ਕੀਤੀ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਪਹਿਲੀ ਜੈਨ ਸਭਾ ਕਦੋਂ ਹੋਈ ਸੀ? ਪਹਿਲੀ ਜੈਨ ਸਭਾ ਲਗਭਗ 300 BC ਦੇ ਆਸ-ਪਾਸ ਹੋਈ ਸੀ ਤੇ ਇਸ ਨੂੰ ਚੰਦਰਗੁਪਤ ਮੌਰੀਆ ਦੁਆਰਾ ਕਰਵਾਇਆ ਗਿਆ ਸੀ ਤੇ ਇਸ ਦੇ ਪ੍ਰਧਾਨ ਬਣਾਏ ਗਏ ਸੀ ਸਥੁਲਪਦਰ। ਤੇ ਜੈਨ ਸਭਾ ਹੋਈ ਕਿੱਥੇ ਸੀ? ਪਹਿਲੀ ਜੈਨ ਸਭਾ ਪਾਟਲੀਪੁੱਤਰ ਦੇ ਵਿੱਚ ਹੋਈ ਸੀ। ਠੀਕ ਹੈ, ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ। ਅਗਲਾ ਪ੍ਰਸ਼ਨ, ਦੂਜੀ ਜੈਨ ਸਭਾ ਕਿੱਥੇ ਹੋਈ ਸੀ? ਸਮਿਤੀ ਲਾ ਲਓ ਜਾਂ ਸਭਾ ਲਾ ਲਓ, ਸੇਮ ਹੀ ਮੀਨਿੰਗ ਹੁੰਦਾ। ਦੂਜੀ ਜੈਨ ਸਭਾ ਕਿੱਥੇ ਹੋਈ ਸੀ? ਤਾਂ ਇਹ ਹੋਈ ਸੀ ਬਲਲਾਵੀ ਦੇ ਵਿੱਚ। ਠੀਕ ਹੈ, ਕਿੱਥੇ ਹੋਈ ਸੀ?
ਬਲਾਬੀ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਹ ਕਿੱਥੇ ਆ? ਗੁਜਰਾਤ ਦੇ ਵਿੱਚ ਆ। ਠੀਕ ਹੈ। ਤੇ ਜੋ ਦੂਸਰੀ ਜੈਨ ਸਭਾ ਕਦੋਂ ਹੋਈ ਸੀ? ਦੂਸਰੀ ਜੈਨ ਸਭਾ 512 ਈਸਵੀ ਦੇ ਵਿੱਚ ਹੋਈ ਸੀ। ਠੀਕ ਹੈ ਜੀ। ਤੇ ਇਸ ਨੂੰ ਕਿਹਨੇ ਕਰਵਾਇਆ ਸੀਗਾ? ਇਸ ਨੂੰ ਕਰਵਾਇਆ ਸੀਗਾ ਕੁਮਾਰ ਗੁਪਤ ਨੇ। ਠੀਕ ਹੈ। ਤੇ ਇਸ ਦੀ ਪ੍ਰਧਾਨਗੀ ਕਿਹਨਾਂ ਨੇ ਕੀਤੀ ਸੀ? ਰਿਸ਼ੀ ਦੇਵਾਦੀ ਨੇ। ਹੋ ਸਕਦਾ ਦੇਵਾਦੀ ਰਿਸ਼ੀ ਆ ਜੇ, ਹੋ ਸਕਦਾ ਰਿਸ਼ੀ ਦੇਵਾਦੀ ਆ ਜੇ। ਠੀਕ ਹੈ। ਇਹ ਅੱਗੇ ਪਿੱਛੇ ਆ ਸਕਦੇ ਆ ਲਿਖੇ ਹੋਏ। ਅਗਲਾ ਪ੍ਰਸ਼ਨ, ਪੰਚਮ ਸ਼ਬਦ ਦਾ ਕੀ ਅਰਥ ਹੈ? ਹਾਂਜੀ, ਪੰਚਮ ਸ਼ਬਦ ਦਾ ਕੀ ਅਰਥ ਆ? ਪੰਚਮ ਸ਼ਬਦ ਦਾ ਅਰਥ ਆ ਦੇਖੋ 5 ਰੂਲ। ਠੀਕ ਹੈ, 5 ਨਿਯਮ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਕਿਹੜੇ ਕਿਹੜੇ ਨਿਯਮ ਆ ਉਹ? ਸੱਚ, ਅਹਿੰਸਾ। ਸੱਚ ਤੇ ਅਹਿੰਸਾ ਤਾਂ ਤੁਹਾਨੂੰ ਪਤਾ। ਇਸ ਤੋਂ ਇਲਾਵਾ ਅਸਤੇਵ। ਠੀਕ ਹੈ, ਅਸਤਿਆ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅਪਰਿਗ੍ਰਹਿ ਆ ਸਕਦਾ। ਠੀਕ ਹੈ, 5 ਤੰਤ ਦੀ 5 ਰੂਲ ਦੀ ਜੇ ਗੱਲ ਕਰੀਏ ਤੇ ਪੰਜਵਾਂ ਸੀਗਾ ਬ੍ਰਹਮਚਾਰੀਆ। ਬ੍ਰਹਮਚਾਰੀਆ। ਠੀਕ ਹੈ, ਇਸ ਦਾ ਹੁਣ ਤੁਸੀਂ ਧਿਆਨ ਰੱਖਣਾ। ਪਹਿਲਾ ਸੀਗਾ ਸੱਚ, ਜਾਣੀ ਕਿ ਅਸੀਂ ਸਾਰੇ ਸੱਚ ਬੋਲਦੇ ਹਾਂ, ਸੱਚ ਬੋਲਣਾ। ਅਹਿੰਸਾ, ਕਿਸੇ ਤੋਂ ਹਿੰਸਾ ਨਾ ਕਰਨੀ, ਮਤਲਬ ਕਿ ਕਿਸੇ ਦੇ ਕੀੜੀ ਤੱਕ ਦੇ ਡੰਡਾ ਵੀ ਨਾ ਮਾਰਨਾ। ਠੀਕ ਹੈ। ਅਸਤਿਆ ਮਤਲਬ ਕਦੇ ਚੋਰੀ ਨਾ ਕਰਨੀ। ਅਪਰਿਗ੍ਰਹਿ ਮਤਲਬ ਕਿਸੇ ਦੀ ਸੰਪત્ਤੀ ਤੇ ਕੋਈ ਹੱਕ ਨਾ ਜਮਾਉਣਾ। ਬ੍ਰਹਮਚਾਰੀਆ, ਇਹ ਜਿਹੜਾ ਬ੍ਰਹਮਚਾਰੀਆ ਵਾ ਇਹ ਇੰਪੋਰਟੈਂਟ ਆ। ਇਹ ਸ਼ਬਦ ਵਰਧਮਾਨ ਨੇ ਜੋੜਿਆ ਸੀ। ਇਸ ਦਾ ਮਤਲਬ ਆ ਇਸਤਰੀ ਤੋਂ ਦੂਰੀ। ਠੀਕ ਹੈ, ਇਹ 5 ਤੱਥ ਆ, 5 ਰੂਲ ਆ। ਅਗਲਾ ਪ੍ਰਸ਼ਨ ਆ, ਮਹਾਵੀਰ ਨੇ ਕਿੰਨੇ ਗੰਧਰ ਨਿਯੁਕਤ ਕੀਤੇ ਸੀ? ਹਾਂਜੀ, ਮਹਾਵੀਰ ਨੇ ਕਿੰਨੇ ਗੰਧਰ ਨਿਯੁਕਤ ਕੀਤੇ ਸੀ? ਤਾਂ ਇਹਨਾਂ ਨੇ ਕਿੰਨੇ ਕੀਤੇ ਸੀਗੇ ਜੀ? ਮੈਂ ਦੇਖੋ ਆਪਾਂ ਗੱਲ ਕਰੀਏ 11 ਕੀਤੇ ਸੀ ਇਹਨਾਂ ਨੇ ਵੈਸੇ ਤਾਂ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ। ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਕਿ ਗੰਧਰ ਕੀ ਹੁੰਦਾ ਵਾ। ਠੀਕ ਹੈ, ਇੱਥੇ ਲਿਖਿਆ ਨਾ ਗੰਧਰ, ਇਹ ਕੀ ਹੁੰਦਾ ਵਾ? ਜਿਵੇਂ ਆਪਾਂ ਗੱਲ ਕਰੀਏ ਮਹਾਵੀਰਾ, ਇਹਨਾਂ ਦੇ ਚੇਲੇ ਬਹੁਤ ਜ਼ਿਆਦਾ ਸੀ। ਮੰਨ ਕੇ ਚਲੋ ਇਹਨਾਂ ਦੇ 100 ਚੇਲੇ ਸੀ। ਠੀਕ ਹੈ, ਇਹਨਾਂ 100 ਦੇ ਵਿੱਚੋਂ ਇਹਨਾਂ ਨੇ 11 ਬੰਦੇ ਮੇਨ ਚੁਣ ਲਏ ਸੀ। ਜਿਹੜੇ 11 ਬੰਦੇ ਇਹਨਾਂ ਨੇ ਮੇਨ ਚੁਣੇ ਸੀ, ਇਹ 11 ਬੰਦੇ ਇਹਨਾਂ 100 ਚੇਲਿਆਂ ਨੂੰ ਡੀਲ ਕਰਦੇ ਸੀ। ਜਾਣੀ ਕਿ 11 ਬੰਦੇ 100 ਚੇਲਿਆਂ ਨੂੰ ਕੰਟਰੋਲ ਕਰਦੇ ਸੀ। ਅਤੇ ਜੇਕਰ ਇਹਨਾਂ ਦੇ ਵਿੱਚੋਂ ਆਪਾਂ ਗੱਲ ਕਰੀਏ 10 ਦੀ ਤਾਂ ਮਹਾਵੀਰ ਦੇ ਸਮੇਂ ਹੀ ਮੌਤ ਹੋ ਗਈ ਸੀ। ਬਚਿਆ ਸੀ ਸਿਰਫ ਇੱਕ, ਉਹਨਾਂ ਦਾ ਨਾਮ ਕੀ ਸੀ? ਸੁਦਰਮਨ। ਠੀਕ ਹੈ, ਫਿਰ ਉਸ ਨੂੰ ਜੈਨ ਧਰਮ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ, ਜਾਂ ਆਪਾਂ ਕਹਿ ਸਕਦੇ ਹਾਂ ਜੈਨ ਸੰਘ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ। ਅਗਲਾ ਪ੍ਰਸ਼ਨ ਆ, ਜੈਨ ਸਾਹਿਤ ਵਿੱਚ ਕਿਹੜਾ ਸ਼ਬਦ ਲਾਗੂ ਨਹੀਂ ਹੁੰਦਾ? ਹਾਂਜੀ, ਜੈਨ ਸਾਹਿਤ ਦੀ ਜੇ ਅਸੀਂ ਗੱਲ ਕਰੀਏ ਤਾਂ ਇਸ ਦੇ ਵਿੱਚ ਕਿਹੜਾ ਸ਼ਬਦ ਆ ਜਿਹੜਾ ਲਾਗੂ ਨਹੀਂ ਹੁੰਦਾ? ਦੇਖੋ ਅਗਮ, ਅੰਗਾ ਤੇ ਚੁਰਿਕਾ। ਠੀਕ ਹੈ, ਇਹ ਕੀ ਆ? ਜੈਨ ਸਾਹਿਤ ਦੇ ਸ਼ਬਦ ਆ। ਪਰ ਜੇ ਅਸੀਂ ਗੱਲ ਕਰੀਏ ਪਿਟਕ ਦੀ, ਇਹ ਬੌਧ ਧਰਮ ਦਾ। ਪਿਟਕ ਕਿਹਦਾ ਵਾ? ਬੌਧ ਧਰਮ ਦਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਵਰਧਮਾਨ ਮਹਾਵੀਰ ਦਾ ਜਨਮ ਹੋਇਆ ਸੀ? ਹਾਂਜੀ, ਵਰਧਮਾਨ ਮਹਾਵੀਰ ਦਾ ਜਨਮ ਕਦੋਂ ਹੋਇਆ ਜਾਂ ਕਿੱਥੇ ਹੋਇਆ? ਵਰਧਮਾਨ ਮਹਾਵੀਰ ਦਾ ਜਨਮ 500 BC ਦੇ ਵਿੱਚ ਹੋਇਆ। 500 BC ਦੇ ਵਿੱਚ ਹੋਇਆ। ਪਰ ਤੁਹਾਨੂੰ ਨਾ 599 ਮਿਲੂਗਾ ਕਈ ਬੁੱਕਸ ਦੇ ਵਿੱਚ, ਇਹ ਵੈਲਿਡ ਨਹੀਂਗਾ। ਜਿਹੜੀ NCERT ਆ ਉਹ 500 BC ਕਹਿੰਦੀ ਆ, ਤੇ ਤੁਹਾਡਾ NCERT ਦੇ ਅਕੋਰਡਿੰਗ ਹੀ ਰਾਈਟ ਮੰਨਿਆ ਜਾਣਾ। ਇਸ ਗੱਲ ਦਾ ਧਿਆਨ ਰੱਖਣਾ। ਵਰਧਮਾਨ ਮਹਾਵੀਰ ਦਾ ਜਨਮ 500 BC ਦੇ ਵਿੱਚ ਕਿੱਥੇ ਹੋਇਆ ਸੀ? ਕੁੰਡਗ੍ਰਾਮ ਦੇ ਵਿੱਚ ਹੋਇਆ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਜੈਨ ਧਰਮ ਦੇ ਤ੍ਰਿਰਤਨ ਵਿੱਚ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸ਼ਾਮਿਲ ਹੈ? ਹਾਂਜੀ, ਦੇਖੋ ਜੈਨ ਧਰਮ ਦੇ ਤ੍ਰਿਰਤਨ ਆ। ਠੀਕ ਹੈ, 3 ਰਤਨ ਕਹਿ ਸਕਦੇ ਹਾਂ, ਜਾਂ 3 ਵੀ ਹੋ ਸਕਦਾ, 3 ਵੀ ਹੋ ਸਕਦਾ। ਤ੍ਰਿਰਤਨ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਸ਼ਾਮਿਲ ਆ? ਦੇਖੋ ਪਹਿਲਾ ਹੈਗਾ ਸੱਚਾ ਵਿਸ਼ਵਾਸ, ਫਿਰ ਸੱਚਾ ਗਿਆਨ, ਫਿਰ ਸੱਚਾ ਆਚਰਣ। ਠੀਕ ਹੈ, ਜਾਂ ਚੰਗਾ ਵਿਸ਼ਵਾਸ, ਚੰਗਾ ਗਿਆਨ, ਚੰਗਾ ਆਚਰਣ, ਯਾਨੀ ਕਿ ਆਲ ਆਫ ਦੀ ਅਬਵ ਇਜ਼ ਦਾ ਰਾਈਟ ਆਨਸਰ ਹੈ। ਉਪਰੋਕਤ ਸਾਰੇ ਹੀ ਤ੍ਰਿਰਤਨ, ਮਤਲਬ ਇਹ 3 ਜਿਹੜੇ ਰਤਨ ਆ ਇਹ ਜੈਨ ਧਰਮ ਦੇ ਵਿੱਚ ਸ਼ਾਮਿਲ ਆ। ਅਗਲਾ ਪ੍ਰਸ਼ਨ ਆ ਜੀ, ਵਰਧਮਾਨ ਮਹਾਵੀਰ ਦੀ ਮਾਤਾ ਕੌਣ ਸੀ? ਹਾਂਜੀ, ਵਰਧਮਾਨ ਮਹਾਵੀਰ ਦੇ ਪਿਤਾ ਕੌਣ ਸੀ? ਪਹਿਲਾਂ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ, ਕਿਉਂਕਿ ਅਸੀਂ ਉੱਪਰ ਗੱਲ ਕਰ ਚੁੱਕੇ ਹਾਂ। ਠੀਕ ਹੈ, ਤੇ ਵਰਧਮਾਨ ਮਹਾਵੀਰ ਦੀ ਮਾਤਾ ਕੌਣ ਸੀ? ਤਾਂ ਇਹਨਾਂ ਦੀ ਮਾਤਾ ਸੀ ਜੀ ਤਰਿਸ਼ਲਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਤੇ ਇਹ ਰਾਜਾ ਚੇਤਕ ਦੀ ਭੈਣ ਸੀ। ਅਗਲਾ ਪ੍ਰਸ਼ਨ, ਵਰਧਮਾਨ ਮਹਾਵੀਰ ਨੂੰ ਡੈਸ਼ ਵੀ ਕਿਹਾ ਜਾਂਦਾ ਹੈ? ਹਾਂਜੀ, ਵਰਧਮਾਨ ਮਹਾਵੀਰ ਨੂੰ ਜਨ ਕਿਹਾ ਜਾਂਦਾ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ।
ठीक है, ऑप्शन नंबर बी इज द राइट आंसर है जैन। जैन का मतलब होंदा वो व्यक्ति जिसने अपने 5 ज्ञान इंद्रियां नूं जित लिया होवे उसनूं असीं बोलदे हां जैन। ठीक है, वर्धमान महावीर नूं जैन बोलिया जांदा सी। ठीक है जी, अगला प्रश्न है जैन धर्म दीयां 5 कस्मां नाल संबंधित हन। हाँ जी, जिहड़ियां जैन धर्म दीयां 5 कस्मां ने वो किहड़ियां ने जां किस नाल, इन्हां दे विचों किहड़ी ऑप्शन उस दे नाल संबंधित आ तो इसदा राइट आंसर होवे। देखो असीं इन्हां दी गल कर चुके हैं, राइट नॉलेज, राइट फेथ, राइट कंडक्ट, इन्हां दी गल असीं कर चुके हैं कि ये त्रिरत्न आ जैन धर्म दे। ठीक है, पर उन्होंने पूछा 5 कस्मां। 5 कस्मां मैं तुहानूं पहलां दस्सिया, सच, अहिंसा, अस्त्या, अपरिग्रह ते ब्रह्मचार्य। इसका मतलब इसका राइट आंसर है नन ऑफ दीज, यानी कि इन्हां विचों कोई नहीं। अगला प्रश्न है जी वर्धमान महावीर की मौत कदों हुई। हाँ जी, वर्धमान महावीर की मौत कदों हुई सी? 70 साल की उम्र दे विच हुई सी। ठीक है, तो इत्थे ये पूछ रहे हैं कि वर्धमान महावीर की मौत हुई सी कित्थे हुई सी? पावा दे विच। ऑप्शन नंबर ए इज़ द राइट आंसर। देखो 468 BC दे विच पावापुरी दे विच इन्हां दी डैथ हुई सी। ठीक है, तो इन्हां दी मौत नूं जैन धर्म दे विच निर्वाण बोलिया जांदा, बौद्ध धर्म दे विच महाप्री निर्वाण बोलिया जांदा। तो 42 साल की उम्र विच इन्हां नूं ज्ञान मिलिया सी, 70 साल की उम्र विच इन्हां दी मौत हो गई। उस स्थान का जिक्र करो जिथे बुद्ध ने ज्ञान प्राप्त किया सी। हाँ जी, बुद्ध ने ज्ञान कित्थे प्राप्त किया सी? बोध गया दे स्थान ते। देखो इन्हां ने 29 साल की उम्र विच घर का त्याग कर दिता सी बुद्ध ने। ठीक है, फिर 6 साल इन्हां ने कठोर तपस्या की, 35 साल की उम्र विच बोध गया दे विच ये पिपल दे दरख्त हेठां, पिपल दा दरख्त सीगा निरंजना नदी दे किनारे। ठीक है, इत्थे इन्हां नूं ज्ञान की प्राप्ति हो गई सी बोध ज्ञान दे विच। ऑप्शन नंबर बी इज़ द राइट आंसर। अगला प्रश्न है जी, हाँ जी, पहली बोध सभा कित्थे होई सी? देखो जिहड़ी पहली बोध सभा वा ये हुई सी राजगृह दे विच। ऑप्शन बी इज़ द राइट आंसर। राजगृह दे विच अजात शत्रु राजे ने 483 BC दे विच ये जिहड़ी बोध सभा वा करवाई सी। ठीक है, दूजी कित्थे होई सी? विशाली दे विच, तीजी होई सी पाटलीपुत्र दे विच ते चौथी होई सी कश्मीर दे विच। ठीक है, इस गल दा तुसीं ध्यान रखना। अगला प्रश्न है जी, बोधियां दी पवित्र किताब हेठ लिखियां विचों किहड़ी है? हाँ जी, बोधियां दी पवित्र किताब इन्हां दे विचों आ त्रिपिटक। ऑप्शन सी इज़ द राइट आंसर। पिटक का इत्थे मतलब आ ज्ञान दी टोकरी, ते त्रिपिटक दे विच एक सुत पिटक, दूजा विनय पिटक ते तीजा अभिधम पिटक की जानकारी मिलती आ। जिहड़े सूत पिटक आ इस दी रचना कीती सी आनंद ने, ते विनय पिटक की रचना कीती सी उपाली ने, ते अभिधम पिटक की रचना कीती सी सोगली तिसपुत्र ने। ठीक है, इस गल का तुसीं ध्यान रखना। अगला प्रश्न है जी, अशोक ने तीजी बौद्धी कौंसल नूं कित्थे बुलाया सी? हाँ जी, जिहड़ी सभा हुई सी तीजी अशोक ने करवाई सी 250 BC दे विच, ते तीजी जिहड़ी सभा वा वो कित्थे हुई सी? मैं तुहानूं ऑलरेडी दस चुकी हाँ, पाटलीपुत्र दे विच। ऑप्शन ए इज़ द राइट आंसर। दूजी हुई सी वैशाली दे विच, पहली हुई सी राजगृह दे विच, ते चौथी हुई सी कश्मीर दे विच। ठीक है, अगला प्रश्न, बौद्ध कबीले का नाम दस दो। हाँ जी, जिहड़ा बौद्ध का कबीला सी वो की सी? बौद्ध का कबीला सीगा जी शाक्या। ठीक है, वैसे तुहानूं शाक्या कुंद लिखिया आ सकदा ते साक्या कुछ भी लिखिया आ सकदा, ध्यान रखना। साक्या कुंद सी पूरा नाम बौद्ध कबीले का नाम, ते महात्मा बौद्ध के पिता का नाम सी शुद्धोधन। ठीक है जी, अगला प्रश्न, गौतम बुद्ध का जन्म कित्थे होया सी? हाँ जी, गौतम बुद्ध का जन्म कित्थे होया सी? ये होया सी जी लुम्बिनी दे विच। ऑप्शन नंबर डी इज़ द राइट आंसर। ये कित्थे आ? ये नेपाल दे विच आ, ते वर्तमान समय दे विच इस नूं रूमन देई भी बोलते आ। की बोलते आ? रूमन देई। ठीक है, ये नेपाल देश दे राज कपिल वस्तु का एक छोटा जा पिंड आ रूमन देई, ते इत्थे महात्मा बुद्ध का जां आपां कह सकदे गौतम बुद्ध का जन्म होया सी। अगला प्रश्न,
महावीर दी मां कौन सी? हाँ जी, महावीर दी मां दा नाम सी त्रिशला। ऑप्शन नंबर सी इज द राइट आंसर। ये शिलवी वंश दे राजा चेटक दी भैन सी। अगला प्रश्न है जी, महावीर दा जन्म एक खत्तरी कबीले विच होया सी। ठीक है, महावीर दा जन्म एक खत्तरी कबीले दे विच होया सी। इसदा नाम आ जातरक कुल। ठीक है, जातरक कुल। ते किसी बुक दे विच तुहानूं इसदा नाम जानत्रिका भी लिखिया मिल सकदा। वैसे पंजाबी दे विच इसनूं असीं जातरक कुल ही बोलांगे। ठीक है जी। अगला प्रश्न, तीजी बोधी परिषद द्वारा सरप्रस्ती दिती गई सी। हाँ जी, तीजी बोधी परिषद द्वारा सरप्रस्ती दिती गई सी। जिवें कि मैं तुहानूं दस्सिया, तीजी बोधी कौंसल आ जिहड़ी मीटिंग आ जिहड़ी जां सभा वा, ये पाटलीपुत्र ने करवाई। पाटलीपुत्र दे विच होई सी ते करवाई किन्ना ने सी? अशोका ने करवाई सी। ठीक है, ऑप्शन बी इज द राइट आंसर है। किसी भी तरह तुहानूं MCQ घुमा फिरा के आ सकदा, सो ध्यान रखना। अगला प्रश्न, बैसाख पूर्णिमा का बहुत महत्व है क्योंकि एक किस दिन सी? देखो, जी विसाख पूर्णिमा वा इसका बहुत ज़्यादा आप कह सकते इंपॉर्टेंट है। तो किस दिन सीगी? देखो, इस दे नाल सारे ही इंपॉर्टेंट आ। मतलब कि जी विसाख पूर्णिमा वा इसका मीनिंग आ कि महात्मा बुद्ध का जन्म भी इसे दिन होया सी, ज्ञान की प्राप्ति भी इन्हों इसे दिन हुई सी, ते इन्हां दी मौत भी इसे दिन हुई सी। इस करके जिहड़ी विसाख की पूर्णिमा वा ये बहुत ज़्यादा महत्वपूर्ण आ। ऑप्शन डी इज द राइट आंसर है। क्यों महत्वपूर्ण? इन्हां तिन्नां कारणां करके। अगला प्रश्न, हाँ जी, मिलिंद पन्नो की है? देखो, मिलिंद पन्नो राजा सीगा मिनांडर अते नागसैन। इन्हां दोवां दे विचकार क्वेश्चनिंग आंसरिंग होई सी ते इस वार्तालाप सी जिहड़ी ये वार्तालाप होई सी इन्हां दे विचकार, इन्हां नूं एक बुक दे विच लिख दिता गया। ते ये जिहड़े बुक आ ये एक बोधी ग्रंथ आ, ये नागासैन द्वारा लिखिया गया वा। ठीक है, मिलिंद पन्नो की है? एक बोधी ग्रंथ आ। तो ऑप्शन नंबर डी इज द राइट आंसर है। अगला प्रश्न, तिब्बत विच बौद्ध धर्म फैलाउण वाले बोधी भिक्षु सन। हाँ जी, तिब्बत दे विच किन्ना ने बौद्ध धर्म फैलाया सीगा? तां इह फैलाया सी पद्म संभव ने। ऑप्शन नंबर डी इज द राइट आंसर। अगला प्रश्न, गौतम बुद्ध का जन्म स्थान है? गौतम बुद्ध का जन्म स्थान है। हाँ जी, इसका मीनिंग तुहानूं ये पूछा गया है कि गौतम बुद्ध का जन्म स्थान किवें चिन्हित किया गया? ਤਾਂ ਇਹ ਹੈਗਾ ਵਾ ਜੀ ਰਾਈਟ ਆਂਸਰ ਆ ਰੁਮਿੰਦੇਈ ਪਿਲਰ ਆਫ ਅਸ਼ੋਕ ਮੌਰੀਆ। ऑप्शन बी इज द राइट आंसर है। ये अशोक ने बनवाया सी। ठीक है, अगला प्रश्न, केवलिया किस धर्म नाल संबंधित है? हाँ जी, केवलिया किस धर्म नाल संबंधित आ? जैन धर्म दे नाल संबंधित आ। ऑप्शन बी इज द राइट आंसर है। अगला प्रश्न जी, गौतम बुद्ध किस गणराज नाल संबंधित सी? हाँ जी, गौतम बुद्ध जिहड़े ये शाक्या राज नाल संबंधित सी। ऑप्शन बी इज द राइट आंसर है। अगला प्रश्न जी, महावीर दा परिनिर्वाण स्थान हेठ लिखियां विचों केड़ा है? इसका मीनिंग की आ? उन्होंने वो स्थान पूछया जिथे उन्होंने पहला उपदेश दिता सी कि महात्मा बुद्ध ने पहला उपदेश कित्थे दिता सी? तां इन्हां ने सारनाथ दे विच दिता सी। ठीक है, सब तो जेकर तुहानूं सब तो ज़्यादा आ जे तां सब तो ज़्यादा उपदेश इन्हां ने दिता सीगा सारावास्ती विच। ठीक है, इस गल दा ध्यान रखना। ते पहला उपदेश आ जिहड़ा परिनिर्वाण आ, इसदा मीनिंग की आ कि पहला उपदेश इन्हां ने कित्थे दिता सी? सारनाथ विच दिता सी। ऑप्शन बी इज द राइट आंसर है, सारनाथ। ठीक है जी। अगला प्रश्न है जी, बुद्ध ने किहड़ी भाषा विच प्रचार किया? हाँ जी, बुद्ध ने किहड़ी भाषा दे विच प्रचार किया? तो यह प्रचार किया गया जी किहदे विच किया गया? पाली दे विच किया गया सी। ऑप्शन सी इज द राइट आंसर। अगला प्रश्न, भगवान बुद्ध ने अपना आखिरी साह कित्थे लिया सी? हाँ जी, भगवान बुद्ध ने अपना आखिरी साह आ जिहड़ा वो लिया सी कुशीनगर दे विच। ऑप्शन डी इज द राइट आंसर। अगला प्रश्न है जी, गंधार स्कूल ऑफ आर्ट होंद विच आया? हाँ जी, गंधार स्कूल ऑफ आर्ट होंद विच आया। कदों होंद दे विच आया सी? महायान शाखा।
ऑप्शन नंबर बी इज द राइट आंसर। देखो जो 14वीं बौद्ध सभा हुई सी ना, सॉरी 14वीं नहीं, चौथी, ठीक है, फोर्थ, ਜਦੋਂ 4th ਬੌਧ ਸਭਾ ਹੋਈ ਸੀ ਤਾਂ ਇਸ ਬੌਧ ਸਭਾ ਦੇ ਸਮੇਂ ਇਹ ਇੱਕ ਸਾਖਾ ਬਣੀ ਸੀ ਗੰਦਾਰ ਸਕੂਲ ਆਫ ਆਰਟ। ਠੀਕ ਹੈ, ਗੰਦਾਰ ਕੀ ਆ? ਗੰਦਾਰ ਇੱਕ ਕਲਾ ਹੁੰਦੀ ਆ, ਇਹ ਮੂਰਤੀਆਂ ਬਣਾਉਣ ਦੀ ਕਲਾ ਹੁੰਦੀ ਆ। ਠੀਕ ਹੈ, ਮੂਰਤੀਆਂ ਬਣਾਉਣ ਦੀ ਇੱਕ ਸ਼ੈਲੀ ਆ। ਮਹਾਤਮਾ ਬੁੱਧ ਦੀਆਂ ਜਿੰਨੀਆਂ ਵੀ ਮੂਰਤੀਆਂ ਬਣੀਆਂ ਉਹ ਇਸੇ ਸ਼ੈਲੀ ਦੇ ਵਿੱਚ ਬਣੀਆਂ ਵਾ। ਤਾਂ ਗੰਦਾਰ ਸਕੂਲ ਆਫ ਆਰਟ ਹੋਂਦ ਵਿੱਚ ਆਇਆ ਕਦੋਂ ਆਇਆ ਸੀਗਾ? ਇਹ ਚੌਥੀ ਬੌਧ ਸਭਾ ਦੇ ਸਮੇਂ ਹੋਂਦ ਦੇ ਵਿੱਚ ਆਇਆ ਸੀ, ਮਹਾਯਾਨ ਸਾਖਾ ਦੇ ਸਮੇਂ। ਠੀਕ ਹੈ, ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਹੈ। ਅਗਲਾ ਪ੍ਰਸ਼ਨ, ਅਲੈਗਜ਼ੈਂਡਰ ਮਹਾਨ ਦਾ ਉਸਤਾਦ ਸੀ। ਹਾਂਜੀ, ਅਲੈਗਜ਼ੈਂਡਰ ਮਹਾਨ ਦੇ ਉਸਤਾਦ ਸੀ ਅਰਿਸਟੋਟਲ। ਅਰਿਸਟੋਟਲ ਇਸ ਦੇ ਉਸਤਾਦ ਸੀ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ ਹੈ। ਅਲੈਗਜ਼ੈਂਡਰ ਇਹਨਾਂ ਨੇ ਭਾਰਤ ਵਿੱਚ 326 BC ਦੇ ਵਿੱਚ ਹਮਲਾ ਕੀਤਾ ਸੀ ਤੇ ਇਹਨਾਂ ਦੀ ਡੈਥ ਹੋਈ ਸੀ 323 BC ਬੈਬੀਲੋਨ ਦੇ ਵਿੱਚ। ਅਗਲਾ ਪ੍ਰਸ਼ਨ, ਹਾਂਜੀ, ਜਿਸ ਨੇ 8 ਦਾ ਪ੍ਰਚਾਰ ਕੀਤਾ, ਇਸ ਦਾ ਕੀ ਮਤਲਬ ਆ? ਦੱਸਦੀ ਹਾਂ ਮੈਂ ਤੁਹਾਨੂੰ, ਅੱਗੇ ਜਾ ਕੇ ਪਹਿਲਾਂ ਪੜ੍ਹ ਲੈਂਦੇ ਆ ਪੂਰਾ। ਜਿਸ ਨੇ 8 ਦਾ ਪ੍ਰਚਾਰ ਕੀਤਾ, ਮਨੁੱਖਤਾ ਦੇ ਦੁੱਖਾਂ ਦੇ ਅੰਤ ਲਈ ਫੋਲਡ ਪਾਥ। ਦੇਖੋ ਫੋਲਡ ਪਾਥ ਦਾ ਮਤਲਬ ਜੇ ਆਪਾਂ ਕਹਿ ਸਕਦੇ ਹਾਂ, ਠੀਕ ਹੈ, ਫੋਲਡ ਪਾਥ ਕੀ ਹੁੰਦਾ? ਮੱਧ ਮਾਰਗ, ਮਿਡਲ ਪਾਥ ਜਿਹਨੂੰ ਅਸੀਂ ਬੋਲਦੇ ਹਾਂ। 8 ਦਾ ਮਤਲਬ ਕੀ ਆ? ਅਸ਼ਟਾਂਗਿਕ ਮਾਰਗ। ਇਹ ਮਤਲਬ ਕਿ 8 ਪ੍ਰਚਾਰ। ਠੀਕ ਹੈ, 8 ਪ੍ਰਚਾਰ ਕਿਹਨਾਂ ਨੇ ਦਿੱਤੇ ਸੀ? ਮਹਾਤਮਾ ਬੁੱਧ ਨੇ ਦਿੱਤੇ ਸੀ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਹੈ। ਮਹਾਤਮਾ ਬੁੱਧ ਨੇ ਦਿੱਤੇ ਸੀ 8 ਪ੍ਰਚਾਰ। ਅਗਲਾ ਪ੍ਰਸ਼ਨ ਆ ਜੀ, ਭਾਰਤ ਵਿੱਚ ਆਖਰੀ ਬੋਧੀ ਪਾਠ ਦਾ ਨਿਰਮਾਣ ਹੇਠ ਲਿਖਿਆਂ ਵਿੱਚੋਂ ਕਿਹੜਾ ਸੀ? ਹਾਂਜੀ, ਭਾਰਤ ਵਿੱਚ ਆਖਰੀ ਬੋਧੀ ਪਾਠ ਦਾ ਨਿਰਮਾਣ ਇਹਨਾਂ ਦੇ ਵਿੱਚੋਂ ਸੀਗਾ, ਕਿਹੜਾ ਸੀਗਾ? ਇਹਨਾਂ ਦੇ ਵਿੱਚੋਂ ਸੀਗਾ ਬੰਸਾਥਾ ਪਾਕਸਨੀ। ਠੀਕ ਹੈ, ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ ਹੈ। ਬੰਸਾਥਾ ਪਾਕਸਨੀ। ਬੁੱਧ ਧਰਮ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਪਰ ਉਹਨਾਂ ਦੇ ਵਿੱਚੋਂ ਆਖਰੀ ਕਿਤਾਬ ਇਹ ਆ। ਠੀਕ ਹੈ ਜੀ, ਅਗਲਾ ਪ੍ਰਸ਼ਨ ਕਰਦੇ ਹਾਂ ਅਸੀਂ। ਅਜੰਤਾ ਦੀਆਂ ਪੇਂਟਿੰਗਾਂ ਇਹਨਾਂ ਕਹਾਣੀਆਂ ਨੂੰ ਦਰਸਾਉਂਦੀਆਂ ਹਨ। ਦੇਖੋ ਅਜੰਤਾ ਦੀਆਂ ਜਿਹੜੀਆਂ ਪੇਂਟਿੰਗਸ ਆ ਜਾਂ ਪੇਂਟਿੰਗਾਂ ਵਾ ਉਹ ਕਿੰਨਾ ਕਹਾਣੀਆਂ ਨੂੰ ਦਰਸਾਉਂਦੀਆਂ ਨੇ? ਜਾਤਕ ਨੂੰ ਦਰਸਾਉਂਦੀਆਂ ਨੇ। ਆਪਸ਼ਨ ਸੀ ਇਸ ਦਾ ਰਾਈਟ ਆਂਸਰ ਹੈ। ਜਾਤਕ ਕੀ ਹੈ ਕਿ ਇਸ ਵਿੱਚ ਮਹਾਤਮਾ ਬੁੱਧ ਦੀਆਂ 549 ਜਨਮਾਂ ਦੀਆਂ ਕਹਾਣੀਆਂ ਦਰਸਾਈਆਂ ਗਈਆਂ ਨੇ। ਅਜੰਤਾ ਦੀਆਂ ਪੇਂਟਿੰਗ ਦਾ ਮਤਲਬ ਕੀ ਆ ਕਿ ਅਜੰਤਾ ਦੀਆਂ ਗੁਫਾਵਾਂ ਜਿਹੜੀਆਂ ਇਹ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਵਿੱਚ ਪੈਂਦੀਆਂ ਵਾ ਤੇ ਇਹਨਾਂ ਗੁਫਾ ਦੇ ਵਿੱਚ ਚਿੱਤਰ ਬਣਾਏ ਹੋਏ ਆ ਜਿਹੜੇ ਇੱਕ ਕਹਾਣੀ ਨੂੰ ਦਰਸਾ ਰਹੇ ਆ। ਕੁਝ ਲਿਖਿਆ ਨਹੀਂ ਹੋਇਆ, ਸਿਰਫ ਪੇਂਟਿੰਗ ਕੀਤੀ ਹੋਈ ਹੈ। ਠੀਕ ਹੈ ਜੀ, ਅਗਲਾ ਪ੍ਰਸ਼ਨ, ਭਗਵਾਨ ਮਹਾਵੀਰ ਦੀ ਮੌਤ ਕਿੱਥੇ ਹੋਈ ਸੀ? ਹਾਂਜੀ, ਭਗਵਾਨ ਮਹਾਵੀਰ ਦੀ ਮੌਤ ਹੋਈ ਸੀ ਪਾਵਾਪੁਰੀ ਦੇ ਵਿੱਚ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। 468 BC ਦੇ ਵਿੱਚ ਇਹਨਾਂ ਦੀ ਡੈਥ ਹੋਈ ਸੀ। ਠੀਕ ਹੈ, 468 BC ਦੇ ਵਿੱਚ। ਅਗਲਾ ਪ੍ਰਸ਼ਨ, ਬੋਧੀ ਗ੍ਰੰਥ ਪਿਟਕ ਕਿਸ ਭਾਸ਼ਾ ਵਿੱਚ ਰਚੇ ਗਏ? ਹਾਂਜੀ, ਪਿਟਕ ਬੌਧ ਧਰਮ ਦੇ ਜਿਹੜੇ ਪੂਰਾ ਸਾਹਿਤ ਆ ਨਾ ਉਹਨੂੰ ਅਸੀਂ ਪਿਟਕ ਬੋਲ ਦਿੰਨੇ ਆ ਤੇ ਪਾਲੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਹੈ। ਹੁਣ ਅਸੀਂ ਇਸ ਤੋਂ ਪਹਿਲਾਂ ਜੈਨ ਧਰਮ ਬਾਰੇ ਪੜ੍ਹਿਆ ਸੀ ਤਾਂ ਉਸ ਦਾ ਮੌਕ ਟੈਸਟ ਵੀ ਲੈ ਲੈਂਦੇ ਅੱਜ ਤੁਹਾਡਾ। ਠੀਕ ਹੈ, ਤੇ ਸਭ ਤੋਂ ਪਹਿਲਾਂ ਦੇਖੋ ਕੀ ਆ ਕਿ ਭਾਰਤ ਦਾ ਆਖਰੀ ਸ਼ਾਸਕ ਕੌਣ ਸੀ ਜਿਸ ਨੇ ਆਪਣੇ ਆਖਰੀ ਦਿਨਾਂ ਵਿੱਚ ਜੈਨ ਧਰਮ ਅਪਣਾਇਆ? ਹਾਂਜੀ, ਭਾਰਤ ਦਾ ਆਖਰੀ ਸ਼ਾਸਕ ਕੌਣ ਸੀ ਜਿਸ ਨੇ ਆਪਣੇ ਆਖਰੀ ਦਿਨਾਂ ਦੇ ਵਿੱਚ ਜੈਨ ਧਰਮ ਅਪਣਾਇਆ? ਤਾਂ ਉਹ ਸੀ ਜੀ ਚੰਦਰਗੁਪਤ ਮੌਰੀਆ। ਆਪਸ਼ਨ ਸੀ ਇਸ ਦਾ ਰਾਈਟ ਆਂਸਰ ਆ। ਇਹਨਾਂ ਨੇ ਮੌਰੀਆ ਸਾਮਰਾਜ ਦੀ ਸਥਾਪਨਾ ਕੀਤੀ ਸੀ ਤੇ ਇਹਨਾਂ ਤੋਂ ਇਲਾਵਾ ਤੁਹਾਨੂੰ MCQ ਇਹ ਆ ਸਕਦਾ ਵਾ ਕਿ ਭਾਰਤ ਵਿੱਚ ਸਭ ਤੋਂ ਪਹਿਲਾਂ ਕਿਹੜਾ ਸਾਮਰਾਜ ਆ ਜਿਹੜਾ ਸਥਾਪਿਤ ਹੋਇਆ ਸੀ? ਤਾਂ ਉਹ ਮੌਰੀਆ ਹੀ ਹੋਇਆ ਸੀ। ਠੀਕ ਹੈ, ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ। ਅਗਲਾ ਪ੍ਰਸ਼ਨ ਆ ਜੀ, ਕਿਸ ਭਾਰਤੀ ਧਰਮ ਵਿੱਚ 24 ਤੀਰਥੰਕਰ ਸਨ? ਹਾਂਜੀ, 24 ਤੀਰਥੰਕਰ ਕਿਹੜੇ ਭਾਰਤੀ ਧਰਮ ਦੇ ਵਿੱਚ ਸਨ? ਇਹ ਸਨ ਜੈਨ ਧਰਮ ਦੇ ਵਿੱਚ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ ਹੈ। ਅਗਲਾ ਪ੍ਰਸ਼ਨ ਆ ਜੀ, ਜੈਨੀਆਂ ਦਾ ਪਹਿਲੀ ਤੀਰਥੰਕਰ ਹਨ। ਹਾਂਜੀ, ਜੈਨੀਆਂ ਦਾ ਜਿਹੜਾ ਪਹਿਲਾ ਤੀਰਥੰਕਰ ਆ ਉਹ ਕਿਹੜਾ ਵਾ? ਰਿਸ਼ਵਾ। ਠੀਕ ਹੈ, ਰਿਸ਼ਵ ਦੇਵ ਵੀ ਆ ਸਕਦਾ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ ਹੈ।
ਅਗਲਾ ਪ੍ਰਸ਼ਨ ਆ ਜੀ, ਤਮਿਲ ਵਿੱਚ ਜੀਵਾਕਾ ਚਿੰਤਾਮਣੀ ਦਾ ਸੰਬੰਧ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਸੰਬੰਧਿਤ ਹੈ? ਹਾਂਜੀ, ਤਮਿਲ ਦੇ ਵਿੱਚ ਜੀਵਾਕਾ ਚਿੰਤਾਮਣੀ ਦਾ ਸੰਬੰਧ ਇਹਨਾਂ ਦੇ ਵਿੱਚੋਂ ਕਿਸ ਨਾਲ ਆ? ਜੈਨ ਧਰਮ ਦੇ ਨਾਲ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਭਾਰਤ ਵਿੱਚ ਜੈਨ ਧਰਮ ਦੇ ਮੋਢੀ ਕੌਣ ਸਨ? ਹਾਂਜੀ, ਭਾਰਤ ਦੇ ਵਿੱਚ ਜੈਨ ਧਰਮ ਦੇ ਮੋਢੀ ਕੌਣ ਸਨ? ਮਹਾਵੀਰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੈ ਕਿ ਇਹ ਭਾਰਤ ਦੇ ਵਿੱਚ ਜੈਨ ਧਰਮ ਦੇ ਮੋਢੀ ਸਨ। ਠੀਕ ਹੈ ਜੀ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਤੇ ਹਾਂਜੀ, ਮਹਾਵੀਰ ਸਵਾਮੀ ਆ ਜਿਹੜੇ, ਇਹ ਕੀ ਆ? ਜੈਨ ਧਰਮ ਦੇ ਮੋਢੀ ਆ ਭਾਰਤ ਦੇ ਵਿੱਚ। ਇਹ ਰੀਅਲ ਫਾਊਂਡਰ ਮੰਨੇ ਗਏ ਆ ਜੈਨ ਧਰਮ ਦੇ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।